ਸਤਿ ਸ਼੍ਰੀ ਅਕਾਲ, ਸਲਾਮ, ਨਮਸਕਾਰ, ਆਦਾਬ, ਸਭ ਸਤਿਕਾਰ ਹੈ ਸੱਜਣਾਂ ਨੂੰ ਜੋ ਇਸ ਵਕਤ ਜ਼ਿੰਦਗੀ ਦੇ ਰੰਗਾਂ ਤੇ ਵਾਦੀਆਂ ਤਿਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਨੇ ਟਿਵਾਣਾ ਰੇਡੀਓ ਦੇ ਨਾਲ। ਬਾਗਾਂ ਤਿਰੰਗ ਸ਼ਹਿਰ ਪਟਿਆਲਾ ਤੋਂ ਮੈਂ ਪਰਮਿੰਦਰ ਸਿੰਘ ਟਿਵਾਣਾ। ਦੋਸਤੋ, ਅੱਜ ਤਾਰੀਖ ਹੈ 9 ਅਗਸਤ ਸਨ 2021, 25 ਸੌਣ ਨਾਨਕਸ਼ਾਹੀ ਸੰਮਤ 553 ਨੂੰ। ਸਵੇਰ ਦੀ ਸਵਾ ਦੇ ਇਸ ਪ੍ਰੋਗਰਾਮ ਟਿਵਾਣਾ ਲਾਈਵ ਦੇ ਵਿੱਚ ਆਪ ਸਭ ਸੱਜਣਾਂ ਦਾ ਸਵਾਗਤ ਹੈ। 25 ਸੌਣ ਨਾਨਕਸ਼ਾਹੀ ਸੰਮਤ 553 ਹੋ ਚੁੱਕਾ। ਅੱਜ ਦਿਨ ਹੈ ਸੋਮਵਾਰ, ਹਫ਼ਤੇ ਦੀ ਸ਼ੁਰੂਆਤ, ਤੇ ਆਪ ਸਭ ਸੱਜਣਾਂ ਦਾ ਸਵਾਗਤ। ਰਾਜਨੀਤਿਕ ਚਰਚਾ ਦੇ ਵਾਸਤੇ ਐਡਵੋਕੇਟ ਸੁਰਿੰਦਰ ਸਿੰਘ ਆਪਣੇ ਨਾਲ ਜੁੜ ਚੁੱਕੇ ਨੇ। ਅਲਵਿਦਾ ਕਹਿ ਚੁੱਕੇ ਹਾਂ ਆਪਾਂ ਟੋਕੀਓ ਓਲੰਪਿਕ ਨੂੰ, ਤੇ ਅਗਲੇ ਓਲੰਪਿਕ ਪੈਰਿਸ ਦੇ ਵਿੱਚ ਹੋਣਗੇ। ਇਸ ਦੌਰਾਨ ਭਾਰਤ ਦਾ ਲੇਖਾ ਜੋਖਾ ਆਪਾਂ ਇਹਨਾਂ ਦਿਨਾਂ ਦੇ ਦੌਰਾਨ ਕੀਤਾ ਹੈ, ਤੇ ਜਿਸ ਤਰ੍ਹਾਂ ਸਾਡੇ ਖਿਡਾਰੀਆਂ ਦੀਆਂ ਪ੍ਰਾਪਤੀਆਂ ਤੇ ਸਾਡਾ ਕਿਸ ਤਰ੍ਹਾਂ ਦਾ ਉੱਥੇ ਆਧਾਰ ਰਿਹਾ, ਇਹ ਚਰਚਾਵਾਂ ਦੇ ਨਾਲ ਇਹ ਹਫ਼ਤਾ ਵੀ ਨਿਕਲ ਜਾਣਾ। ਪਰ ਇਸ ਦੌਰਾਨ ਖੇਡਾਂ ਦੇ ਵਿੱਚ ਸਾਡੀਆਂ ਜਿਹੜੀਆਂ ਪ੍ਰਾਪਤੀਆਂ ਨੇ ਉਹ ਬਹੁਤ ਅਜੇ ਵੀ ਨਿਗੂਣੀਆਂ ਨੇ, ਜਿਨ੍ਹਾਂ ਦੇ ਬਾਰੇ ਹੋਰ ਵੀ ਬਹੁਤ ਕੁਝ ਕਰਨ ਦੀ ਜ਼ਰੂਰਤ ਸੀ। ਭਾਵੇਂ ਠੀਕ ਹੈ, ਮੌਜੂਦਾ ਬੀਜੇਪੀ ਸਰਕਾਰ ਨੇ ਰਾਜੀਵ ਗਾਂਧੀ ਖੇਲ ਰਤਨ ਦਾ ਨਾਮ ਬਦਲ ਕੇ ਮੇਜਰ ਧਿਆਨ ਚੰਦ ਦੇ ਨਾਂ ਤੇ ਰੱਖ ਦਿੱਤਾ, ਹਾਕੀ ਦੇ ਜਾਦੂਗਰ ਦੇ। ਪਰ ਇਸ ਦੌਰਾਨ ਕੀ ਸਿਰਫ ਪੁਰਾਣੀਆਂ ਪਾਰਟੀਆਂ ਦੇ ਨੇਤਾਵਾਂ ਦੇ ਨਾਮ ਮਿਟਾਉਣ ਦੇ ਨਾਲ ਹੀ ਸਾਰੀਆਂ ਪ੍ਰਾਪਤੀਆਂ ਪੂਰੀਆਂ ਹੋ ਜਾਂਦੀਆਂ ਨੇ? ਇਹ ਵਿਚਾਰਨ ਦਾ ਵਕਤ ਹੈ। ਨਦੀਮ ਅਹਿਮਦ ਜੋ ਕੋਚ ਨੇ, ਬਲਕਿ ਭਾਰਤ ਦੇ ਲਈ ਸੋਨੇ ਦਾ ਮੈਡਲ ਜਿੱਤਣ ਵਾਲੇ ਨੀਰਜ ਚੋਪੜਾ ਦੇ, ਉਹਨਾਂ ਦਾ ਨਾਮ ਵੀ ਚਰਚਾ ਦੇ ਵਿੱਚ ਹੈ, ਜਿਸ ਗੱਲ ਨੂੰ ਲੈ ਕੇ ਭਾਰਤ ਦੇ ਵਿੱਚ ਇਹ ਵੀ ਚਰਚਾ ਹੈ ਕਿ ਇੱਕ ਮੁਸਲਿਮ ਧਰਮ ਦਾ ਵਿਅਕਤੀ ਭਾਰਤ ਨੂੰ ਕੋਚ ਦੇ ਤੌਰ ਤੇ ਗੋਲਡ ਮੈਡਲ ਦਿਵਾਉਂਦਾ ਤੇ ਇੱਕ ਹਿੰਦੂ ਭਾਈਚਾਰੇ ਦਾ ਵਿਅਕਤੀ ਗੋਲਡ ਮੈਡਲ ਜਿੱਤ ਕੇ ਆਉਂਦਾ ਹੈ। ਤੇ ਇਹ ਜਿਹੜਾ ਮੁਸਲਿਮ ਧਰਮ ਦੇ ਬਾਰੇ ਵਿਗਿਆਨਗੀ ਸੀ, ਉਸ ਵਿਗਿਆਨਗੀ ਦਾ ਜਿਹੜਾ ਜਵਾਬ ਮੰਗਿਆ ਜਾ ਰਿਹਾ ਬੀਜੇਪੀ ਦੇ ਭਗਤਾਂ ਤੋਂ, ਕਿਉਂਕਿ ਧਰਮ ਮਜ਼ਹਬ ਦੀ ਜਿਹੜੀ ਸਿਆਸਤ ਹੈ ਉਹ ਬਹੁਤ ਗਰਕਣ ਵੱਲ ਨੂੰ ਚਲੀ ਗਈ ਹੈ। ਇਸ ਮੁਤਲਕ ਇਹ ਵਿਚਾਰ ਚਰਚਾ ਜਿਹੜੀ ਹੁਣ ਨਦੀਮ ਅਹਿਮਦ ਦੇ ਨਾਂ ਤੇ ਵੀ ਹੋਣ ਲੱਗੀ ਨੇ। ਜਿਹੜੇ ਲਿਬਰਲ ਲੋਕ ਨੇ ਉਹ ਇਸ ਮਾਮਲੇ 'ਚ ਸਵਾਲ ਬੀਜੇਪੀ ਦੇ ਉਹਨਾਂ ਭਗਤਾਂ ਨੂੰ ਕਰਦੇ ਨੇ ਕਿ ਤੁਸੀਂ ਗੱਲ-ਗੱਲ ਤੇ ਧਰਮ ਵਿਸ਼ੇਸ਼ ਦੇ ਲੋਕਾਂ ਨੂੰ ਕਿਉਂ ਟਾਰਗੇਟ ਕਰਦੇ ਹੋ? ਜ਼ਰੂਰੀ ਨਹੀਂ ਹੁੰਦਾ ਕਿ ਦੇਸ਼ ਦੇ ਲਈ ਕੌਣ ਕੀ ਕਰ ਰਿਹਾ ਉਸ ਦੇ ਵਾਸਤੇ ਉਸ ਦਾ ਮਜ਼ਹਬ, ਉਸ ਦਾ ਨਾਂ, ਉਸ ਦਾ ਫਿਰਕਾ ਜ਼ਰੂਰੀ ਨਹੀਂ ਹੁੰਦਾ, ਪਰ ਨੈਸ਼ਨਲਿਟੀ ਵਾਸਤੇ, ਦੇਸ਼ ਵਾਸਤੇ ਜੋ ਪ੍ਰਾਪਤੀਆਂ ਜਿਸ ਨੇ ਵੀ ਜਿੱਥੇ ਕੀਤੀਆਂ ਨੇ ਉਸ ਨੂੰ ਬਤੌਰ ਭਾਰਤੀ ਨਾਗਰਿਕ ਬਣਨ ਦੇ ਹਕੂਕ ਮਿਲਣੇ ਚਾਹੀਦੇ ਨੇ। ਉਸ ਨੂੰ ਸਿਰਫ ਉਸ ਦੇ ਮਜ਼ਹਬ ਦੇ ਨਾਂ ਤੇ ਜਾਂ ਉਸ ਦੀ ਪੂਜਾ ਅਰਚਨਾ ਦੇ ਨਾਂ ਤੇ ਹੀ ਟਾਰਗੇਟ ਨਹੀਂ ਕੀਤਾ ਜਾਣਾ ਚਾਹੀਦਾ। ਇਸ ਤਰ੍ਹਾਂ ਦੇ ਸਵਾਲ ਵੀ ਸੋਸ਼ਲ ਸਾਈਟਸ ਤੇ ਤੁਸੀਂ ਵੇਖਿਆ ਗੱਲ ਬਹੁਤ ਘੁੰਮਦੇ ਹੋਣੇ ਨੇ ਨੀਰਜ ਚੋਪੜਾ ਤੇ ਉਹਨਾਂ ਦੇ ਕੋਚ ਨਦੀਮ ਅਹਿਮਦ ਦੇ ਨਾਂ ਨੂੰ ਲੈ ਕੇ। ਦੂਜੇ ਬੰਨੇ ਕਿਸਾਨ ਜਥੇਬੰਦੀਆਂ ਦਾ ਮਸਲਾ ਵੱਡਾ ਮਸਲਾ ਬਣਿਆ ਰਿਹਾ। ਗੁਰਨਾਮ ਸਿੰਘ ਚੰਡੂਨੀ ਹਰਿਆਣਾ ਦੇ ਉੱਘੇ ਆਗੂ ਜਿਹੜੇ ਇਸ ਅੰਦੋਲਨ ਦੇ ਵਿੱਚ ਬੜੀ ਚਰਚਾ ਦੇ ਵਿੱਚ ਵੀ ਰਹੇ, ਕਿਉਂਕਿ ਉਹਨਾਂ ਦੇ ਸੂਬੇ ਨੇ ਪੂਰਾ ਰੋਲ ਨਿਭਾਇਆ ਉਹਨਾਂ ਦੀ ਅਗਵਾਈ ਦੇ ਵਿੱਚ ਇਸ ਅੰਦੋਲਨ ਦੇ ਹੱਕ ਦੇ ਵਿੱਚ। ਪਰ ਹੁਣ ਜਿਉਂ-ਜਿਉਂ ਇਲੈਕਸ਼ਨ ਸਿਰ ਤੇ ਆਏ ਨੇ, ਇਸ ਇਲੈਕਸ਼ਨ ਦੇ ਦੌਰਾਨ ਗੁਰਨਾਮ ਸਿੰਘ ਚੰਡੂਨੀ ਦਾ ਜੋ ਸਿਆਸੀ ਪੈਂਤੜਾ ਬਦਲ ਰਿਹਾ, ਉਸ ਪੈਂਤੜੇ ਦੇ ਮੁਤਲਕ ਇਹ ਜਿਹੜੇ ਵਰਤਾਰੇ ਨੇ ਕਿਤੇ ਨਾ ਕਿਤੇ ਸਵਾਲ ਖੜੇ ਕਰਨ ਲੱਗੇ ਨੇ ਕਿ ਕਿਸ ਤਰ੍ਹਾਂ ਉਹਨਾਂ ਨੂੰ ਇਸ ਅੰਦੋਲਨ 'ਚੋਂ ਵੱਖਰੇ ਹੋਣਾ ਪੈ ਰਿਹਾ। ਇਹ ਵੀ ਵਿਚਾਰ ਚਰਚਾ ਦਾ ਵਿਸ਼ਾ ਬਣ ਰਿਹਾ। ਪਰ ਹੁਣ ਕਿਸਾਨ ਮੋਰਚੇ ਨੇ ਇਸ ਸਾਰੇ ਅੰਦਰੂਨੀ ਮਾਮਲਿਆਂ ਨੂੰ ਹੱਲ ਕਰਨ ਦੇ ਵਾਸਤੇ 2 ਕਮੇਟੀਆਂ ਦਾ ਗਠਨ ਕੀਤਾ। ਇਸ ਸੰਬੰਧੀ ਅੱਜ ਕਿਸਾਨਾਂ ਦੀ ਸੰਸਦ ਦੀ ਅਗਵਾਈ ਕਰ ਰਹੀਆਂ ਨੇ ਬੀਬੀਆਂ, ਜਿਹੜੀ ਕਿਸਾਨ ਸੰਸਦ ਲੱਗ ਰਹੀ ਹੈ। ਅੱਜ ਕਿਸਾਨ ਸੰਸਦ ਨੂੰ ਜਿਹੜੀ ਜੰਤਰ ਮੰਤਰ ਤੇ ਆਪਣੇ ਧਰਨੇ ਪ੍ਰਦਰਸ਼ਨ ਕਰਨ ਦੀ 200 ਲੋਕਾਂ ਨੂੰ ਆਗਿਆ ਦਿੱਤੀ ਹੋਈ ਹੈ, ਉਸ ਦੀ ਅਗਵਾਈ ਕਰਨਗੇ ਬੀਬੀਆਂ ਦੇ ਜਥੇ। ਤੇ ਜਿਸ ਤਰ੍ਹਾਂ ਅੱਜ ਦੀ ਚਰਚਾ ਵੀ ਫਿਰ ਚਰਚਾ ਦੇ ਵਿੱਚ ਰਹੇਗੀ ਕਿ ਕਿਸ ਤਰ੍ਹਾਂ ਮਹਿਲਾਵਾਂ ਜਿਹੜੀਆਂ ਸਿਰਫ ਘਰ ਦੇ ਚੁੱਲ੍ਹੇ ਚੌਂਕੇ ਹੀ ਨਹੀਂ, ਬਲਕਿ ਸੰਸਦ ਦੀ ਪੈਰਲਲ ਕਾਰਵਾਈ, ਬੇਭਰੋਸਗੀ ਦੇ ਮਤੇ ਅੱਜ ਇਸ ਦੇ ਵਿੱਚ ਚਰਚਾ ਦੇ ਵਿੱਚ ਹੋਣਗੇ, ਕਿਉਂਕਿ ਬੇਭਰੋਸਗੀ ਦੇ ਮਤੇ ਤੇ ਆਖਰੀ ਸੰਸਦ ਹੋਵੇਗੀ ਅੱਜ ਕਿਸਾਨਾਂ ਦੀ। ਇਸ ਨੂੰ ਅੱਗੇ ਬਲ ਮਿਲਦਾ ਹੈ, ਇਸ ਨੂੰ ਅੱਗੇ ਹੋਰ ਵਧਾਉਣ ਦੀ ਆਗਿਆ ਭਾਰਤ ਸਰਕਾਰ ਦਿੰਦੀ ਹੈ ਜਾਂ ਨਹੀਂ, ਇਸ ਵਿਸ਼ੇ ਤੇ ਵੀ ਆਪਾਂ ਚਰਚਾ ਕਰਨ ਦੇ ਵਾਸਤੇ ਜੁੜਦੇ ਹਾਂ ਐਡਵੋਕੇਟ ਸੁਰਿੰਦਰ ਸਿੰਘ ਹੋਰਾਂ ਨਾਲ। ਸੁਰਿੰਦਰ ਜੀ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮਿਹਰਬਾਨੀ ਸੁਰਿੰਦਰ ਜੀ, ਬਹੁਤ-ਬਹੁਤ ਧੰਨਵਾਦ। ਓਲੰਪਿਕ ਦਾ ਲੇਖਾ ਜੋਖਾ ਹੋ ਗਿਆ ਤੇ ਇਸ ਦੌਰਾਨ ਵਿਦੇਸ਼ੀ ਕੋਲੇ ਦੀ ਵੀ ਚਰਚਾ ਦੇ ਵਿੱਚ ਆ ਗਈ ਹੈ ਕਿ ਪਾਵਰਕਾਮ ਨੂੰ 550 ਕਰੋੜ ਰੁਪਏ ਦਾ ਝਟਕਾ ਲੱਗੇਗਾ। ਪ੍ਰਾਈਵੇਟ ਥਰਮਲ ਦੇ ਹੱਕ ਦੇ ਵਿੱਚ ਆਇਆ ਕੇਂਦਰੀ ਟ੍ਰਿਬਿਊਨਲ। ਵਿਦੇਸ਼ੀ ਕੋਲਾ ਕੀ ਰੰਗ ਦਿਖਾਉਂਦਾ, ਇਸ ਖਬਰ ਤੇ ਵੀ ਆਪਾਂ ਚਰਚਾ ਕਰਾਂਗੇ। ਤੇ ਚਰਚਾ ਦੇ ਵਿੱਚ ਲੋਕਤੰਤਰ ਵੀ ਹੈ, ਕਿਉਂਕਿ ਭਾਰਤ ਦੇ ਇੰਡੀਆ ਟੂਡੇ ਗਰੁੱਪ ਦੇ ਉੱਘੇ ਪੱਤਰਕਾਰ ਰਾਜਦੀਪ ਸਰਦੇਸਾਈ, ਜਿਨ੍ਹਾਂ ਤੇ ਪਰਚਾ ਵੀ ਦਰਜ ਹੋ ਗਿਆ ਸੀਗਾ ਜਦੋਂ ਨਵਰੀਤ ਸਿੰਘ ਡਿਵਡਵਾ ਦਾ ਕਤਲ ਹੋਇਆ, ਤਾਂ ਉਸ ਦੇ ਕਤਲ ਨੂੰ ਪੁਲਿਸ ਗੋਲੀ ਨਾਲ ਕੀਤਾ ਕਤਲ ਐਲਾਨਣ ਦੀ ਬਿਨਾਹ ਤੇ ਉਹਨਾਂ ਤੇ ਪਰਚਾ ਵੀ ਦਰਜ ਹੋ ਗਿਆ ਸੀ।
ਰਾਜਦੀਪ ਸਰਦੇਸਾਈ ਰੋਪੜ ਦੇ ਵਿੱਚ ਆਏ ਨੇ। ਉਹਨਾਂ ਨੇ ਵੀ ਆਖਿਆ ਕਿ ਤਾਨਾਸ਼ਾਹ ਸਰਕਾਰ ਤੇ ਕਮਜ਼ੋਰ ਵਿਰੋਧੀ ਧਿਰਾਂ ਇਹ ਦੋਨੇ ਲੋਕਤੰਤਰ ਦੇ ਵਾਸਤੇ ਗੰਭੀਰ ਖਤਰਾ ਨੇ। ਇਸ ਦੌਰਾਨ ਮਨੀਸ਼ ਤਿਵਾੜੀ ਵੀ ਉੱਥੇ ਹਾਜ਼ਰ ਸਨ। ਉਹਨਾਂ ਨੇ ਵੀ ਆਖਿਆ ਕਿ ਟੈਲੀਵਿਜ਼ਨ ਮੀਡੀਆ ਬਾਰੇ ਜੋ ਨਵੇਂ ਨਿਯਮ ਆਏ ਨੇ, ਇਲੈਕਟ੍ਰੋਨਿਕ ਮੀਡੀਆ ਬਾਰੇ ਜੋ ਨਵੇਂ ਨਿਯਮ ਆਏ ਨੇ, ਉਹ ਵੀ ਦੇਸ਼ ਦੀ ਆਜ਼ਾਦੀ ਤੇ ਖਾਸ ਕਰਕੇ ਮੀਡੀਆ ਦੀ ਆਜ਼ਾਦੀ ਦੇ ਵਾਸਤੇ ਖਤਰਨਾਕ ਨੇ। ਇਹ ਚਰਚਾਵਾਂ ਮੀਡੀਆ ਦੇ ਵਿੱਚ ਫੇਰ ਚੱਲੀਆਂ ਨੇ ਕਿਉਂਕਿ ਇੰਡੀਆ ਟੂਡੇ ਗਰੁੱਪ ਵੀ ਗਾਹੇ ਬਗਾਹੇ ਸਰਕਾਰਾਂ ਨੂੰ ਨੰਬਰਿੰਗ ਦਿੰਦਾ ਕਿ ਕਿਹੜੀ ਸਰਕਾਰ ਵਧੀਆ ਕੰਮ ਕਰਦੀ ਹੈ। ਉਹ ਗੱਲ ਕੁਛ ਵੀ ਹੋਵੇ, ਪਰ ਰਾਜਦੀਪ ਸਰਦੇਸਾਈ ਦੇ ਇਸ ਮਾਮਲੇ ਦੇ ਵਿੱਚ ਦੋਨਾਂ ਧਿਰਾਂ ਨੂੰ ਜ਼ਿੰਮੇਵਾਰ ਠਹਿਰਾਉਣਾ ਕਿ ਕਮਜ਼ੋਰ ਆਪੋਜੀਸ਼ਨ ਪਾਰਟੀਆਂ ਤੇ ਤਾਨਾਸ਼ਾਹ ਸਰਕਾਰ ਇਹ ਵੀ ਲੋਕਤੰਤਰ ਦਾ ਤੇ ਲੋਕਾਂ ਦਾ ਘਾਣ ਹੈ। ਇਹ ਸਾਰੇ ਮਸਲਿਆਂ ਤੋਂ ਪਹਿਲਾਂ ਆਪਾਂ ਥੋੜਾ ਜਿਹਾ ਓਲੰਪਿਕ ਦਾ ਲੇਖਾ ਜੋਖਾ ਕਰਦੇ ਹਾਂ ਤੇ ਉਸ ਤੋਂ ਬਾਅਦ ਫਿਰ ਗੁਰਨਾਮ ਸਿੰਘ ਚੜੂਨੀ ਦੇ ਜਾਂ ਕਿਸਾਨ ਅੰਦੋਲਨ 'ਚ ਜੋ ਆਪਸੀ ਮਤਭੇਦ ਉਭਰੇ ਨੇ ਉਸ ਮੁਤਲਕ ਗੁਰਨਾਮ ਸਿੰਘ ਚੜੂਨੀ ਦੇ ਮਸਲੇ ਦੇ ਮੁਤਲਕ ਜਿਹੜੀਆਂ 2 ਕਮੇਟੀਆਂ ਨੇ ਉਹਨਾਂ ਤੇ ਵੀ ਚਰਚਾ ਕਰਾਂਗੇ। ਤੇ ਉਧਰ ਬਲਜੀਤ ਸਿੰਘ ਦਾਦੂਵਾਲ ਨੂੰ ਵੀ ਚੇਤਾਵਨੀ ਗੁਰਨਾਮ ਸਿੰਘ ਚੜੂਨੀ ਨੇ ਦਿੱਤੀ ਹੈ ਕਿਉਂਕਿ ਦਾਦੂਵਾਲ ਹੁਣ ਦੋਹਰੇ ਟਾਰਗੇਟ ਦੇ ਵਿੱਚ ਆ ਗਏ ਨੇ। ਇੱਕ ਤੇ ਕਿਸਾਨ ਮੋਰਚਾ ਉਹਨਾਂ ਦਾ ਵਿਰੋਧ ਕਰਦਾ, ਸਿੱਖ ਜਥੇਬੰਦੀਆਂ ਆਲਰੇਡੀ ਕਰਦੀਆਂ ਸੀ, ਸੱਤਾਧਾਰੀ ਅਕਾਲੀ ਦਲ ਜਾਂ ਹੋਰ, ਪਰ ਹੁਣ ਦਾਦੂਵਾਲ ਨੇ ਵੀ ਗੁਰਨਾਮ ਸਿੰਘ ਚੜੂਨੀ ਨੇ ਵੀ ਚੇਤਾਵਨੀ ਦੇ ਦਿੱਤੀ ਹੈ ਬਲਜੀਤ ਸਿੰਘ ਦਾਦੂਵਾਲ ਸਿੱਖ ਪ੍ਰਚਾਰਕ ਨੂੰ ਕਿ ਤੁਸੀਂ ਸਾਡੇ ਜਿਹੜੇ ਕਿਸਾਨਾਂ ਤੇ ਪਰਚੇ ਹੋਏ ਨੇ ਉਹ ਪਰਚੇ ਰੱਦ ਕਰਾਉਣ ਦੇ ਵਾਸਤੇ ਆਪਣੀ ਭਾਜਪਾ ਸਰਕਾਰ ਦੇ ਖਿਲਾਫ ਮੋਰਚਾ ਵਿੱਢੋ। ਤੇ ਦਾਦੂਵਾਲ ਵੀ 3 ਪਿੜਾਂ 'ਚ ਇਸ ਦੌਰਾਨ ਫਸ ਗਏ ਨੇ ਤੇ ਜਾਣੀ ਕਿ ਦਾਦੂਵਾਲ ਨੂੰ ਘੇਰਨ ਦੇ ਵਿੱਚ ਗੁਰਨਾਮ ਸਿੰਘ ਚੜੂਨੀ ਵੀ ਅੱਗੇ ਆਏ ਨੇ, ਹਾਲਾਂਕਿ ਉਹ ਆਪ ਇਸ ਸਿਆਸੀ ਮਾਹੌਲ ਦੇ ਵਿੱਚ ਘਿਰੇ ਨੇ। ਪਰ ਉਸ ਤੋਂ ਪਹਿਲਾਂ ਆਪਾਂ ਚਰਚਾ ਕਰਾਂਗੇ ਟੋਕੀਓ ਓਲੰਪਿਕ ਦੇ ਵਿੱਚ ਕਿੱਥੇ ਖੜਿਆ ਭਾਰਤ ਤੇ ਕੀ ਇਸ ਦੇ ਵਿੱਚੋਂ ਨਿਕਲੇਗਾ। ਜੀ ਸੁਰਿੰਦਰ ਜੀ। ਦੇਖੋ ਗੱਲ ਇਹ ਹੈ ਕਿ ਪਾਪੂਲੇਸ਼ਨ 'ਚ ਨੰਬਰ 1 ਤੇ ਮੈਡਲ ਜਿੱਤਣ ਦੇ ਵਿੱਚ ਨੰਬਰ 48, ਠੀਕ ਹੈ, ਇਹ ਸਾਡੀ ਪ੍ਰਾਪਤੀ ਆ, ਠੀਕ ਹੈ। ਚਲੋ ਜੋ ਕੁਛ ਵੀ ਹੈ, ਜੇ ਇੱਕ 골ਡ ਨਾ ਆਉਂਦਾ ਤਾਂ ਫਿਰ ਅਸੀਂ 67ਵੇਂ 68ਵੇਂ ਨੰਬਰ ਤੋਂ ਵੀ ਪਿੱਛੇ ਪਟਕੇ ਹੁੰਦੇ, ਯਾਨੀ ਕਿ ਇਹ ਲਾ ਕੇ ਚੱਲੋ ਕਿ 70ਵੇਂ ਨੰਬਰ ਤੇ ਆਉਂਦੇ। ਪਰ ਆਖਰੀ ਛਣਾ 'ਚ ਆ ਕੇ ਅਮਰੀਕਾ ਵੀ ਜਿਹੜਾ ਉਹ ਬਾਜੀ ਮਾਰ ਗਿਆ। ਚਾਈਨਾ ਜਿਹੜਾ ਐਂਡ ਤੱਕ ਨੰਬਰ 1 ਚੱਲਦਾ ਸੀ, ਆਖਰੀ ਛਣਾ 'ਚ ਆ ਕੇ ਅਮਰੀਕਾ ਨੰਬਰ 1 ਚਲਾ ਗਿਆ। ਚਲੋ 1 ਮੈਡਲ ਦਾ ਫਰਕ ਆ, ਸਾਰਾ ਬਹੁਤਾ ਜ਼ਿਆਦਾ ਨਹੀਂ ਪਿਆ, ਪਰ ਕੁੱਲ ਮਿਲਾ ਕੇ ਉਹ ਨੰਬਰ 1 ਚਲ ਗਿਆ। ਪਰ ਜਿੱਥੋਂ ਤੱਕ ਸਾਡੀ ਸਥਿਤੀ ਦਾ ਸਵਾਲ ਆ, ਸਾਡੀ ਇਹ ਆ ਕਿ ਅਸੀਂ ਨਾ ਤਾਂ ਕੋਈ ਬੂਟਾ ਨਵਾਂ ਲਾਇਆ ਤੇ ਨਾ ਕਿਸੇ ਲੱਗੇ ਨੂੰ ਪਾਣੀ ਪਾਇਆ। ਇਹ ਸਾਡੀ ਕਵੈਤ ਰਹੀ ਆ, ਠੀਕ ਹੈ। ਤੇ ਜਿਹੜੇ ਨੂੰ ਆਪਣੇ ਆਪ ਫਲ ਲੱਗ ਗਏ ਤੇ ਫਿਰ ਅਸੀਂ ਉਹਦੀ ਕੀਮਤ ਪਾਉਣ ਲੱਗ ਗਏ। ਹੁਣ ਅਸੀਂ ਕੀਮਤ ਪਾ ਰਹੇ ਹਾਂ, ਜਿਹਦੀ ਕੀਮਤ ਪਾਉਣ ਲੱਗੇ ਉਹਦੀ ਵੀ ਹੱਦ ਤੋਂ ਜ਼ਿਆਦਾ ਅਸੀਂ ਟਪਾਤੀ। ਠੀਕ ਆ, 골ਡ ਆਇਆ, 골ਡ ਦੀ ਵੀ ਕੋਈ ਕੀਮਤ ਹੋਣੀ ਚਾਹੀਦੀ ਹੈ। ਸਾਰੀਆਂ ਸਰਕਾਰਾਂ, ਚਾਹੇ ਪੰਜਾਬ ਸਰਕਾਰ ਆ, ਚਾਹੇ ਅਲੱਗ-ਅਲੱਗ ਵੱਡੇ ਘਰਾਣੇ ਨੇ, ਸਭ ਤੁਰ ਪਏ। BCCI ਤੁਰ ਪਈ, ਹਰਿਆਣਾ ਸਰਕਾਰ ਤੁਰ ਪਈ, ਸਭ ਮਤਲਬ ਅਲਾਰੂ ਹੋ ਕੇ ਪੈ ਗਏ। ਇਹਨੇ ਇਹ ਲਿਆਂਦਾ, ਉਹ ਲਿਆਂਦਾ। ਗੱਲ ਤੇ ਆ ਕਿ ਜਿਹੜਾ ਲਿਆਂਦਾ ਸੀ ਉਹ ਲਿਆਉਣ ਦੀ ਜ਼ਰੂਰਤ ਕਿਉਂ ਪਈ ਤੇ ਉਹਦੀ ਕਿੰਨੀ ਕੁ ਜ਼ਰੂਰਤ ਸੀ, ਗੱਲ ਉਹਦੇ ਤੇ ਆਉਣਾ ਚਾਹੀਦਾ। ਤੁਸੀਂ ਨਵੇਂ ਬੂਟੇ ਲਾਉਂਦੇ, ਉਹਨਾਂ ਤੇ ਮਿਹਨਤ ਕਰਦੇ, ਉਹਨਾਂ ਦੀ ਮਿਹਨਤ ਕੀਤੀ, ਤੁਹਾਡੀ ਮਿਹਨਤ ਕੀਤੀ ਹੋਈ, ਉਹਨਾਂ ਦੀ ਨੌਕਰੀ ਦਾ, ਰੋਟੀ ਰੋਜੀ ਦਾ ਜੁਗਾੜ ਕੀਤਾ ਹੁੰਦਾ ਤਾਂ ਉਹ ਜੋ ਕੁਝ ਲੈ ਕੇ ਆਉਂਦੇ, ਫਿਰ ਉਹਨਾਂ ਨੂੰ ਕੁਝ ਦੇਣ ਦੀ ਇਹ ਨੌਬਤ ਨਾ ਆਉਂਦੀ। ਉਹਨਾਂ ਤੇ ਇਹ ਖਰਚ ਕਰਦੇ ਸਾਰਾ ਕੁਝ ਕਿ ਨਵੀਂ ਪਨੀਰੀ ਨੂੰ ਅਸੀਂ ਖਿੱਚ ਕੇ ਇੱਥੋਂ ਤੱਕ ਲੈ ਕੇ ਜਾਣਾ, ਪਰ ਬਦਕਿਸਮਤੀ ਨਹੀਂ ਲੈ ਕੇ ਗਏ। ਕੇਵਲ ਤੇ ਕੇਵਲ ਹੁਣ ਜਿਹੜੇ ਆਪਣੇ ਬਲਬੂਤਿਆਂ ਤੇ ਆ ਗਏ, ਠੀਕ ਹੈ। ਹਾਂ, ਨੀਰਜ ਗੁਪਤਾ ਦਾ ਸਵਾਲ ਆ, ਦੇਖੋ ਇਹਦੇ ਚ ਕੋਈ ਦੋ ਰਾਏ ਨਹੀਂ। ਉਹ ਪਾਣੀਪਤ ਤੋਂ ਪੜ੍ਹਿਆ, ਉਹਦੀ ਗ੍ਰੈਜੂਏਸ਼ਨ ਨਹੀਂ ਸੀ ਹੋਈ, ਉਹਨੂੰ ਕਮਿਸ਼ਨ ਮਿਲਿਆ ਸੀ ਆਰਮੀ 'ਚ, ਪਰ ਗ੍ਰੈਜੂਏਸ਼ਨ ਦੇ ਆਰਮ ਕੀ ਕੀਤਾ ਇੰਡੀਆ ਦੇ ਵਿੱਚ ਜਿੰਨੇ ਵੀ ਦੂਸਰਾ ਪਲੇਅਰ ਨੇ ਉਹਨਾਂ ਸਾਰਿਆਂ ਨੂੰ ਇਹ ਆ ਕਿ ਜਿੱਦਾਂ ਫੋਰਨ ਦੇ ਵਿੱਚ ਹੁੰਦਾ ਉਸੇ ਤਰ੍ਹਾਂ ਜਿਹੜੀ ਉਹ ਰਿਲੈਕਸੇਸ਼ਨ ਦਿੱਤੀ ਹੋਈ ਹੈ ਕਿ ਤੁਸੀਂ ਜੁਆਇਨ ਕਰ ਲਿਆ, ਜੁਆਇਨ ਕਰਨ ਤੋਂ ਬਾਅਦ ਜੇ ਤੁਸੀਂ ਦੇਸ਼ ਦੇ ਲਈ ਖੇਡਣਾ ਤੇ ਤੁਹਾਨੂੰ ਸਟੱਡੀ ਲਈ ਤੇ ਖੇਡਣ ਲਈ ਜਿਹੜਾ ਉਹ ਖੁੱਲੀ ਛੁੱਟੀ ਆ। ਇਸ ਕਰਕੇ ਉਹ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦਾ ਮੌਜੂਦਾ ਜਿਹੜਾ ਸਟੂਡੈਂਟ ਆ ਜੇ ਉਹ BA ਕਰ ਰਿਹਾ, ਜਿਹੜਾ ਕਾਂਸੀ ਦਾ ਪਦਕ ਲਾਸਟ ਦਿਨ ਤੇ ਜਿੱਤਿਆ, ਮੈਨੂੰ ਨਾਮ ਨਹੀਂ ਪੂਰਾ ਯਾਦ ਆ ਰਿਹਾ, ਉਹ ਉੱਥੇ MA ਜਿਹੜੀ ਆ ਉਹ ਪਬਲਿਕ ਐਡ ਦੀ ਕਰ ਰਿਹਾ। ਇਹ ਦੋਨੋਂ ਸਟੂਡੈਂਟ ਨੇ। ਈਵਨ ਕਿ ਹਾਕੀ ਦੇ ਜਿਹੜੇ ਪੰਜਾਬ ਵਾਲੇ 10 ਸਟੂਡੈਂਟ ਆਪਣੇ ਪਲੇਅਰ ਸੀ, ਉਹ ਚੋਂ 7 ਜਿਹੜੇ ਉਹ ਵੀ ਉਸ ਯੂਨੀਵਰਸਿਟੀ ਦੇ ਉੱਥੇ ਸਟੂਡੈਂਟ ਨੇ ਪ੍ਰੈਜ਼ੈਂਟ ਜਿਹੜੇ ਆ, ਠੀਕ ਹੈ। ਹੁਣ ਗੱਲ ਤਾਂ ਇਹ ਆ, ਉਹਨਾਂ ਨੂੰ ਚੱਕਿਆ ਕਿੰਨੇ ਉਹਨਾਂ ਲਈ ਪਰਵਰਿਸ਼ ਕੀਤੀ ਆ। ਜੇ ਜਲੰਧਰ ਸਪੋਰਟਸ ਅਕੈਡਮੀ ਦੇ ਵਿੱਚ ਆਏ, ਉੱਥੇ ਉਹਨਾਂ ਨੂੰ ਪੂਰੀ ਸਹੂਲਤ ਨਹੀਂ ਮਿਲੀ। ਹੁਣ
NIS ਆ ਇੱਕ ਪਟਿਆਲੇ ਦੇ ਵਿੱਚ ਆ ਤੇ ਇੱਕ ਅਮਰਾਵਤੀ 'ਚ ਆ, 2 ਜਗ੍ਹਾ ਤੇ ਹੀ ਆ ਨਾ ਪੂਰੇ ਇੰਡੀਆ 'ਚ। ਔਰ ਉੱਥੇ ਵੀ ਪੂਰੀਆਂ ਸਹੂਲਤਾਂ ਨਹੀਂ ਹੈ ਜੀ। ਕਿਹਨੇ ਦੇਣੀਆਂ? ਭਾਰਤ ਸਰਕਾਰ ਦੇ ਅੰਡਰ ਨਾ NIS, ਕਿਸੇ ਸਟੇਟ ਦੇ ਕੋਲੇ ਤਾਂ ਨਹੀਂ ਹੈ। ਤੇ ਜੇ ਉੱਥੇ ਪੂਰੀਆਂ ਸਹੂਲਤਾਂ ਨਹੀਂ ਤਾਂ ਕਿਹਦੀ ਕਮੀ ਕਿਹਦੀ ਆ? ਤੁਸੀਂ ਖੇਡਣ ਚੱਲੇ ਹੋ, ਪੂਰੀ ਦੁਨੀਆ ਦੇ ਵਿੱਚ ਮੱਥਾ ਲਾਉਣ ਚੱਲੇ ਹੋ। ਉਹ ਮੱਥਾ ਲਾਉਣਾ ਤੇ ਤੁਹਾਡੇ ਕੋਲੇ ਜਿਹੜੀ ਮੁੱਢਲੀ ਸਹੂਲਤ ਇੱਕ ਪਲੇਅਰ ਨੂੰ ਦਿੱਤੀ ਜਾਣੀ ਉਹ ਹੀ ਨਹੀਂ ਹੈ। ਖਾਣ ਪੀਣ ਦਾ ਤਾਂ ਬੜਾ ਦੂਰ ਦਾ ਰਿਹਾ, ਹਰ ਬੰਦਾ ਆਪਣਾ ਜੁਗਾੜ ਕਰ ਲੇਗਾ ਆਪਣਾ ਆਪ ਬੈਠ ਕੇ। ਇਸ ਗੱਲ ਨੂੰ ਇਹ ਆ ਕਿ ਇੰਡੀਆ ਇਸ ਗੱਲ ਦਾ ਬੜਾ ਮਾਹਰ ਆ, ਖਾਸ ਕਰਕੇ ਪੰਜਾਬੀ ਤਾਂ ਬਹੁਤੇ ਮਾਹਰ ਨੇ। ਉਹ ਜਿੱਥੇ ਵੀ ਦੇਖਿਆ ਆਪਣਾ ਸਟੋਵ ਜਾਂ ਆਪਣਾ ਚੁੱਲ੍ਹਾ ਬਾਲਣ ਲੱਗੇ ਮਿੰਟ ਨਹੀਂ ਲਾਉਂਦੇ, ਬਾਲ ਕੇ ਆਪਣੇ ਆਪ ਜੋਗਾ ਤਿਆਰ ਕਰ ਲੈਂਦੇ ਆ। ਪਰ ਗੱਲ ਤੇ ਆ ਕਿ ਉਹਦੀ ਜ਼ਰੂਰਤ ਕਿਉਂ ਪਵੇ? ਸਰਕਾਰਾਂ ਦੀ ਕੀ ਜ਼ਿੰਮੇਵਾਰੀ ਆ? ਜਿਸ ਵਿਅਕਤੀ ਨੇ ਦੇਸ਼ ਦੇ ਲਈ ਖੇਡਣਾ, ਦੇਸ਼ ਦੇ ਲਈ, ਦੇਸ਼ ਦਾ ਨਾਮ ਚਮਕਾਉਣਾ, ਤੇ ਉਹਦੇ ਲਈ ਸਹੂਲਤ ਕਿਉਂ ਨਹੀਂ ਹੈ? ਜਿਹੜਾ ਕੁਝ ਹੁਣ ਦੇਣ ਦੀ ਕਵਾਇਦ ਚੱਲ ਰਹੀ ਹੈ, ਜ਼ਰੂਰਤ ਹੀ ਨਾ ਪੈਂਦੀ। ਇਹ ਸਾਰਾ ਕੁਝ ਜਿਹੜਾ ਸੀ ਪਹਿਲਾਂ ਉਹਦੇ ਤੇ ਖਰਚਿਆ ਹੁੰਦਾ ਤੇ ਆਏ ਦਾ ਮਾਣ ਸਨਮਾਨ ਹੁੰਦਾ ਕਿ ਦੇਖੋ ਅਸੀਂ ਤੁਹਾਡੇ ਲਈ ਇਹ ਕੁਝ ਕੀਤਾ ਸੀ। ਉਹ ਵੀ ਕਹਿੰਦਾ ਕਿ ਤੁਸੀਂ ਮੇਰੇ ਲਈ ਕੀਤਾ ਸੀ ਤੇ ਮੈਂ ਆਹ ਫੜੋ 골ਡ ਲੈ ਕੇ ਆਇਆ, ਚੱਕੋ ਮੈਂ ਸਿਲਵਰ ਲੈ ਕੇ ਆਇਆ ਤੇ ਮੈਂ ਬ੍ਰਾਊਨ ਮੈਡਲ ਲੈ ਕੇ ਆਇਆ। ਪਰ ਇੱਥੇ ਹੁਣ ਹਾਲਾਤ ਇਹ ਆ ਕਿ ਪਹਿਲਾਂ ਬੂਟੇ ਪੱਟ ਵੀ ਸੁੱਟ ਦਿੱਤੇ, ਕਿਸੇ ਨੂੰ ਪਾਣੀ ਨਹੀਂ ਪਾਇਆ ਤੇ ਸਾਰਾ ਕੁਝ ਸੁਕਾ ਕੇ ਰੱਖ ਦਿੱਤਾ। ਤੇ ਜੇ ਆਪਣੇ ਆਪ ਕਿਤੇ 2 ਫਲ ਲੱਗ ਗਏ ਆ ਤੇ ਉਹ ਫਲ ਜਿਹੜੇ ਆ ਉਹਨਾਂ ਨੂੰ ਹੁਣ ਸਿਰ ਤੇ ਚੱਕਣਾ, ਇਹ ਵੀ ਕਿਤੇ ਨਾ ਕਿਤੇ ਇਹ ਗਲਤ ਪ੍ਰਥਾ। ਇਹ ਹਰ ਵਾਰ ਭਾਰਤ ਕਰਦਾ, ਇੱਕ ਵਾਰ ਨਹੀਂ ਹਰ ਵਾਰ ਕਰਦਾ। ਠੀਕ ਹੈ, ਹੁਣ ਇੱਕ 골ਡ ਤੇ ਅਸੀਂ ਟੱਪੀ ਜਾ ਰਹੇ ਹਾਂ। ਠੀਕ ਹੈ, ਹਾਕੀ ਆ 41-42 ਸਾਲਾਂ ਦੇ ਬਾਅਦ ਅਸੀਂ ਜਿਹੜੀ ਆ ਉਹਦੇ 'ਚ ਜਿਹੜਾ ਉਹ ਕਾਂਸੀ ਦਾ ਆਪਣਾ ਦੂਸਰਾ ਤਗਮਾ ਮਿਲਿਆ, ਉਸੇ ਨੂੰ ਅਸੀਂ ਕਲਪੀ ਜਾਂਦੇ ਕਿ ਬੱਲੇ ਬੱਲੇ ਕਾਂਸੀ ਜਿੱਤ ਲਿਆ। ਕਾਂਸੀ ਜਿੱਤ ਲਿਆ, ਪਾਪੂਲੇਸ਼ਨ ਵੱਲ ਵੀ ਤੇ ਝਾਤ ਮਾਰੋ। ਸਾਡੀ ਹਾਲਤ ਉਹ ਆ, ਜਿਸ ਪਰਿਵਾਰ ਦੀਆਂ 70 ਜਾਂ 80 ਵੋਟਾਂ ਹੋਣ ਤੇ ਉਹ ਮੈਂਬਰੀ 'ਚ ਖੜਾ ਹੋਵੇ ਤੇ ਵੋਟਾਂ ਉਹਨੂੰ 20 ਪੈਣ, ਭਾਵੇਂ ਉਹ ਜਿੱਤ ਜਵੇ, ਤੇ ਇਹ ਤਾਂ ਸੋਚੋ ਕਿ ਤੁਹਾਡੀਆਂ 50 ਬਾਕੀ ਦੀਆਂ ਕਿੱਥੇ ਗਈਆਂ ਨੇ? 50 ਪਈਆਂ ਨਹੀਂ ਕਿ ਜਾਂ ਤੁਹਾਡੇ ਵਿਰੋਧੀਆਂ ਨੂੰ ਪਈਆਂ ਨੇ? ਉਹਦੇ ਵੱਲ ਤੇ ਨਿਗਾਹ ਮਾਰ ਲੈਣੀ ਚਾਹੀਦੀ ਆ। ਸਿਰਫ ਅਸੀਂ ਇਸੇ ਗੱਲ ਨੂੰ ਤੜਫੀ ਜਾ ਰਹੇ ਕਿ ਬੱਲੇ ਬੱਲੇ ਜੀ 7 ਮੈਡਲ ਆ ਗਏ, 8 ਆ ਗਏ, 9 ਆ ਗਏ, 10 ਆ ਗਏ। ਉਹ ਤਾਂ ਦੇਖੋ ਨਾ, ਜਿਹੜੇ 150 ਲੈ ਗਏ ਉਹਨਾਂ ਨਾਲ ਵੀ ਤੇ ਨਿਗਾਹ ਮਾਰ ਲਓ, ਉਹਨਾਂ ਦੀ ਪਾਪੂਲੇਸ਼ਨ ਕਿੰਨੀ ਕੁ ਆ। ਇਸ ਕਰਕੇ ਕਿਤੇ ਨਾ ਕਿਤੇ ਆ। ਠੀਕ ਆ, 1 ਸਾਲ ਪਛੜ ਕੇ ਹੋਈਆਂ ਨੇ ਖੇਡਾਂ ਤੇ ਅਗਲੀਆਂ ਜਿਹੜੀਆਂ ਉਹਦੇ 'ਚ ਬਹੁਤੀ ਵੇਟ ਨਹੀਂ ਕਰਨੀ ਪੈਣੀ, ਉਹ 3 ਸਾਲ ਬਾਅਦ ਆ ਜਾਣੀਆਂ ਨੇ। ਪਰ ਕੁੱਲ ਮਿਲਾ ਕੇ ਇੱਕ ਗੱਲ ਤੇ ਆ ਕਿ ਕਿਤੇ ਨਾ ਕਿਤੇ ਝਾਤੀ ਮਾਰ ਲੈਣੀ ਚਾਹੀਦੀ ਆ ਕਿ ਅਸੀਂ ਕੇਵਲ ਤੇ ਕੇਵਲ ਸਿਆਸਤ ਕਰਨੀ ਆ, ਸਿਆਸਤ ਤੋਂ ਬਾਹਰ ਨਹੀਂ ਜਾਣਾ। ਬਿਊਰੋਕ੍ਰੇਸੀ ਆ, ਪੋਲੀਟੀਸ਼ੀਅਨ ਆ, ਏਜੰਸੀਆਂ, ਕਾਰਪੋਰੇਟ ਘਰਾਣੇ ਆ, ਸਾਰੇ ਰਲ ਕੇ ਪੂਰੇ ਦੇਸ਼ ਦਾ ਬੇੜਾ ਗਰਕ ਕਰਨ ਤੇ ਤੁੱਲੇ ਹੋਏ ਆ। 150 ਕਰੋੜ ਦੀ ਆਬਾਦੀ ਆ, ਕੀ ਜਿੰਨੀਆਂ ਗੇਮਾਂ ਸੀ ਉਨੀਆਂ ਗੇਮਾਂ 'ਚ ਤੁਸੀਂ ਪਾਰਟਿਸਿਪੇਟ ਵੀ ਨਾ ਕਰ ਸਕੋ? ਲਾਹਨਤ ਆ ਫਿਰ ਦੇਸ਼ ਦੇ ਉੱਤੇ। ਦੇਸ਼ ਨੂੰ ਕੌਣ ਚਲਾ ਰਿਹਾ? ਵਿਦੇਸ਼ ਦੀ ਧਰਤੀ ਤੋਂ ਬੈਠ ਕੇ ਚੱਲਣਾ। ਜਿਸ ਵੇਲੇ ਅੰਗਰੇਜ਼ ਰਾਜ ਕਰਕੇ ਆਏ ਸੀ, ਉਸ ਵੇਲੇ ਵੀ ਅੰਗਰੇਜ਼ਾਂ ਦੀ ਧਰਤੀ ਤੇ ਉਸੇ ਤੇ ਜਾ ਕੇ ਇੱਥੋਂ ਦੀ ਹਾਕੀ ਟੀਮ ਜਿਹੜੀ ਸੀ ਉਹਨਾਂ ਨੂੰ ਹਰਾਤਾ ਸੀ, ਉਹਨਾਂ ਨੂੰ ਦੱਸਤਾ ਸੀ ਕਿ ਅਸੀਂ ਵੀ ਬੈਠੇ ਹਾਂ ਇੱਥੇ, ਸਾਡੀ ਵੀ ਇੱਥੇ ਕੋਈ ਨਾ ਕੋਈ ਹੋਂਦ ਹੈਗੀ ਆ। ਹੁਣ ਗੱਲ ਤੇ ਹੈ ਕਿ ਅਸੀਂ ਵਾਰ-ਵਾਰ ਕੇਵਲ ਤੇ ਕੇਵਲ 1 ਜਾਂ 2 ਗੇਮਾਂ ਦੇ ਵਿੱਚ, 1 ਜਾਂ 2 ਗੇਮਾਂ 'ਚ, ਉਹ 'ਚ ਵੀ ਕਈ ਵਾਰੀ ਅਸੀਂ ਬਿਲਕੁਲ ਹੀ ਲਟਕ ਜਾਂਦੇ, ਸਾਡੇ ਹੱਲੇ ਪੱਲੇ ਕੁਛ ਨਹੀਂ ਹੁੰਦਾ। ਕਿਤੇ ਨਾ ਕਿਤੇ ਸੋਚਣਾ ਪਏਗਾ ਕਿ ਤੁਸੀਂ ਆਪਣੀ ਪਨੀਰੀ ਤਿਆਰ ਕਰੋ। ਤੁਹਾਡੀ ਪਨੀਰੀ ਤਿਆਰ ਕੀਤੀ ਹੋਏਗੀ, ਨਾ ਉਹਦੇ ਫਲ ਗਿਣਨੇ ਪੈਣਗੇ, ਨਾ ਉਸ ਪੌਦੇ ਵੱਲ ਬਹੁਤਾ ਝਾਕਣਾ ਪਏਗਾ। ਜਦੋਂ ਪਨੀਰੀ ਤਿਆਰ ਕੀਤੀ ਹੋਊਗੀ ਪਤਾ ਹੋਏਗਾ ਕਿ ਪਨੀਰੀ ਜਿਹੜੀ ਆ ਚੰਗੀ ਤਰ੍ਹਾਂ ਨਾਲ ਤਿਆਰ ਹੋਈ ਸੀਗੀ ਔਰ ਉਹਦੇ ਬਾਅਦ ਇਸ ਬੂਟੇ ਦੀ ਚੰਗੀ ਪਰਵਰਿਸ਼ ਹੋਈ ਆ। ਹੁਣ ਇਹਦੇ ਤੋਂ ਫਲ ਦੀ ਜਿਹੜੀ ਆਸ ਆ ਉਹ ਆਪਣੇ ਆਪ ਰੱਖਣੀ ਚਾਹੀਦੀ ਆ। ਫੇਰ ਗੱਲ ਕਰੋ ਤੁਸੀਂ। ਹੁਣ ਜਿਹੜਾ ਆਪਣੇ ਆਪ ਬੂਟਾ ਉੱਗਾ ਆ, ਆਪਣੇ ਆਪ ਫਲ ਲੱਗ ਗਿਆ, ਉਹਦੇ ਫਲ ਦੀਆਂ ਫਿਰ ਤਾਰੀਫਾਂ ਕਰਦੇ ਤੇ ਉਹਨਾਂ ਨੂੰ ਜਿਹੜੇ ਆ ਫਿਰ ਹੁਣ ਸਿਰ ਤੇ ਬਿਠਾਉਣ ਦੀ ਕੋਸ਼ਿਸ਼ ਕਰਦੇ ਹੋ। ਪਹਿਲੇ ਵਿਚਾਰੇ ਜਿਹੜੇ ਸੀਗੇ ਉਹਨਾਂ ਨੂੰ ਤੁਸੀਂ ਠੁੱਡੇ ਮਾਰ ਕੇ ਭਜਾਇਆ। ਕਿਹੜੀ ਕਵੈਤ ਲੈ ਕੇ ਭਾਰਤ ਜਿਹੜਾ ਉਹ ਤੁਰਿਆ ਪਿਆ ਵਾ। ਬਿਲਕੁਲ ਬਿਲਕੁਲ। ਗੱਲ ਉਹੀ ਹੈ ਨਾ ਕਿ ਰਾਜਨੀਤੀ ਕਿ ਇਧਰੋਂ ਘੜੇ 'ਚੋਂ ਪਾਣੀ ਭਰਨਾ, ਇਧਰੋਂ ਕੱਢਣਾ, ਘੜੇ 'ਚੋਂ ਘੜਾ ਭਰਨਾ ਚਾਹੀਦਾ। ਪਰ ਗੱਲ ਇਹ ਹੈ ਨਾ ਕਿ ਸਿਰਫ ਉਹ ਰਾਜੀਵ ਗਾਂਧੀ, ਠੀਕ ਹੈ ਉਹ ਵੀ ਹੋਣਾ ਚਾਹੀਦਾ ਸੀ, ਪਰ ਉਹ ਕੋਈ ਐਡਾ ਮੌਕਾ ਨਹੀਂ ਹੈ ਕਿ ਉਹਨੂੰ ਭੰਡਣਾ। ਕਿ ਰਾਜੀਵ ਗਾਂਧੀ ਵਕਤ ਜੁੱਤੇ ਵੀ ਨਹੀਂ ਸੀ ਮਿਲੇ ਖਿਡਾਰੀਆਂ ਨੂੰ, ਤੇ ਹੁਣ ਕੀ ਹੋ ਰਿਹਾ? ਹੁਣ ਖਿਡਾਰੀਆਂ ਨੂੰ ਉਦੋਂ ਜੁੱਤੇ ਨਹੀਂ ਮਿਲੇ, ਹੁਣ ਜੁੱਤੇ ਪਹਿਨਦੇ ਆ। ਜਿਸ ਤਰ੍ਹਾਂ ਰਾਣੀ ਰਾਮਪਾਲ ਹਾਕੀ ਖਿਡਾਰਨਾ, ਉਹਨੇ ਅਫਸੋਸ ਦਾ ਪ੍ਰਗਟਾਵਾ ਕੀਤਾ ਕਿ ਮੇਰੀ ਸਹਿਯੋਗੀ ਟੀਮਮੇਟ ਵੰਦਨਾ ਕਟਾਰੀਆ ਨਾਲ ਜੋ ਕੁਝ ਹੋਇਆ,
ਜਾਤ ਦੇ ਆਧਾਰ ਤੇ ਉਹਨੂੰ ਟਾਰਗੇਟ ਕੀਤਾ ਗਿਆ। ਰੌਸ਼ਨਾਬਾਦ ਪਿੰਡ ਦੇ ਵਿੱਚ, ਭਾਵੇਂ ਪਿੰਡ ਦਾ ਨਾਂ ਰੌਸ਼ਨਾਬਾਦ ਹੈ, ਪਰ ਅਜੇ ਤੱਕ ਰੌਸ਼ਨੀ ਉੱਥੇ ਆਬਾਦ ਖਿੱਤੇ ਦੇ ਵਿੱਚ ਨਹੀਂ ਆਈ। ਹਰਿਦੁਆਰ ਦੇ ਲਾਗੇ ਸਿਰਫ ਜਾਤ ਵਿਸ਼ੇਸ਼ ਕਰਕੇ ਕਿ ਤਾਂ ਇਹ ਜਾਤ ਦੀ ਸੀ, ਇਹਨੇ ਕੀ ਜਿੱਤ ਕੇ ਲਿਆਉਣਾ, ਭਾਈ ਤੁਹਾਡੇ ਵਾਲੀਆਂ ਨੂੰ ਭੇਜ ਦਿੰਦੇ ਉਹ ਜਿੱਤ ਲਿਆਉਣਦੀਆਂ, ਹਨਾ, ਕੋਈ ਡਿਸਟ੍ਰਿਕਟ ਪੱਧਰ ਦੇ ਵੀ ਹੋਵੇ, ਹਨਾ। ਸੋ ਇਸ ਦੌਰਾਨ ਇਹ ਜਿਹੜਾ ਵਰਤਾਰਾ ਵਾਪਰ ਰਿਹਾ ਇਹ ਮੰਦਭਾਗਾ ਕਿ ਅਜੇ ਵੀ ਉਹੀ ਮਨੂਵਾਦ ਦੀਆਂ ਜਿਹੜੀਆਂ ਨੀਹਾਂ ਨੇ ਸਥਿਤੀ ਉੱਥੇ ਹੀ ਖੜੀ ਹੈ। ਇਸ ਦੌਰਾਨ ਜਿਹੜਾ ਕਿਸਾਨ ਇੱਕ ਪਬਲਿਕ ਦਾ ਮੁਹਾਜ ਉੱਠਿਆ, ਇੱਕ ਵੱਡਾ ਆਵਾਮ ਜਿਹੜਾ ਕਿ ਖੇਤੀ ਦੇ ਨਾਲ ਜੁੜਿਆ, ਉਹ ਭਾਵੇਂ ਲੇਬਰ ਕਰਦਾ ਹੈ, ਭਾਵੇਂ ਆੜਤ ਕਰਦਾ ਹੈ, ਹਰ ਵਰਗ ਇਸ ਅੰਦੋਲਨ ਦੇ ਨਾਲ ਜੁੜਿਆ, ਭਾਵੇਂ ਛੋਟਾ ਮੋਟਾ ਸ਼ਾਹੂਕਾਰ ਵੀ ਹੈ, ਕਿਉਂਕਿ ਮੰਡੀਆਂ ਖਤਮ ਹੋ ਰਹੀਆਂ ਨੇ, ਵੱਡੇ ਕਾਰਪੋਰੇਟ ਨੇ ਸਾਰਾ ਕੁਝ ਹੜੱਪ ਜਾਣਾ। ਸੋ ਉਸ ਦੌਰਾਨ ਉੱਥੇ ਝਾੜੂ ਲਾਉਣ ਵਾਲੇ, ਮੰਡੀਆਂ ਦੇ ਵਿੱਚ ਬੋਰੀਆਂ ਸੱਲਣ ਵਾਲੇ, ਮੰਡੀਆਂ ਦੇ ਬਾਹਰ ਢੋ ਢੁਆਈ ਵਾਲੇ, ਛੋਟੇ ਮੋਟੇ ਠੇਲਿਆਂ ਵਾਲੇ, ਜਾਣੀ ਕਿ ਹਰ ਬੰਦਾ ਇਸ ਨਾਲ ਪ੍ਰਭਾਵਿਤ ਹੈ ਤੇ ਹਰ ਬੰਦੇ ਨੇ ਜਾਤ ਵਿਸ਼ੇਸ਼ ਤੋਂ ਉੱਪਰ ਉੱਠ ਕੇ ਇਸ ਅੰਦੋਲਨ ਦੇ ਵਿੱਚ ਆਪਣੀ ਸ਼ਮੂਲੀਅਤ ਰੱਖੀ ਹੈ। ਪਰ ਇਸ ਅੰਦੋਲਨ ਨੂੰ ਬੜੇ ਪਾਸਿਓਂ ਖਤਰਾ, ਅੰਦਰੂਨੀ ਤੌਰ ਤੇ ਖਤਰਾ ਜ਼ਿਆਦਾ ਹੈ, ਬਾਹਰੋਂ ਤੇ ਖਤਰਾ ਜੋ ਹੈ ਉਹਦੇ ਨਾਲ ਸਿੱਝ ਲੈਂਦਾ ਬੰਦਾ। ਹੁਣ ਗੁਰਨਾਮ ਸਿੰਘ ਚੜੂੰਨੀ ਜਿਹੜੇ ਜਥੇਦਾਰ ਬਣੇ ਸੀ ਤੇ ਫਿਰ ਕਿਸੇ ਕਾਰਨ ਮਤਭੇਦ ਹੋ ਗਿਆ ਸੀ, ਜਿਸ ਤਰ੍ਹਾਂ ਉਹਨਾਂ ਨੇ ਪਲਟੀਆਂ ਦਰ ਪਲਟੀਆਂ ਮਾਰੀਆਂ ਨੇ ਤੇ ਉਸ ਸੰਬੰਧੀ ਜਿਹੜੇ ਉਹਨਾਂ ਨੇ ਦੋਸ਼ ਕਿਸਾਨਾਂ ਤੇ ਲਾਏ ਨੇ, ਉਸ ਮੁਤਲਕ ਤੇ ਪੰਜਾਬ ਤੋਂ 4 ਗੁੱਟਾਂ ਦੀ ਮੋਰਚੇ ਦੀ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਸਮੇਤ ਕਿਸਾਨ ਮੋਰਚੇ ਦੇ ਸਾਰੇ ਮਸਲਿਆਂ ਦੇ ਹੱਲ ਵਾਸਤੇ 5 ਮੈਂਬਰਾਂ ਦੀਆਂ 2 ਕਮੇਟੀਆਂ ਬਣਾਈਆਂ ਗਈਆਂ ਨੇ। ਇਹਨਾਂ ਕਮੇਟੀਆਂ ਦੇ ਵਿੱਚ ਇੱਕ ਕਮੇਟੀ ਹਰਿਆਣਾ ਤੇ ਹੋਰਨਾਂ ਯੂਨੀਅਨਾਂ ਨੇ ਜਿਹੜੀਆਂ ਖਾਪਾਂ ਨੇ ਉਹਨਾਂ ਨਾਲ ਤਾਲਮੇਲ ਮਜ਼ਬੂਤ ਕਰੇਗੀ, ਜਾਣੀ ਕਿ ਗੁਰਨਾਮ ਸਿੰਘ ਚੜੂੰਨੀ ਦਾ ਜੋ ਖੱਪਾ ਗੈਪ ਪਿਆ ਉਸ ਤੇ ਚਰਚਾ ਕਰੇਗੀ। ਇੱਕ ਕਮੇਟੀ ਕੌਮੀ ਪੱਧਰ ਤੇ ਮਾਮਲੇ ਦੇਖੇਗੀ, ਜਾਣੀ 2 ਕਮੇਟੀਆਂ, ਇੱਕ ਹਰਿਆਣਾ ਦੇ ਮਸਲੇ ਖਾਪਾਂ ਨਾਲ ਰਾਬਤਾ, ਜੋ ਹਰਿਆਣਾ ਦੇ ਵਿੱਚ ਇਹਨਾਂ ਨੂੰ ਡੈਂਟ ਪਿਆ ਮੋਰਚੇ ਨੂੰ, ਉਹਨੂੰ ਕਵਰ ਕਰੇਗੀ, ਕਿਉਂਕਿ ਜੋਗਿੰਦਰ ਸਿੰਘ ਉਗਰਾਹਾਂ ਆਪਣੇ ਤੌਰ ਤੇ ਕੰਮ ਕਰੀ ਜਾ ਰਿਹਾ ਤੇ ਸੰਯੁਕਤ ਮੋਰਚੇ ਨੇ ਆਪਣੇ ਤੌਰ ਤੇ ਹਰਿਆਣਾ ਦਾ ਮਸਲਾ ਦੇਖਣ ਵਾਸਤੇ ਕਮੇਟੀ ਬਣਾਈ ਹੈ। ਦੂਜੇ ਬੰਨੇ ਜਿਹੜੀ ਕਮੇਟੀ ਬਣੀ ਹੈ 5 ਮੈਂਬਰੀ, ਉਹ ਕੌਮੀ ਮਸਲਾ ਦੇਖੇਗੀ। ਇਹਨਾਂ ਕਮੇਟੀਆਂ ਦਾ ਮੈਂ ਜ਼ਿਕਰ ਕਰਦਿਆਂ ਕਿਸਾਨ ਯੂਨੀਅਨ ਡਕੌਂਡਾ ਦੇ ਬੂਟਾ ਸਿੰਘ ਬੁਰਜਗਿੱਲ ਤੇ ਇਸੇ ਦੌਰਾਨ ਜਿਹੜੇ ਨੇ ਇਸ ਦੀ ਅਗਵਾਈ ਦੇ ਵਿੱਚ ਬੈਠਕ ਹੋਈ, ਜਿਸ ਦੇ ਵਿੱਚ ਗੁਰਨਾਮ ਸਿੰਘ ਚੜੂੰਨੀ ਦਾ ਮਸਲਾ ਵਿਚਾਰਿਆ ਗਿਆ। ਬੂਟਾ ਸਿੰਘ ਨੇ ਦੱਸਿਆ ਕਿ ਹਰਿਆਣਾ ਦੇ ਜਿਹੜੇ ਮਸਲਿਆਂ ਦੀ ਕਮੇਟੀ ਹੈ ਉਸ ਦੇ ਵਿੱਚ 32 ਕਿਸਾਨ ਜਥੇਬੰਦੀਆਂ ਵਾਂਗੇ ਸੂਬੇ ਦੀਆਂ ਯੂਨੀਅਨਾਂ ਖਾਪਾਂ ਦੇ ਵਿਚਾਲੇ ਤਾਲਮੇਲ ਬਿਠਾਉਣ ਦਾ ਇਹ ਕਮੇਟੀ ਕੰਮ ਕਰੇਗੀ। ਤੇ ਇਸੇ ਤਰ੍ਹਾਂ ਜ਼ਿਕਰਯੋਗ ਹੈ ਕਿ ਪੰਜਾਬ ਤੋਂ ਪਗੜੀ ਸੰਭਾਲੋ ਜੱਟਾ ਲਹਿਰ, ਪਗੜੀ ਸੰਭਾਲ ਲਹਿਰ ਦੇ ਸਤਨਾਮ ਸਿੰਘ, ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਗੁਰਪ੍ਰੀਤ ਸਿੰਘ, ਪੰਜਾਬ ਫੈਡਰੇਸ਼ਨ ਗੁਰਦਾਸਪੁਰ ਦੇ ਇੰਦਰਪਾਲ ਤੇ ਕਿਸਾਨ ਯੂਨੀਅਨ ਮਾਝਾ ਦੇ ਗੁਰਮੁਖ ਸਿੰਘ ਹੋਰਾਂ ਨੇ ਵੀ ਸ਼ਮੂਲੀਅਤ ਕੀਤੀ ਹੈ। ਸੋ ਉਹਨਾਂ ਮਸਲਿਆਂ ਨੂੰ ਵਿਚਾਰਨ ਦੇ ਵਾਸਤੇ ਕਿ ਇਹ ਜਿਹੜੇ 4 ਗੁੱਟ ਨਵੇਂ ਆਏ ਨੇ, ਇਹਨਾਂ ਤੇ ਵੀ ਚਰਚਾ ਜਿਹੜੀ ਕੀਤੀ ਜਾਣੀ ਹੈ। ਇਸ ਦੌਰਾਨ ਕੀ ਇਸ ਦਾ ਜਿਹੜਾ ਸੰਪੂਰਨ ਆਧਾਰ ਵੇਖਦੇ ਹੋ? ਗੁਰਨਾਮ ਸਿੰਘ ਚੜੂੰਨੀ ਦੀਆਂ ਪੰਜਾਬ ਦੇ ਵਿੱਚ ਜਿਹੜੀਆਂ ਨੇ ਹੁਲਾਰਾ ਮਿਲਣਾ ਸ਼ੁਰੂ ਹੋ ਗਿਆ। ਦੀਪ ਸਿੱਧੂ ਤੇ ਡਾਕਟਰ ਉਦੋਕੇ ਹੋਰੀ ਇਕੱਠੇ ਹੋਏ ਨੇ, ਨਤਮਸਤਕ ਗੁਰੂ ਘਰ ਹੋਏ ਨੇ, ਉਹਨਾਂ ਨੇ ਵੀ ਜ਼ਿਕਰ ਕੀਤਾ ਗੁਰਨਾਮ ਸਿੰਘ ਚੜੂੰਨੀ ਦੇ ਮਤਭੇਦਾਂ ਦਾ। ਤੇ ਇਸ ਸਾਰੇ ਸਿਲਸਿਲੇ ਵਿੱਚ ਇਹ ਜਿਹੜੀਆਂ 5 ਮੈਂਬਰਾਂ ਕਮੇਟੀਆਂ ਵੀ ਬਣਾਈਆਂ ਨੇ। ਤੇ ਇਸੇ ਦੌਰਾਨ ਅੱਜ ਜਿਹੜੀ ਦਿੱਲੀ ਦੇ ਵਿੱਚ ਕਿਸਾਨ ਜਥੇਬੰਦੀਆਂ ਦੀ ਜੋ ਚੱਲ ਰਹੀ ਹੈ ਸੰਸਦ, ਉਸ ਦੀ ਅਗਵਾਈ ਜਿਹੜੀ ਹੈ ਉਹ ਬੀਬੀਆਂ ਦੇ ਹੱਥ ਹੋਣੀ ਹੈ, ਬੇਭਰੋਸਗੀ ਦਾ ਮਤਾ ਪਾਸ ਕਰਨਾ। ਤੇ ਇਹ ਜਿਹੜੇ 4 ਗਰੁੱਪ ਨੇ ਪੰਜਾਬ ਦੇ, ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ, ਪਗੜੀ ਸੰਭਾਲੋ ਲਹਿਰ ਵਗੈਰਾ, ਇਹ ਮੋਰਚੇ ਦੀ ਬੈਠਕ ਦੇ ਵਿੱਚ ਜਾ ਬੈਠੇ ਸਨ। ਇਹ ਗੁੱਟ ਮੋਰਚੇ ਦਾ ਹਿੱਸਾ ਨਹੀਂ ਸੀ, ਜਿਸ ਕਰਕੇ ਮੀਟਿੰਗ ਦੇ ਵਿੱਚੋਂ ਜਦੋਂ ਇਹਨਾਂ 4 ਗੁੱਟਾਂ ਨੂੰ ਬਾਹਰ ਜਾਣ ਲਈ ਕਿਹਾ ਗਿਆ, ਇਸ ਤੋਂ ਬਾਅਦ ਚੜੂੰਨੀ ਨੇ 22 ਯੂਨੀਅਨਾਂ ਤੇ ਦੋਸ਼ ਲਾਏ ਨੇ। ਸੂਤਰਾਂ ਦੇ ਮੁਤਾਬਕ ਇਹਨਾਂ ਜਥੇਬੰਦੀਆਂ ਦਾ ਜੋ ਮੈਂਬਰ ਨਹੀਂ ਸੀ, 4 ਗੁੱਟ, ਇਹ ਵੀ ਉਹਨਾਂ 'ਚ ਜਾ ਬੈਠੇ। ਉਹਨਾਂ ਦੀ ਮੋਰਚੇ ਦੀ ਮੀਟਿੰਗ ਦੇ ਵਿੱਚ ਇਹ ਵੀ ਕਿਤੇ ਨਾ ਕਿਤੇ ਉਹੀ ਸਟੇਜ ਵਾਲੀ ਕਾਰਵਾਈ ਹੈ ਜਿਹੜੀ ਇਹ 4 ਗੁੱਟ ਉਹਨਾਂ ਦੇ ਵਿੱਚ ਜਾ ਕੇ ਬੈਠੇ ਨੇ। ਹਰਿਆਣਾ ਵਾਲੀ ਜਿਹੜੀ ਕਮੇਟੀ ਹੈ ਉਹ ਟਰਕੀ ਸਿੰਘੂ ਮੋਰਚਿਆਂ ਦੇ ਵਿੱਚ ਬੈਠੀਆਂ ਖਾਪਾਂ ਤੇ ਯੂਨੀਅਨਾਂ ਤੇ ਪੰਜਾਬ ਦੀਆਂ ਜਥੇਬੰਦੀਆਂ ਦੇ ਵੱਲੋਂ ਚੜੂੰਨੀ ਦੇ ਪੰਜਾਬ ਮਿਸ਼ਨ ਬਾਰੇ ਸਖਤ ਇਤਰਾਜ਼ਾਂ ਅਤੇ ਨਵੀਆਂ ਜਥੇਬੰਦੀਆਂ ਨੂੰ ਮੋਰਚੇ ਦੇ ਵਿੱਚ ਸ਼ਾਮਲ ਕਰਨ ਤੋਂ ਪਹਿਲਾਂ ਉਹਨਾਂ ਦੇ ਪਿਛੋਕੜ ਜਾਂ ਸਿਆਸੀ ਸਬੰਧਾਂ ਦੀ ਜਾਂਚ ਕਰਕੇ ਅੱਗੋਂ ਸ਼ਾਮਲ ਕਰਨ ਜਾਂ ਨਾ ਕਰਨ ਦਾ ਸੁਝਾਅ ਦੇਵੇਗੀ। ਇਸ ਕਮੇਟੀ ਦੇ ਵਿੱਚ ਅਭਿਮਨਿਊ, ਜਰਨੈਲ ਸਿੰਘ ਰਤੀਆ, ਜੋਗਿੰਦਰ ਨੈਣ, ਗੁਰਨਾਮ ਸਿੰਘ ਜੱਬਰ ਤੇ ਜਸਵੀਰ ਭੱਟੀ ਸ਼ਾਮਲ ਨੇ। ਕੌਮੀ ਪੱਧਰ ਦੀ ਜਿਹੜੀ ਸੁਰਿੰਦਰਵੀਰ ਕਮੇਟੀ ਬਣਾਈ ਗਈ ਹੈ ਇਸ ਕੌਮੀ ਮਸਲੇ ਨੂੰ ਦੇਖਣ ਦੇ ਵਾਸਤੇ, ਉਹਨਾਂ ਦੇ ਵਿੱਚ ਇੰਦਰਜੀਤ ਸਿੰਘ, ਦਿੱਲੀ ਤੋਂ ਵਰਿੰਦਰ, ਰਾਜੀਵ ਰਾਜੂ ਤੇ ਆਤਮਜੀਤ ਸਿੰਘ, ਬਲਵੀਰ ਸਿੰਘ ਰਾਜੇਵਾਲ ਆਦਿ ਸ਼ਾਮਲ ਨੇ।
ਇਹ ਕਮੇਟੀ ਚੜੂਨੀ ਨਾਲ ਜੁੜੇ ਕੌਮੀ ਪੱਧਰ ਦੇ ਮਸਲੇ ਤੇ ਮੋਰਚੇ ਦੀ ਅਗਲੀ ਰਣਨੀਤੀ ਸਮੇਤ ਸਾਰੇ ਮਸਲੇ ਵਿਚਾਰੇਗੀ। ਕਾਬਲੇ ਜ਼ਿਕਰ ਹੈ ਕਿ ਮੋਰਚੇ ਦੀ ਕੋਸ਼ਿਸ਼ ਹੈ ਕਿ ਗੁਰਨਾਮ ਸਿੰਘ ਚੜੂਨੀ ਦੇ ਨਾਲ ਮਤਭੇਦ ਖਤਮ ਕਰਨ ਦੇ ਲਈ ਸ਼ਾਂਤਮਈ ਤਰੀਕੇ ਨਾਲ ਹੱਲ ਲੱਭਿਆ ਜਾਵੇ। ਸੋ ਇਸ ਸੰਬੰਧੀ ਪ੍ਰੈਸ ਕਾਨਫਰੰਸ ਦੇ ਵਿੱਚ ਬੂਟਾ ਸਿੰਘ ਬੁਰਜਗਿੱਲ ਨੇ ਦੱਸਿਆ ਕਿ ਜਿਹੜੇ ਕਿਸਾਨ ਸੰਸਦ ਦਾ ਅੱਜ ਆਖਰੀ ਦਿਨ ਹੈ ਤੇ ਇਸ ਦਿਨ ਮਹਿਲਾ ਕਿਸਾਨ ਸੰਸਦ ਕੀਤੀ ਜਾਣੀ ਹੈ ਤੇ ਬੇਭਰੋਸਗੀ ਦੇ ਮਤੇ ਨੂੰ ਪਾਸ ਕਰਨ ਦੇ ਲਈ ਅੰਤਮ ਬਹਿਸ ਕੀਤੀ ਜਾਣੀ ਹੈ ਤੇ ਅੱਜ ਦਾ ਸਾਰਾ ਮਸਲਾ ਬੀਬੀਆਂ ਵਿਚਾਰਨਗੀਆਂ। ਤੇ ਇਹ ਜਿਹੜੇ ਅਪਡੇਟ ਹੋਈ ਹੈ 4 ਗੁੱਟਾਂ ਦਾ ਮੋਰਚੇ ਦੀ ਮੀਟਿੰਗ ਦੇ ਵਿੱਚ ਜਾ ਬੈਠਣਾ ਤੇ ਗੁਰਨਾਮ ਸਿੰਘ ਚੜੂਨੀ ਦਾ ਵੱਖਰਾ ਖੇਮਾ ਸ਼ੁਰੂ ਕਰਨ ਦਾ ਰਾਗ ਅਲਾਪਣਾ ਤੇ ਸ਼ੰਭੂ ਮੋਰਚੇ ਵਾਲਿਆਂ ਦਾ ਵੀ ਆਪਣੇ ਤੌਰ ਤੇ ਟੇਢੇ ਤਰੀਕੇ ਨਾਲ ਗੁਰਨਾਮ ਸਿੰਘ ਚੜੂਨੀ ਧੜੇ ਵੱਲ ਨੂੰ ਸਰਗਰਮ ਹੋਣਾ, ਕੀ ਸਾਰੀ ਕਵਾਇਦ ਹੈ ਇਹਦੇ ਤੇ ਪਾਓ ਕਿਰਾਂ ਵਿਸਥਾਰ ਨਾਲ ਰੌਸ਼ਨੀ। ਜੀ ਸੁਰਿੰਦਰ ਜੀ। ਦੇਖੋ ਆਪਾਂ ਅੱਜ ਦੀ ਬੀਬੀਆਂ ਵਾਲੀ ਸੰਸਦ ਤੋਂ ਚੱਲ ਪਈਏ। ਦੇਖੋ ਜਿਹੜੀ ਉਹ ਪਹਿਲੇ ਦਿਨ ਤੋਂ ਹੀ ਕਿਸਾਨਾਂ ਨੇ ਡਿਸਾਈਡ ਕਰ ਲਿਆ ਸੀ ਕਿ ਸਾਨੂੰ 9 ਤਰੀਕ ਤੱਕ ਦੀ ਪਰਮਿਸ਼ਨ ਮਿਲੀ ਹੋਈ ਆ ਤੇ 9 ਤਰੀਕ ਜਿਹੜਾ ਲਾਸਟ ਦਿਨ ਇਹਨਾਂ ਬੀਬੀਆਂ ਲਈ ਮਿਥਿਆ ਹੋਇਆ ਸੀ। ਇਹਨਾਂ ਕੋਲ 2 ਦਿਨ ਰੱਖੇ ਸੀ, ਇੱਕ ਦਿਨ ਬੀਬੀਆਂ ਦੀ ਸੰਸਦ ਜਿਹੜੀ ਉਹ ਪਹਿਲਾਂ ਹੋ ਚੁੱਕੀ ਤੇ ਦੂਸਰਾ ਦਿਨ ਜਿਹੜਾ ਉਹ 9 ਵਾਲਾ ਸੀਗਾ। ਠੀਕ ਆ, ਮਤਲਬ ਕੁੱਲ ਮਿਲਾ ਕੇ ਬੀਬੀਆਂ ਦੀ ਸੰਸਦ ਜਿਹੜੀ ਆ ਉਹ ਬੇਭਰੋਸਗੀ ਦਾ ਜਿਹੜਾ ਮਤਾ ਪਾਸ ਕਰੂਗੀ। ਯਾਨੀ ਕਿ ਬੀਬੀਆਂ ਇਹ ਕਹਿ ਦੇਣਗੀਆਂ ਕਿ ਭਾਈ ਤੂੰ ਨਲਾਇਕ ਆ, ਤੂੰ ਘਰ ਦਾ ਕੰਮ ਕਰਨ ਦੇ ਲਾਇਕ ਨਹੀਂ ਆ ਤੇ ਚੱਲ ਨਿਕਲ ਬਾਹਰ, ਤੇਰੀ ਇੱਥੇ ਕੋਈ ਜ਼ਰੂਰਤ ਨਹੀਂ, ਅਸੀਂ ਚੌਂਕਾ ਚੁੱਲ੍ਹਾ ਵੀ ਸਾਂਭ ਲਾਂਗੇ ਤਾਂ ਅਸੀਂ ਬਾਹਰ ਵੀ ਸਾਰਾ ਕੁਝ ਸਾਂਭ ਲਾਂਗੇ। ਯਾਨੀ ਕਿ ਕਿਤੇ ਨਾ ਕਿਤੇ ਰਣਨੀਤੀ ਜਿਹੜੀ ਆ ਸੰਯੁਕਤ ਕਿਸਾਨ ਮੋਰਚੇ ਨੇ ਬੜੀ ਤਰੀਕੇ ਦੇ ਨਾਲ ਨਿਭਾਈ ਹੈ। ਜਦੋਂ ਬੀਬੀਆਂ ਬੇਭਰੋਸਗੀ ਦਾ ਮਤਾ ਲੈ ਕੇ ਆਉਣਗੀਆਂ, ਇਹਦਾ ਪੂਰੀ ਦੇਸ਼ ਦੇ ਵਿੱਚ ਇੱਕ ਮੈਸੇਜ ਜਿਹੜਾ ਖਾਸ ਕਰ ਔਰਤਾਂ ਨੂੰ ਜਾਏਗਾ। ਠੀਕ ਹੈ, ਔਰਤਾਂ ਜਦੋਂ ਬਗਾਵਤ ਕਰ ਗਈਆਂ ਪੂਰੇ ਦੇਸ਼ ਦੇ ਵਿੱਚ ਤੇ ਫਿਰ ਇਹ ਸਰਕਾਰ ਜਿਹੜੀ ਆ ਮੌਜੂਦਾ ਇਹਦਾ ਬੋਰੀ ਬਿਸਤਰਾ ਸੌਖਾ ਗੋਲ ਹੋ ਜਾਏਗਾ। ਇੱਕ ਬੜੀ ਵੱਡੀ ਰਣਨੀਤੀ ਆ ਜਿਹਦੇ ਤਹਿਤ ਇਹ ਫੈਸਲਾ ਜਿਹੜਾ ਲਿਆ ਗਿਆ ਵਾ। ਠੀਕ ਹੈ, ਹੁਣ ਇੱਕ ਗੱਲ ਇੱਥੋਂ ਸਪਸ਼ਟ ਹੋ ਗਈ, ਇਹਦੇ ਬਾਅਦ ਨਾ ਹੋਰ ਪਰਮਿਸ਼ਨ ਮਿਲੇਗੀ ਤੇ ਨਾ ਇਹਦੇ ਬਾਅਦ ਕਿਸਾਨਾਂ ਦੀ ਸੰਸਦ ਹੋਏਗੀ। ਬਾਕੀ 4 ਦਿਨ ਜਿਹੜਾ ਉਹ ਲੋਕ ਸਭਾ ਤੇ ਰਾਜ ਸਭਾ ਦਾ ਸੈਸ਼ਨ ਕਿੱਦਾਂ ਚੱਲਦਾ ਕਿੱਦਾਂ ਨਹੀਂ ਉਹ ਬਾਅਦ ਦੀ ਗੱਲ ਆ, ਪਰ ਅੱਜ ਇਹ ਗੱਲ ਸਪਸ਼ਟ ਆ ਕਿ ਕਿਸਾਨਾਂ ਦੀ ਸੰਸਦ ਦਾ ਅੱਜ ਆਖਰੀ ਦਿਨ ਆ। ਇਹਦੇ ਬਾਅਦ ਇਹ ਵਾਵੇਲਾ ਵੀ ਨਹੀਂ ਕਰਨਗੇ ਨਾ ਜਾਣਗੇ ਵੀ, ਕਿਉਂਕਿ ਇਹਨਾਂ ਨੂੰ ਪਰਮਿਸ਼ਨ ਅੱਜ ਤੱਕ ਦੀ ਸੀ। ਪਰ ਕੁੱਲ ਮਿਲਾ ਕੇ ਫੈਸਲਾ ਜਿਹੜਾ ਉਹ ਠੀਕ ਲਿਆ ਗਿਆ। ਹੁਣ ਆ ਜਾਈਏ ਜਿੱਥੋਂ ਤੱਕ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਦਾ ਸਵਾਲ ਆ। ਦੇਖੋ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਚੱਲ ਰਹੀ ਸੀ, ਜਿਹੜੀਆਂ ਤੁਸੀਂ 4 ਧਿਰਾਂ ਦਾ ਨਾਂ ਲਿਆ, ਇਹ 4 ਧਿਰਾਂ ਕਦੀ ਵੀ ਪੰਜਾਬ ਦੀਆਂ 32 ਜਥੇਬੰਦੀਆਂ ਨਾਲ ਨਹੀਂ ਮਿਲੀਆਂ। ਨਾ ਇਹਨਾਂ ਨੇ ਪੰਜਾਬ 'ਚ ਸੰਘਰਸ਼ ਕੀਤਾ ਤੇ ਨਾ ਕਿਤੇ ਹੋਰ ਕੀਤਾ। ਠੀਕ ਹੈ, ਪਿਛਲੇ ਦਿਨਾਂ 'ਚ ਇਹਨਾਂ 'ਚ ਜਿਹੜੇ ਮਾਝੇ ਵਾਲੇ ਸੀ ਉਹ ਇੱਕ ਕਾਫਲਾ ਲੈ ਕੇ ਤੁਰੇ ਸੀ। ਉਦੋਂ ਗੁਰਨਾਮ ਸਿੰਘ ਚੜੂਨੀ ਉਹਨਾਂ ਦਾ ਕਾਫਲਾ ਤੋਰਨ ਆਇਆ ਸੀ। ਉਹ ਪਹਿਲੀ ਵਾਰ ਸੀਗਾ ਕਿ ਉਹ ਦਿੱਲੀ ਨੂੰ ਤੁਰੇ ਸੀ। ਉਦੋਂ ਤੱਕ ਉਹਨਾਂ ਦੀ ਪਿਛਲੇ 1 ਸਾਲ ਤੋਂ ਵੱਧ ਸਮਾਂ ਹੋ ਗਿਆ ਜਦੋਂ ਤੋਂ ਇਹ ਕਿਸਾਨੀ ਅੰਦੋਲਨ ਚੱਲਦਾ, ਇਹਨਾਂ 4 ਜਥੇਬੰਦੀਆਂ ਦੀ ਉੱਚ ਕੋਈ ਸ਼ਮੂਲੀਅਤ ਨਹੀਂ ਸੀ। ਠੀਕ ਹੈ, ਹੁਣ ਗੁਰਨਾਮ ਸਿੰਘ ਚੜੂਨੀ ਆ ਗਿਆ। ਆਪਾਂ ਨੂੰ ਪਤਾ ਵੀ ਜਿਹੜੇ ਮਾਝੇ ਵਾਲੇ ਉਹਨਾਂ ਦੀ ਕਵਾਇਦ ਜਿਹੜੀ ਆ ਉਹਨਾਂ ਨੇ ਸੋਸ਼ਲ ਮੀਡੀਆ ਤੇ ਜਿਸ ਤਰ੍ਹਾਂ ਲੋਕ ਅਧਿਕਾਰ ਲਹਿਰ ਨੇ ਚਲਾਇਆ ਹੋਇਆ, ਇਸੇ ਤਰ੍ਹਾਂ ਉਹਨਾਂ ਨੇ ਵੀ ਆਪਣਾ ਸਿਸਟਮ ਚਲਾਇਆ ਵੀ ਅਸੀਂ ਇੱਥੇ ਚੋਣਾਂ 'ਚ ਕੁੱਦਣਾ। ਠੀਕ ਹੈ, ਉਹ ਹੁਣ ਚੋਣਾਂ 'ਚ ਕੁੱਦਣਾ ਤੇ ਉਹਨੂੰ ਕਿਸਾਨ ਆਗੂਆਂ ਨੂੰ ਵੀ ਪਤਾ ਸੀ। ਦੂਸਰੀ ਗੱਲ, ਉਹਨਾਂ ਦੇ ਮਗਰ ਬਹੁਤਾ ਕੁਛ ਲਾਮ ਲਸ਼ਕਰ ਨਹੀਂ ਹੈ। ਠੀਕ ਹੈ, ਜੋ ਲਾਮ ਲਸ਼ਕਰ ਨਾ ਹੋਵੇ ਤਾਂ ਬਹੁਤੀ ਪੁੱਛ ਪ੍ਰਤੀਤੀ ਜਿਹੜੀ ਉਹ ਨਹੀਂ ਹੋਇਆ ਕਰਦੀ। ਠੀਕ ਆ, ਪਗੜੀ ਸੰਭਾਲ ਜੱਟਾ ਜਿਹੜੀ ਆ ਇਹ ਦੁਆਬੇ ਦੇ ਵਿੱਚ ਆ, ਉਹ ਵੀ ਗਿਣਤੀ ਦੇ ਬੰਦੇ, ਉਹਨਾਂ ਨਾਲ ਕੋਈ ਬਹੁਤਾ ਕੁਛ ਨਹੀਂ ਆ। ਹੁਣ ਇਹ 4 ਜਥੇਬੰਦੀਆਂ ਨੇ, ਹੁਣ ਗਲਤੀ ਕਿਹਦੀ ਆ? ਗੁਰਨਾਮ ਸਿੰਘ ਚੜੂਨੀ ਦੀ ਹੈ। ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਚੱਲ ਰਹੀ, ਆਪ ਨਹੀਂ ਗਏ, 4 ਬੰਦਿਆਂ ਨੂੰ ਭੇਜਤਾ ਕਿ ਤੁਸੀਂ ਜਾ ਕੇ ਮੀਟਿੰਗ 'ਚ ਬੈਠ ਜਾਓ। ਇਹ ਕਦੀ ਹੁੰਦਾ ਕਿ 4 ਬੰਦੇ ਭੇਜ ਦੋ ਜਾ ਕੇ ਕਹੋ ਮੀਟਿੰਗ 'ਚ ਬੈਠ ਜਾਓ? ਉਹ ਤੇ ਸਭ ਤੋਂ ਪਹਿਲਾਂ ਜੋਗਿੰਦਰ ਯਾਦਵ ਬੋਲਿਆ, ਉਹਨਾਂ ਕਿਹਾ ਵੀ ਸਾਡੀ ਮੀਟਿੰਗ ਚੱਲ ਰਹੀ, ਤੁਸੀਂ ਸੰਯੁਕਤ ਕਿਸਾਨ ਮੋਰਚੇ ਦਾ ਹਿੱਸਾ ਨਹੀਂ ਹੋ, ਇਸ ਕਰਕੇ ਤੁਸੀਂ ਇਹਦੇ 'ਚ ਨਾ ਬੈਠੋ। ਫਿਰ ਅਖੀਰ ਆਪਣਾ ਬੂਟਾ ਸਿੰਘ ਬੁਰਜਗਿੱਲ ਨੇ ਮੁੱਦਾ ਚੱਕਿਆ। ਉਹ ਕਹਿੰਦੇ ਗਲਤ ਗੱਲ ਆ, ਇਹ ਕੰਮ ਨਾ ਕਰੋ, ਤੁਸੀਂ ਬਾਹਰ ਜਾਓ। ਉਹਨਾਂ ਨੂੰ ਬਾਹਰ ਕੱਢਿਆ। ਉਹਨਾਂ ਆ ਕੇ ਗੁਰਨਾਮ ਸਿੰਘ ਚੜੂਨੀ ਦੱਸਿਆ, ਗੁਰਨਾਮ ਸਿੰਘ ਚੜੂਨੀ ਵੜ ਗਿਆ ਜਾ ਕੇ, ਕਹਿੰਦਾ ਜੀ ਤੁਸੀਂ ਇਹਨਾਂ ਨੂੰ ਬਾਹਰ ਕਿਉਂ ਕੱਢਿਆ? ਇਹ ਵੀ ਕਿਸਾਨ ਨੇ। ਉਹ ਕਹਿੰਦੇ ਜੇ ਕਿਸਾਨ ਨੇ ਤੇ ਪਿਛਲੇ 1 ਸਾਲ ਤੋਂ ਵੱਧ ਸਮਾਂ ਹੋ ਗਿਆ ਜਦੋਂ ਤੋਂ ਪੰਜਾਬ ਤੋਂ ਚੱਲੇ ਹੋਏ ਆ, ਇਹ ਉਦੋਂ ਦੇ ਕਿੱਥੇ ਸੀ? ਕਹਿੰਦਾ ਜੀ ਲੋਕਾਂ ਨੂੰ ਜੋੜਨਾ ਚਾਹੀਦਾ। ਉਹ ਕਹਿੰਦਾ ਜੋੜਨਾ ਤੇ ਚਾਹੀਦਾ, ਫਿਰ ਸੰਘਰਸ਼ 'ਚ ਬੈਠੇ ਨੇ ਲੋਕ, ਬੈਠਣ, ਇਹ ਵੀ ਸੜਕ ਤੇ ਬੈਠਣ, ਪਰ ਇਹ ਆ ਕਿ ਇਹ ਮੀਟਿੰਗ ਦਾ ਹਿੱਸਾ ਨਹੀਂ ਹੋਣਗੇ। ਮੀਟਿੰਗ ਦਾ ਹਿੱਸਾ ਬਣਨਾ ਤਾਂ ਉਹਦੇ ਲਈ ਸੰਘਰਸ਼ ਕਰਨਾ ਪੈਣਾ, ਫਿਰ ਤੁਸੀਂ ਮੀਟਿੰਗ ਦਾ ਹਿੱਸਾ ਬਣੋਗੇ। ਏਦਾਂ ਨਹੀਂ ਬਣ ਸਕਦੇ। ਇਹ ਆਪਣਾ ਉੱਥੇ ਦਮਖਮ ਦਿਖਾਉਣਾ ਚਾਹੁੰਦਾ ਸੀ ਵੀ ਹਰਿਆਣੇ 'ਚ ਤਾਂ ਦਮਖਮ ਦਿਖਿਆ ਨਹੀਂ, ਤਾਂ ਪੰਜਾਬ ਵਾਲਿਆਂ ਨੂੰ ਲਿਜਾਓ, 5-7 ਹੋਰ ਇਕੱਠੇ ਕਰੋ, ਉੱਥੇ ਆਪਣਾ ਗਰੁੱਪ ਬਣਾਵਾਂ। ਗਰੁੱਪ ਨਹੀਂ ਬਣ ਸਕਿਆ।
ਅਖੀਰ ਇਹ ਜੋ ਕੁਝ ਹੋਇਆ ਇਹ ਸਾਰਾ ਕੁਝ ਇਸ ਤਾਣੀ ਤੋਂ ਵਿਗੜਿਆ ਕਿ ਗੁਰਨਾਮ ਸਿੰਘ ਚੜੂਨੀ ਵਾਰ-ਵਾਰ ਕਦੀ ਮੈਂ ਚੋਣ ਲੜਨੀ ਆ ਕਦੀ ਨਹੀਂ ਲੜਨੀ, ਫੇਰ ਚੱਲ ਗਿਆ। ਪਹਿਲਾਂ ਇਹਨਾਂ ਨੇ ਇੱਕ ਵਾਰੀ ਰਾਕੇਸ਼ ਟਕੈਤ ਦੇ ਵਿਰੁੱਧ ਵੀ ਇੱਕ ਸਟੇਟਮੈਂਟ ਦਿੱਤੀ ਸੀ, ਮੁੜ ਕੇ ਦੂਜੇ ਦਿਨ ਰਾਕੇਸ਼ ਟਕੈਤ ਨਾਲ ਗਾਜੀਪੁਰ ਬਾਰਡਰ ਜਿਹੜਾ ਸੀ ਉਹਦੇ ਤੇ ਉਹ ਸਟੇਜ ਸਾਂਝੀ ਕਰਕੇ ਬੈਠਾ ਸੀਗਾ। ਇਸ ਕਰਕੇ ਗੁਰਨਾਮ ਸਿੰਘ ਚੜੂਨੀ ਵੀ ਨਾ ਬਹੁਤ ਰੂਪੀਆਂ ਵਾਲਾ ਕੰਮ ਕਰ ਰਿਹਾ, ਉਹਦਾ ਕੋਈ ਪਤਾ ਨਹੀਂ ਲੱਗਦਾ ਕਦੋਂ ਕਿੱਧਰ ਚੱਲ ਜਾਣਾ, ਕੀ ਆ ਕੀ ਨਹੀਂ। ਮਤਲਬ ਜਿੱਦਾਂ ਬੰਦਾ ਹੜਬੜਾਇਆ ਹੁੰਦਾ ਨਹੀਂ ਉਸ ਤਰੀਕੇ ਨਾਲ ਚੱਲ ਰਿਹਾ। ਇਹ ਜਿਸ ਤਰ੍ਹਾਂ ਜਿਹੜੀ ਕਵੈਤ ਚਲਾਈ ਸੀ 25 ਨਵੰਬਰ ਵਾਲੀ ਉਹ ਵੀ ਇਹਨੇ ਪਿਛਲੇ ਸਾਲ ਗਲਤ ਚਲਾਈ ਸੀ। ਜਦੋਂ ਕੀ ਲੱਗਦਾ ਸੁਰਿੰਦਰ, ਇੱਕ ਸੈਕਿੰਡ ਮੈਂ ਰੋਕਾਂਗਾ, ਜਿਸ ਤਰ੍ਹਾਂ ਇਹ 4 ਜਿਹੜੇ ਗਰੁੱਪ ਨੇ ਉੱਥੇ ਜਾ ਕੇ ਬੈਠੇ ਨੇ, ਕੀ ਇਹਨਾਂ ਨੂੰ ਪੰਜਾਬ ਤੋਂ ਜਿਵੇਂ ਚੜੂਨੀ ਨੇ ਤੋਰਿਆ ਫਿਰ ਇਹ ਰੌਲਾ ਪਾਉਣ ਦੇ ਲਈ ਉੱਥੇ ਬਿਠਾਏ ਗਏ ਨੇ ਜਾਂ ਆਪਣਾ ਸ਼ਕਤੀ ਪ੍ਰਦਰਸ਼ਨ ਇਹ ਕਰ ਰਿਹਾ ਇਸ ਮਾਮਲੇ ਦੇ ਵਿੱਚ ਜ਼ੋਰ ਜ਼ਬਰਦਸਤੀ? ਉਹੀ ਜਿਵੇਂ 25 ਤਾਰੀਖ ਨੂੰ ਇਹਨਾਂ ਨੇ 25 ਜਨਵਰੀ ਨੂੰ ਸਟੇਜ ਤੇ ਕਬਜ਼ਾ ਕੀਤਾ ਸੀ, ਕਿ ਉਸੇ ਕਵੈਤ ਵੱਲ ਨੂੰ ਇਹ ਕਹਾਣੀ ਜਾ ਰਹੀ ਹੈ ਅੱਗੇ ਚੱਲ ਕੇ ਕੋਈ ਮਤਭੇਦ ਇਹਨਾਂ ਦੇ ਵਿੱਚ ਉਭਰਨਗੇ? ਜੀ ਦੇਖੋ ਗੁਰਨਾਮ ਸਿੰਘ ਚੜੂਨੀ ਜਿਹੜਾ ਕੁਝ 26 ਜਨਵਰੀ ਨੂੰ ਵਾਪਰਿਆ ਸੀ ਉਹਦੀ ਸਪੋਰਟ ਸ਼ੁਰੂ ਤੋਂ ਕਰਦਾ ਤੁਰਿਆ ਆ ਰਿਹਾ। ਠੀਕ ਹੈ, ਗੁਰਨਾਮ ਸਿੰਘ ਚੜੂਨੀ ਸ਼ੁਰੂ ਤੋਂ ਇਹ ਕਹਿੰਦਾ ਸੀ ਸਾਨੂੰ ਸਖਤ ਪ੍ਰੋਗਰਾਮ ਦੇਣਾ ਚਾਹੀਦਾ, ਸਖਤ ਪ੍ਰੋਗਰਾਮ ਦਿਓ ਕਿਉਂਕਿ ਲੋਕ ਸਖਤ ਪ੍ਰੋਗਰਾਮ ਚਾਹੁੰਦੇ ਆ। ਠੀਕ ਹੈ, ਹੁਣ ਉਹ ਸਖਤ ਪ੍ਰੋਗਰਾਮ ਜਿਹੜਾ ਸੀ ਇਹ ਵਾਰ-ਵਾਰ ਸੰਸਦ ਮਾਰਚ ਦੀ ਗੱਲ ਕਰਦਾ ਸੀ। ਸੰਸਦ ਮਾਰਚ ਦੇ ਲਈ ਜਿਹੜਾ ਸਰਜੀਤ ਸਿੰਘ ਫੂਲ ਵਾਲਾ ਧੜਾ ਸੀ ਉਹਦੇ ਨਾਲ ਜਿਹੜੀ ਨੌਜਵਾਨਾਂ ਦੀ ਜਥੇਬੰਦੀ ਸੀ ਉਹਨਾਂ ਰਲ ਕੇ ਸਾਰੇ ਜਿਹੜੇ ਆਗੂ ਸੀ ਉਹਨਾਂ ਨੂੰ ਘੇਰਿਆ ਵੀ ਸੀਗਾ, ਉਹ ਸਭ ਦੇ ਸਾਹਮਣੇ ਆ, ਪਰ ਉੱਥੇ ਵੀ ਉਹਨਾਂ ਦੀ ਮੁਕਤ ਨਹੀਂ ਪਈ। ਹੁਣ ਇਹ ਵਾਰ-ਵਾਰ ਸਟੇਟਮੈਂਟ ਦਿੱਤਾ ਸੀ, ਉਹਨਾਂ ਨੇ ਕਿਹਾ ਕਿ ਜਾਵਾਂਗੇ, ਜਾਣ ਲਈ ਉਹਨਾਂ 200 ਦਾ ਜਦੋਂ ਗਿਣਤੀ ਮਿਲ ਦਿੱਤੀ ਫਿਰ ਗੁਰਨਾਮ ਸਿੰਘ ਚੜੂਨੀ ਨੂੰ ਹੱਥਾਂ ਪੈਰਾਂ ਦੀ ਪੈ ਗਈ ਕਿ 200 ਦੀ ਗਿਣਤੀ ਮਿਲ ਦਿੱਤੀ ਹੈ 200 ਤੋਂ ਵੱਧ ਨਹੀਂ ਜਾਣਾ। ਉਹਨਾਂ ਨੂੰ ਵੀ ਪਤਾ ਸੀ ਵੱਧ ਲੈ ਗਿਆ ਤੇ ਸਾਡੇ ਤੋਂ ਕੰਟਰੋਲ ਨਹੀਂ ਹੋਣਾ। ਦੂਸਰੀ ਗੱਲ, ਜੇ 200 ਤੋਂ ਵੱਧ ਲੈ ਜਾਓਗੇ ਤੇ ਤੁਸੀਂ 11 ਵਜੇ ਤੋਂ ਲੈ ਕੇ 5 ਵਜੇ ਤੱਕ ਤੁਹਾਡੇ ਕੋਲ 6 ਘੰਟੇ 1 ਘੰਟਾ ਤੁਸੀਂ ਉਹਦੇ ਚੋਂ ਲੰਚ ਟਾਈਮ ਕਰ ਲਿਆ। ਠੀਕ ਹੈ, 5 ਘੰਟੇ ਬਚਦੇ ਨੇ। 5 ਘੰਟਿਆਂ 'ਚ ਕੀ ਕਰੋਗੇ? 5 ਘੰਟਿਆਂ 'ਚ ਕੀ 200 ਬੰਦੇ ਨੂੰ 2-2 4-4 ਮਿੰਟ ਦਾ ਟਾਈਮ ਦੇ ਕੇ ਤੁਹਾਡੀ ਮਸਾਂ ਕਾਰਵਾਈ ਚੱਲਣੀ ਆ? ਇਹ ਏਡਾ ਸੌਖਾ ਕੰਮ ਥੋੜੀ ਆ। ਜੇ ਤੁਸੀਂ 500 ਲੈ ਜਾਓਗੇ ਕਿੱਦਾਂ ਉਹਨਾਂ ਨੂੰ ਸਭ ਨੂੰ ਬੋਲਣ ਦਾ ਟਾਈਮ ਦੇ ਦਿਓ, ਕਿਉਂਕਿ ਜਿਹੜਾ ਲਿਜਾਓਗੇ ਉਹ ਤਕਰੀਬਨ ਸਾਰੇ ਲੀਡਰ ਟਾਈਪ ਹੋਣਗੇ। ਹਰ ਜਥੇਬੰਦੀ ਤੋਂ 3-3 ਮੈਂਬਰ ਲਏ ਗਏ ਪੰਜਾਬ 'ਚੋਂ ਸਾਰੇ। ਹੁਣ ਜਿਹੜੀ ਵੀ 15 ਕੁ ਦਿਨ ਦੀ ਕਵੈਤ ਚੱਲੀ ਆ ਉਹਦੇ 'ਚ 3-3 ਗਏ। ਇੱਕ ਯੂਨੀਅਨ ਦੇ ਕਿੰਨੇ ਕੋ ਗਏ? ਕਿਸੇ ਦੇ 40 ਗਏ, ਕਿਸੇ ਦੇ 45 ਗਏ ਹੋਣਗੇ, ਇੰਨੇ ਕੋ ਗਏ, ਇਸ ਤੋਂ ਵੱਧ ਨਹੀਂ ਜਾ ਸਕੇ। ਔਰ ਇੰਨੇ ਕੋ ਤਾਂ ਹਰ ਬੰਦੇ ਦੇ ਕੋਲੇ ਡਿਸਟ੍ਰਿਕਟ ਲੈਵਲ ਦਾ ਵੀ ਬੰਦਾ ਭੇਜੂਗਾ, 2-2 ਬੰਦੇ ਭੇਜੂਗਾ ਤਾਂ ਯੂਨੀਅਨ ਕੋਲੇ ਇੰਨੇ ਲੀਡਰ ਬਣ ਜਾਂਦੇ ਆ। ਇਹ ਕਦੇ ਛੋਟਾ ਕੰਮ ਥੋੜੀ ਸੀ। ਇਸ ਕਰਕੇ ਗੁਰਨਾਮ ਸਿੰਘ ਚੜੂਨੀ ਜਾਣ ਬੁੱਝ ਕੇ ਕਰਦਾ ਸੀਗਾ। ਵਾਰ-ਵਾਰ ਜੋ ਕੁਝ ਹੋ ਰਿਹਾ ਸੀ ਉਹ ਗਲਤ ਸੀ। ਹੁਣ ਰਹੀ ਗੱਲ ਜਿਹੜੇ 4 ਜਥੇਬੰਦੀਆਂ ਉੱਤੇ ਭੇਜੀਆਂ ਗਈਆਂ, ਉਹ ਜਥੇਬੰਦੀਆਂ ਦਾ ਜਦੋਂ ਹੁਣ ਤੱਕ ਕੋਈ ਇਸ ਮੋਰਚੇ ਨਾਲ ਸੰਬੰਧ ਹੀ ਨਹੀਂ ਸੀ ਤਾਂ ਫਿਰ ਹੁਣ ਕਿਉਂ ਗਈਆਂ? ਜਿਸ ਵੇਲੇ ਨਾ ਪੰਜਾਬ ਦੀਆਂ 32 ਜਥੇਬੰਦੀਆਂ ਇਕੱਠੀਆਂ ਕੀਤੀਆਂ, ਪਹਿਲਾਂ 29 ਕੀਤੀਆਂ, ਫਿਰ ਉਹ 32 ਹੋਈਆਂ। ਪ੍ਰੇਮ ਸਿੰਘ ਭੰਗੂ ਵਰਗੇ ਵੀ ਬਾਅਦ 'ਚ ਆਏ ਨੇ ਜਦੋਂ ਰਾਜਪੁਰੇ 'ਚ ਇਕੱਠ ਹੋਏ ਆ, ਜਦੋਂ ਇਹਨਾਂ ਨੇ ਘੇਰਨਾ ਸ਼ੁਰੂ ਕੀਤਾ ਇਹਨੂੰ ਆਪਣੇ ਨੂੰ ਹਰਜੀਤ ਗਰੇਵਾਲ ਨੂੰ, ਉਦੋਂ ਹੀ ਆਏ ਨੇ ਨਾ, ਉਹ ਪਹਿਲਾਂ ਨਹੀਂ ਆਏ ਪਰ ਉਹਨਾਂ ਨੇ ਰਲਾਏ ਆ। ਹੁਣ ਜੇ ਜਥੇਬੰਦੀਆਂ ਨੇ ਰਲਣਾ ਸੀ ਤੇ ਦਿੱਲੀ ਜਾਣ ਤੋਂ ਪਹਿਲਾਂ ਰਲਦੇ। ਹੁਣ ਪਿਛਲੇ ਸਾਲ 26 ਨਵੰਬਰ ਤੋਂ ਲੈ ਕੇ ਉਹ ਦਿੱਲੀ ਦੀਆਂ ਬਰੂਹਾਂ ਹਲ ਨੂੰ ਨੇ, ਉਦੋਂ ਤੋਂ ਲੈ ਕੇ ਹੁਣ ਤੱਕ ਕਿਉਂ ਸੀ, ਹੁਣ ਕਿਉਂ ਆ ਕੇ ਰਲੇ ਨੇ? ਇਸ ਕਰਕੇ ਕਿਤੇ ਨਾ ਕਿਤੇ ਇਹ ਸੀਗਾ ਵੀ ਇਹ ਸਾਰੀ ਕਵੈਤ ਜਿਹੜੀ ਸੀ ਇਹ ਸੀ ਵੀ ਇੱਕ ਆਪਣਾ ਉੱਥੇ ਗਰੁੱਪ ਬਣਾਓ ਤੇ ਦੂਸਰਾ ਇਹ ਸੀਗਾ ਕਿ ਉੱਥੇ ਉਹਨਾਂ ਤੇ ਪ੍ਰੈਸ਼ਰ ਬਣਾਓ ਤਾਂ ਕਿ ਮੇਰੀ ਵੁਕਤ ਪਵੇ। ਨਾ ਗਰੁੱਪ ਬਣ ਸਕਿਆ, ਨਾ ਉੱਥੇ ਵੁਕਤ ਪਈ, ਕੁਝ ਵੀ ਨਹੀਂ ਹੋ ਸਕਿਆ। ਗੁਰਨਾਮ ਸਿੰਘ ਚੜੂਨੀ ਜੋ ਕੁਝ ਚਾਹੁੰਦੇ ਸੀ ਉਹਦੇ ਵਿੱਚ ਕਾਮਯਾਬ ਹੁੰਦੇ ਜਿਹੜੇ ਆ ਉਹ ਦਿਖਾਈ ਨਹੀਂ ਦੇ ਰਹੇ। ਪਹਿਲਾਂ ਕਾਲ ਲੈ ਲਓ, ਮੈਂ ਬਾਅਦ ਚ ਕਰਦਾ। ਹਾਂਜੀ, ਇਸ ਵਕਤ ਆਪਣੇ ਨਾਲ ਜੋਗਿੰਦਰ ਸਿੰਘ ਬਾਜ। ਅੱਜ ਥੋੜੀ ਜਿਹੀ ਮਾਫੀ ਚਾਹਾਂਗੇ ਕਿ ਕਿਸੇ ਕਾਰਨ, ਤਕਨੀਕੀ ਕਾਰਨ YouTube ਤੇ ਅੱਜ ਆਪਾਂ ਲਾਈਵ ਨਹੀਂ ਹੈ, ਮਾਫੀ ਚਾਹਾਂਗੇ। Facebook ਲਾਈਵ ਹੈ ਤੇ ਬਾਜਵਾ ਸਾਹਿਬ ਸਵਾਗਤ ਹੈ ਤੁਹਾਡਾ, ਵੈਲਕਮ। ਬਸ ਵਧੀਆ ਜੀ, ਮੇਰਾ ਵਾਹਿਗੁਰੂ ਦੀਆਂ, ਤੁਸੀਂ ਸੁਣਾਓ। ਚੰਗੀ ਤਰ੍ਹਾਂ ਬੜਾ ਸੋਹਣਾ ਪ੍ਰੋਗਰਾਮ ਕਰਦਾ, ਬਹੁਤ ਵਧੀਆ ਕਰਦਾ। ਮੈਨੂੰ ਤਾਂ ਇਹੀ ਗੱਲ ਅੱਗੇ ਹੋਈ ਤਾਂ ਪਿੱਛੇ ਗਈ, ਬਹੁਤ ਵਧੀਆ ਕਰਦਾ ਜੀ। ਮੈਂ ਗਵਰਨਮੈਂਟ ਦੀ ਗੱਲ ਜਿਹੜੀ ਨਾ ਚੜੂਨੀ ਵਾਲੀ ਜੀ, ਪਹਿਲਾਂ ਜਦੋਂ ਇਸ ਤੋਂ ਪਹਿਲਾਂ ਕਈ ਵਾਰੀ ਹੋਇਆ ਨਹੀਂ ਸਾਡੇ ਆ ਬਈ ਜੋ ਕੇਜਰੀਵਾਲ ਪੰਜਾਬ ਜਿਹੜਾ ਮਾਰ ਕੇ ਆਇਆ ਤੇ ਪਿੱਛੋਂ ਗੱਲ ਲੈਂਦੇ ਨਾ ਆਪਾਂ ਕੋਈ ਪੰਜਾਬ ਨੂੰ ਸਿੱਖ ਚਿਹਰਾ ਹੋਵੇ ਤੇ ਮਗਰੋਂ ਕੋਈ ਚਿਹਰਾ ਤੇ ਹੁੰਦਾ ਪਿਆ ਜੀ ਰਾਜੇਵਾਲ ਜਿਹੜੇ ਨੇ ਉਹ ਆਮ ਆਦਮੀ ਵੱਲੋਂ ਮੁੱਖ ਮੰਤਰੀ ਚਿਹਰਾ ਹੋਣਗੇ ਜੀ। ਇਹ ਵੀ ਗੱਲ ਬੜੀ ਹੁੰਦੀ ਸੀ। ਉਹ ਚੜੂਨੀ ਸਮਝ ਰਿਹਾ ਵੀ ਇਹ ਸਿੱਖ ਚਿਹਰਾ ਮੰਗਦੇ ਨੇ ਤੇ ਇਹ ਹੈਗੀ ਜਿਹੜੀ ਹੈ ਨਾ ਇਹ ਕੇਜਰੀਵਾਲ ਦੀ, ਭਾਵੇਂ ਜੋ ਮਰਜ਼ੀ ਕਰੀਏ ਕੇਜਰੀਵਾਲ ਦੀ ਸ਼ਰਾਰਤ ਹੈ।
ਭਾਵੇਂ ਆਸੇ ਪਾਸੇ ਕਹੀਏ ਜਾਂ ਕੰਪਰ ਚ ਕਹੀਏ ਜਾਂ ਕਿੱਦਾਂ ਇਹ ਮਤਲਬ ਕੇਜਰੀਵਾਲ ਜਿਹੜਾ ਨਾ ਸ਼ਹਿਰ ਦੇ ਰਿਹਾ ਤੇ ਚਲੋਨੀ ਇਹ ਗੱਲ ਨੂੰ ਜਿਹੜਾ ਹੈ ਉਹ ਦਿਲਦਾ ਵੀ ਜੇ ਰਾਜਪਾਲ ਨੇ ਨੋਟ ਕਹਿਤਾ ਵੀ ਮੈਂ ਤਾਂ ਨਹੀਂ ਇਸ ਗੱਲ ਦੇ ਵਿੱਚ ਆਉਣਾ ਨਹੀਂ, ਪੈਸੇ ਵਿੱਚ ਆਉਣਾ ਨਹੀਂ, ਕੋਈ ਚੋਣ ਲੜਨੀ ਨਹੀਂ। ਹੋ ਸਕਦਾ ਵੀ ਕਿਸਾਨ ਮੋਰਚੇ ਜਿਸ ਨਾਲ ਲੋਕ ਮੇਰੇ ਮਗਰ ਲੱਗ ਜਾਣ, ਪਰ ਇਹਨਾਂ ਨੂੰ ਇਹ ਹੈ ਵੀ ਉਹ ਹਰਿਆਣਾ ਚ ਚੋਣ ਲੜੇ ਤਾਂ ਪੰਜਾਬ ਦੀ ਤਰ੍ਹਾਂ ਕੀ ਮਤਲਬ ਹੈ ਤੇ ਇਹਦੇ ਲੜਨੀ ਹੈ ਪੰਜਾਬ ਨਾਲ ਤੇਰੀ ਗੱਲਬਾਤ ਇਹ ਹੈ ਵੀ ਕੇਜਰੀਵਾਲ ਦੀ ਸ਼ਰਾਰਤ ਹੈ ਜੇ ਅਸੀਂ ਸਮਝੀਏ ਨਾ ਮੈਂ ਸਮਝਦਾ ਗੱਲ ਨੂੰ ਕਹਿੰਦੇ ਲੰਬੀ ਪਿੱਛੋਂ ਲੈ ਕੇ ਗੱਲ ਨੂੰ ਪਈ ਸਿੱਖ ਚਿਹਰਾ ਪਰ ਬਹੁਤ ਵਧੀਆ ਰਿਹਾ ਬੜਾ ਵਧੀਆ ਉਹ ਉੱਥੇ ਇਹਨੂੰ ਉਦਾਹਰਨ ਬਣਾ ਕੇ ਇਹ ਵੀ ਕਿਸਾਨ ਨਾਲ ਮੋਰਚਾ ਲੱਗਿਆ ਤੇ ਕਿਸਾਨ ਮਗਰ ਲੱਗੇ ਨੇ ਤੇ ਲੋਕੀ ਸਮਝ ਲੈਣਗੇ ਵੀ ਇਹ ਵੀ ਕਿਸਾਨਾਂ ਦੇ ਵਿੱਚੋਂ ਹੀ ਹੈ ਤੇ ਆਪਾਂ ਇਹਨੂੰ ਪਤਾ ਪਾਵਾਂਗੇ ਵੀ ਇਹਨੂੰ ਤਾਂ ਚਲੋ ਪੰਜਾਬ ਕਿਹੜੇ ਪੁੱਛਣ ਦੇ ਪਹਿਲਾਂ ਨੇ ਕੋਈ ਪੁੱਛਦਾ ਪਿਆ ਤੇ ਅਗਲੇ ਨਾਲ ਕਰਦੇ ਇਹਨੂੰ ਕਿਹੜੇ ਪੁੱਛਣਾ ਜੀ। ਥੈਂਕ ਯੂ ਬਾਜਵਾ ਸਾਹਿਬ, ਥੈਂਕ ਯੂ। ਸੁਰਿੰਦਰ ਬਾਈ ਜੀ, ਜੋਗਿੰਦਰ ਸਿੰਘ ਬਾਜਵਾ ਦਾ ਇਹ ਕਹਿਣਾ ਵੈਸੇ ਕੱਲ ਵੀ ਗੱਲ ਉੱਠਦੀ ਸੀ ਕਿ ਕਿਤੇ ਆਮ ਆਦਮੀ ਪਾਰਟੀ ਕਿਉਂਕਿ ਆਪਣੀ ਵੱਖਰੀ ਪਾਰਟੀ ਬਣਾਉਣ ਦੀ ਕਵਾਇਦ ਇਹਨਾਂ ਦੀ ਜਾਂ ਕਿਸਾਨ ਮੋਰਚੇ ਦੇ ਨਾਂ ਤੇ ਕੋਈ ਪਾਰਟੀ ਬਣਾਉਣ ਦੀ ਕਵਾਇਦ ਜਾਂ ਫਿਰ ਇਹਦੀ ਪੁਰਾਣੀ ਜਿਹੜੀ ਪਾਰਟੀ ਹੈ ਅਰਵਿੰਦ ਕੇਜਰੀਵਾਲ ਹੋਰਾਂ ਦੀ ਛਤਰ ਛਾਇਆ ਜਾਂ ਉਹਨਾਂ ਨੂੰ ਕੋਈ ਸਪੋਰਟ ਕਰ ਸਕਦਾ ਕਿ ਬਤੌਰ ਸਿੱਖ ਚਿਹਰੇ ਤੇ ਜਿਸ ਤਰ੍ਹਾਂ ਕੰਸਨਟਰੇਟ ਕੀਤਾ ਜਾ ਰਿਹਾ ਕਿ ਸਿੱਖ ਚਿਹਰੇ ਦੇ ਤੌਰ ਤੇ ਪੇਸ਼ ਕਰਕੇ ਆਮ ਆਦਮੀ ਪਾਰਟੀ ਗੁਰਨਾਮ ਸਿੰਘ ਚੜੂਨੇ ਨੂੰ ਕੈਸ਼ ਕਰੇਗੀ। ਇਸ ਮੁਤਲਕ ਕੀ ਲੱਗਦਾ ਹੈ? ਗੱਲਬਾਤ ਸਰਬਜੀਤ ਸਿੰਘ ਮੱਖਣ ਸਰਹੰਦ ਤੋਂ ਜੁੜੇ ਨੇ, ਜਸਵੀਰ ਕੰਡਲ ਸਾਹਿਬ, ਦਲਵੀਰ ਰੰਧਾਵਾ ਗੋਬਿੰਦਗੜ੍ਹੀ ਫੇਸਬੁੱਕ ਤੇ, ਗੁਰਭੇਜ ਸਿੰਘ ਦਵਿੰਦਰ ਲੋਪੋਂ, ਰਜਿੰਦਰ ਸਿੰਘ ਧਾਲੀਵਾਲ ਤੇ ਬਲਵੰਤ ਸਿੰਘ ਢੱਲੋਂ, ਗੁਰਮੀਤ ਸਿੰਘ ਚਹਿਲ, ਤੇਜਾ ਸਿਉਰੀ, ਇਕਬਾਲ ਸਿੰਘ ਪਾਲ ਦਤੂਪਰ ਤੋਂ, ਜਤਿੰਦਰ ਕੁਮਾਰ ਸ਼ਿਕਾਗੋ ਤੋਂ, ਕੁਲਵੰਤ ਗਿੱਲ, ਭੈਣ ਹਰਵਿੰਦਰ ਜੌਲ ਤੇ ਜੋਰਾ ਸਿੰਘ ਸਿੱਧੂ ਦੌਧਰੀਆ। ਅੱਜ ਮਾਫੀ ਚਾਹਾਂਗੇ ਕਿ YouTube ਤੇ ਦਿੱਕਤ ਆਈ ਹੈ, ਵੈਸੇ tiwanaaradio.com ਵੈਬਸਾਈਟ ਦਾ ਮੈਂ ਲਿੰਕ ਭੇਜਿਆ, ਉਸ ਤੇ ਵੀ ਲਾਈਵ ਸੁਣਿਆ ਜਾ ਸਕਦਾ। ਫੇਸਬੁੱਕ ਤੇ ਵੀ ਆਪਾਂ ਲਾਈਵ ਹੈ, ਜਲਦੀ ਰਿਕਾਰਡਡ ਪ੍ਰੋਗਰਾਮ ਅਪਲੋਡ ਕਰਨ ਦੀ ਕੋਸ਼ਿਸ਼ ਕਰਾਂਗੇ YouTube ਤੇ ਲਾਈਵ ਦੇ ਲਈ ਮਾਫੀ ਜੀ। ਸੁਰਿੰਦਰ, ਕਿਤੇ ਨਾ ਕਿਤੇ ਪੋਲੀਟੀਕਲ ਤੌਰ ਤੇ ਕਿਹੜੀ ਧਿਰ ਦੇ ਨਾਲ ਇਹਨਾਂ ਦੀ ਸਾਂਢ ਗਾਂਢ ਹੋ ਸਕਦੀ ਹੈ, ਗੱਠਜੋੜ ਹੋ ਸਕਦਾ ਗੁਰਨਾਮ ਸਿੰਘ ਚੜੂਨੀ ਦਾ, ਜਾਂ ਜਿਸ ਤਰ੍ਹਾਂ ਇਹਨਾਂ ਦਾ ਹੁਣ ਹਰਿਆਣੇ ਦੇ ਵਿੱਚ ਜੋ ਖੱਪਾ ਪਿਆ ਉਸ ਨੂੰ ਮੁੰਦਣ ਦੇ ਵਾਸਤੇ ਇਹ ਜਿਹੜੀ ਕਮੇਟੀ ਬਣਾਈ ਹੈ, ਜਾਂ ਹਰਿਆਣੇ ਦੇ ਕਿੰਨੇ ਕੁ ਖਾਪ ਗੁਰਨਾਮ ਸਿੰਘ ਚੜੂਨੀ ਦੇ ਨਾਲ ਜਿਹੜਾ ਹੈਗਾ ਉਸ ਦੇ ਨਾਲ ਜੁੜਨਗੇ। ਪੰਜਾਬ ਦੀਆਂ ਜਿਹੜੀਆਂ ਚੋਣਾਂ ਲੜਨ ਵਾਲੀਆਂ ਧਿਰਾਂ ਨੇ ਉਹ ਤਾਂ ਗੁਰਨਾਮ ਸਿੰਘ ਚੜੂਨੀ ਨੂੰ ਚੁੱਕਣਗੀਆਂ ਹੀ, ਜਾਂ ਫਿਰ ਜਿਹੜੇ ਕਿਸਾਨ ਮੋਰਚੇ ਦੇ ਜਾਂ ਕਥਿਤ ਕਾਮਰੇਡਾਂ ਦੇ ਵਿਰੋਧੀ ਨੇ ਉਹਨਾਂ ਦੇ ਲਈ ਇਹ ਵਧੀਆ ਸਿੱਖ ਚਿਹਰੇ ਦੇ ਤੌਰ ਤੇ ਵੋਟ ਕਿੰਨੀ ਕੁ ਸ਼ਹਿਰੀ ਹਲਕਿਆਂ ਚੋਂ ਲੈ ਜਾਏਗਾ, ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਗੁਰਨਾਮ ਸਿੰਘ ਚੜੂਨੀ ਨੇ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਵਿਚਰਨ ਦੀ ਕੋਸ਼ਿਸ਼ ਕੀਤੀ ਹੈ, ਭਾਵੇਂ ਕਰਤਾਰਪੁਰ ਵਾਲਾ ਜਿਹੜਾ ਦਰਸ਼ਨ ਅਭਿਲਾਸੀ ਸੰਸਥਾ ਹੋਵੇ ਜਾਂ ਚੰਡੀਗੜ੍ਹ ਦੀ ਸੰਸਥਾ ਹੋਵੇ। ਕੀ ਇਸ ਦਾ ਪੰਜਾਬ 'ਚ ਆਧਾਰ ਰਹੇਗਾ? ਦੂਜਾ ਜਿਹੜਾ ਸਵਾਲ, ਇਸ ਨੇ ਮੋਰਚਾ ਖੋਲ੍ਹਿਆ ਬਲਜੀਤ ਸਿੰਘ ਦਾਦੂਵਾਲ ਸਿੱਖ ਪ੍ਰਚਾਰਕ ਦੇ ਖਿਲਾਫ ਕਿ ਭਾਈ ਭਾਜਪਾ ਦੇ ਮੈਂਬਰ ਨੂੰ ਤੁਸੀਂ ਬੁਲਾ ਰਹੇ ਸੀ ਵਿਜੇ ਸੰਪਲਾ ਨੂੰ ਗੱਲਬਾਤ ਦੇ ਵਾਸਤੇ, ਹੁਣ ਜਿਹੜੇ ਕਿਸਾਨਾਂ ਤੇ ਪਰਚੇ ਹੋਏ ਨੇ ਉਹ ਹਰਿਆਣਾ ਦੇ ਕਿਸਾਨਾਂ ਤੇ ਜਿਹੜੇ 600 ਕਿਸਾਨਾਂ ਦੇ ਖਿਲਾਫ ਪਰਚੇ ਦਰਜ ਹੋਏ ਨੇ ਉਹ ਵਾਪਸ ਲੈਣ ਦੇ ਵਾਸਤੇ 7 ਦਿਨਾਂ ਦੇ ਅੰਦਰ ਅੰਦਰ ਸਿਫਾਰਿਸ਼ ਕਰਨ ਖੱਟੜ ਸਰਕਾਰ ਨੂੰ। ਹੁਣ ਸਿਫਾਰਿਸ਼ ਦਾਦੂਵਾਲ ਨੂੰ ਕਰਨ ਦੇ ਲਈ ਜ਼ੋਰ ਪਾਉਣ ਦੀ ਕੀ ਜ਼ਰੂਰਤ ਹੈ? ਕਿਉਂਕਿ ਪਹਿਲਾਂ ਵੀ ਇਹਨਾਂ ਨੇ ਹਰਿਆਣਾ ਦੀਆਂ ਕਿਸਾਨ ਜਥੇਬੰਦੀਆਂ ਨੇ ਜਾਂ ਸੰਯੁਕਤ ਮੋਰਚੇ ਨੇ ਸਿੱਧੀ ਬਾਂਹ ਮਰੋੜੀ ਹੈ। ਕੀ ਦਾਦੂਵਾਲ ਨੂੰ ਇਹ ਕਹਿਣਾ ਕਿ 7 ਦਿਨਾਂ 'ਚ ਸਿਫਾਰਿਸ਼ ਕਰਨ ਤੇ ਦਾਦੂਵਾਲ ਦੇ ਕਹੇ ਤੇ ਜਾਂ ਵੈਸੇ ਹੀ ਉਹਨਾਂ ਨੇ ਕਿਸਾਨਾਂ ਦੇ ਪਰਚੇ ਵਾਪਸ ਕਰ ਹੀ ਲਏ ਨੇ ਅੱਧ ਵਿਚਾਦੇ, ਤਾਂ ਕੀ ਹੁਣ ਦਾਦੂਵਾਲ ਨੂੰ ਇਹ ਹਾਈਲਾਈਟ ਕਰ ਰਹੇ ਨੇ 7 ਦਿਨਾਂ ਦੀ ਸਿਫਾਰਿਸ਼ ਦਾ ਸਮਾਂ ਦੇ ਕੇ? ਫਿਰ ਦਾਦੂਵਾਲ ਕਹੇਗਾ ਕਿ ਆਹ ਦੇਖੋ ਮੈਂ ਇਹ ਬੰਦਿਆਂ ਤੇ ਪਰਚੇ ਵਾਪਸ ਕਰਾ ਦਿੱਤੇ ਤੇ ਦਾਦੂਵਾਲ ਬਨਾਮ ਚੜੂਨੀ ਗੱਠਜੋੜ ਤੈਅ ਹੈ। ਇਹ ਧਮਕੀ ਹੈ ਨਾ ਜਿਹੜੀ ਬਾਈਕਾਟ ਦੀ ਚੇਤਾਵਨੀ, ਇਹ ਆਪਸ ਦੇ ਵਿੱਚ ਪੈਂਚਰ ਲਾਉਣ ਵਾਲੀ ਗੱਲ ਆ ਦੋਵੇਂ ਧਿਰਾਂ ਦਾ, ਤੂੰ ਮੇਰੀ ਪਿੱਠ ਖੁਰਕ ਮੈਂ ਤੇਰੀ ਪਿੱਠ ਖੁਰਕਾਂਗਾ। ਹੁਣ ਸਿਫਾਰਿਸ਼ ਕਰ ਰਹੇ ਨੇ ਦਾਦੂਵਾਲ ਨੂੰ। ਦਾਦੂਵਾਲ ਦੀ ਕੀ ਹੈਸੀਅਤ ਹੈ? ਇਹ ਤਾਂ ਦਾਦੂਵਾਲ ਨੂੰ ਚਮਕਾਉਣ ਵਾਲਾ ਬਿਆਨ ਹੈ, ਬਾਈਕਾਟ ਦੀ ਚੇਤਾਵਨੀ ਨਹੀਂ ਹੈ ਕਿ ਭਾਈ ਸਾਡੇ ਪਰਚੇ ਵਾਪਸ ਕਰਾ ਲਓ ਜੀ। ਤੇ ਉਹ ਪਰਚੇ ਉਹਨਾਂ ਨੇ ਆਲਰੇਡੀ ਵਾਪਸ ਕਰਨੇ ਨੇ, ਜੇ ਜ਼ਰੂਰਤ ਹੈ ਤਾਂ ਫੜ ਕੇ ਅੰਦਰ ਕਰ ਦੇਣ, ਕੀ ਵਿਗਾੜ ਲੈਣਗੇ ਕਿਸਾਨਾਂ ਦਾ? ਪਹਿਲਾਂ ਪਰਚੇ ਛੱਡੇ ਹੀ ਨੇ ਕਿਸਾਨ।
ਜਦੋਂ ਬਲਦੇਵ ਸਿੰਘ ਸਿਰਸਾ ਹੋਰਾਂ ਨੇ ਧਰਨਾ ਲਾਇਆ ਸੀ। ਇਹ ਦਾਦੂਵਾਲ ਵਾਲਾ ਮਸਲਾ ਕੀ ਹੈ? ਦਾਦੂਵਾਲ ਤੇ ਕਿਉਂ ਪ੍ਰੈਸ਼ਰ ਪਾਇਆ? 7 ਦਿਨਾਂ ਦਾ ਮੈਮੋਰੈਂਡਮ ਦਿੱਤਾ, ਦਾਦੂਵਾਲ ਨੂੰ ਚੇਤਾਵਨੀ ਦਿੱਤੀ ਹੈ ਕਿ ਨਹੀਂ ਤੇਰਾ ਅਸੀਂ ਬਾਈਕਾਟ ਕਰਾਂਗੇ। ਮਸਲਨ ਜਿਹੜੀਆਂ ਪੰਜਾਬ ਦੇ ਵਿੱਚ ਸਿੱਖ ਧਿਰਾਂ ਨੇ ਉਹਨਾਂ ਦੇ ਸੈਂਟੀਮੈਂਟ ਨਾਲ ਦਾਦੂਵਾਲ ਨੂੰ ਵੀ ਜੋੜ ਰਹੇ ਨੇ। ਕਿਤੇ ਨਾ ਕਿਤੇ ਭਾਜਪਾ ਵੀ ਇਹਨਾਂ ਨੂੰ ਉਂਗਲ ਲਾ ਰਹੀ ਹੈ ਪੰਜਾਬ 'ਚ। ਇਹਦਾ ਮਤਲਬ ਜੀ ਸੁਰਿੰਦਰ ਵੀਰ ਦੇਖੋ, ਜਿੱਥੋਂ ਤੱਕ ਗੁਰਨਾਮ ਸਿੰਘ ਚੜੂਨੀ ਦਾ ਸਵਾਲ, ਨਾ ਉਹਦੀ ਕਾਂਗਰਸ ਨਾਲ ਬਣ ਸਕਦੀ, ਨਾ ਉਹਦੀ ਅਕਾਲੀ ਦਲ ਨਾਲ ਬਣ ਸਕਦੀ ਆ। ਉਹਦੀ ਪੱਤਾ ਕਿੱਥੇ ਖੇਡਿਆ ਜਾ ਸਕਦਾ? ਬੀਜੇਪੀ ਜਾਂ ਆਮ ਆਦਮੀ ਪਾਰਟੀ, ਕਿਉਂਕਿ ਆਮ ਆਦਮੀ ਪਾਰਟੀ 'ਚ ਹੋ ਰਿਹਾ ਪਹਿਲਾਂ। ਇਹੀ ਦੋ ਧਿਰਾਂ ਉਹਦੇ ਕੋਲ ਬਚੀਆਂ ਹੋਈਆਂ ਨੇ ਜਿੱਧਰ ਜਾ ਸਕਦਾ। ਹੁਣ ਜਦੋਂ ਬਲਜੀਤ ਸਿੰਘ ਦਾਦੂਵਾਲ ਵਾਲਾ ਪੱਤਾ ਦੇਖਦੇ ਆ ਤਾਂ ਉਹ ਬੀਜੇਪੀ ਵੱਲ ਨੂੰ ਇਸ਼ਾਰਾ ਕਰਦਾ। ਅਦਰਵਾਈਜ਼ ਜਿਹੜੀ ਉਹ ਲਾਮਬੰਦੀ ਕਰ ਰਿਹਾ ਉਹ ਆਮ ਆਦਮੀ ਪਾਰਟੀ ਲਈ ਕਰ ਰਿਹਾ। ਇਹ ਸਪਸ਼ਟ ਆ, ਕਿਉਂਕਿ ਆਪਾਂ ਹਾਵ ਭਾਵ ਦੇਖਦੇ ਆ ਇਨਸਾਨ ਦੇ, ਜਿੱਥੋਂ ਆਪਾਂ ਕੈਲਕੂਲੇਟ ਕਰਦੇ ਆ ਕਿ ਕਿੱਧਰ ਨੂੰ ਜਾ ਰਿਹਾ, ਇਹਨੇ ਰਸਤਾ ਕਿਹੜਾ ਅਖਤਿਆਰ ਕਰਨਾ। ਠੀਕ ਹੈ ਨਾ। ਹੁਣ ਤੁਸੀਂ ਦੇਖੋ ਕਿ ਜਿੰਨੀਆਂ ਧਿਰਾਂ ਨੇ, ਲੋਕ ਅਧਿਕਾਰ ਲਹਿਰ ਆ ਕਿੱਥੇ ਸੀ? ਆਪਾਂ ਨੂੰ ਪਤਾ ਸੀ ਕਿ ਕਾਨੂੰਨ ਲਾਗੂ ਕਰਾਉਣ ਦੇ ਪਿੱਛੇ ਲੋਕ ਅਧਿਕਾਰ ਲਹਿਰ ਦਾ ਜਿਹੜਾ ਕਰਤਾ ਧਰਤਾ ਸਾਰਾ ਹੱਥ ਉਹਦਾ ਵਾ। ਠੀਕ ਹੈ। ਉਹ ਇਹਨਾਂ ਦੀ ਸਪੋਰਟ ਵੀ ਕਰਦੇ ਸੀ। ਅਖੀਰ ਜਦੋਂ ਉਹਨਾਂ ਨੇ ਦੇਖਿਆ ਕਿ ਸਾਜ਼ਗਾਰ ਮਾਹੌਲ ਨਹੀਂ ਰਿਹਾ ਤੇ ਸਾਡੇ ਲਈ ਔਖਾ, ਤਾਂ ਉਹਨਾਂ ਨੇ ਵੀ ਯੂ ਟਰਨ ਲੈ ਲਿਆ। ਉਹ ਕਹਿੰਦੇ ਜੀ ਨਹੀਂ ਜੀ, ਵੀ ਜੇ ਕਿਸਾਨ ਨਹੀਂ ਮੰਨਦੇ ਤੇ ਫਿਰ ਇਹ ਕਾਨੂੰਨ ਵਾਪਸ ਲੈ ਲੈਣੇ ਚਾਹੀਦੇ ਆ। ਠੀਕ ਹੈ। ਨਾਲ ਇਹ ਵੀ ਕਹਿ ਗਏ ਕਿ ਵੈਸੇ ਕਿਸਾਨਾਂ ਦੀ ਬਿਹਤਰੀ ਲਈ ਬਣੇ ਸੀ, ਕਹਿੰਦੇ ਆ। ਠੀਕ ਹੈ। ਹੁਣ ਤੁਸੀਂ ਇੱਥੋਂ ਅੰਦਾਜ਼ਾ ਲਾਓ ਕਿ ਸਾਰੇ ਬੰਨੇ ਨੂੰ ਕੁਵੈਤ ਜਿਹੜੀ ਉਹ ਕੀ ਚੱਲ ਰਹੀ। ਬੀਜੇਪੀ ਨੇ ਪੱਤੇ ਬਹੁਤ ਖੇਡੇ ਸੀ, ਪਰ ਬੀਜੇਪੀ ਦੇ ਸਾਰੇ ਪੱਤੇ ਉਹਨੂੰ ਪੁੱਠੇ ਪੈਂਦੇ ਰਹੇ। ਕੋਈ ਵੀ ਉਹਦੀ ਫੇਵਰ 'ਚ ਗੋਟੀ ਜਿਹੜੀ ਉਹ ਨਹੀਂ ਗਿਰੀ। ਹੁਣ ਇਸ ਤੋਂ ਅੱਗੇ ਆ ਜਾਓ, ਦੇਖੋ ਜਿਹੜੀਆਂ ਬਾਕੀ ਧਿਰਾਂ ਨੇ। ਮੈਂ ਤੇ ਦੀਪ ਸਿੱਧੂ ਦਾ ਕੱਲ ਦਾ ਮੈਂ ਇੱਕ ਵੀਡੀਓ ਤੁਹਾਡੇ ਕੋਲ ਵੀ ਆਈ ਹੋਏਗੀ, ਉਹ ਆਨੰਦਪੁਰ ਸਾਹਿਬ ਉਹਨਾਂ ਨੇ ਅਰਦਾਸ ਕੀਤੀ ਆ। ਉਹਦੇ ਨਾਲ ਦੂਸਰਾ, ਮੈਂ ਹੁਣ ਉਹ ਸ਼ਬਦ ਨਹੀਂ ਵਰਤੂੰਗਾ, ਲੋਕ ਤਾਂ ਕੰਪਾਊਂਡਰ ਕਹਿੰਦੇ ਆ, ਪਰ ਮੈਂ ਕੰਪਾਊਂਡਰ ਨਹੀਂ ਕਹਿੰਦਾ। ਸੁਖਪ੍ਰੀਤ ਉਦੋਂ ਕਿ ਉਹਦੇ ਨਾਲ ਆ। ਠੀਕ ਹੈ। ਉਹ ਤੇ ਇਕੱਠੇ ਆ 5-6 ਜਣੇ ਆ, 10 ਨਹੀਂ ਇਕੱਠੇ ਹੋਏ। ਬਸ ਉਹ ਕਹਿੰਦਾ ਸੰਗਤ ਆਈ ਆ, ਫਲਾਨਾ ਆ, ਢੀਮਕੜਾ ਆ। ਉੱਥੇ ਜਿਹੜਾ ਉਹਨੂੰ ਸਵਾਲ ਕਰ, ਸੰਤਾਂ ਦੇ ਨਾਲ ਕੌਣ ਸੀਗਾ? ਕਿ ਸੰਤ ਭਿੰਡਰਾਂ ਨਾਲ ਹੁੰਦੇ ਸੀ ਬਾਬਾ? ਨਹੀਂ, ਉਹ ਕੋਈ ਵੀ ਨਹੀਂ। ਜਿਹੜਾ ਉਹਨੂੰ ਸਵਾਲ ਕਰਦਾ ਉਹ ਵੀ ਦੱਸ ਦਿੰਦਾ ਕੌਣ ਆ। ਜਿਹੜਾ ਸਵਾਲ ਕਰਦਾ ਕੈਮਰੇ ਮੋਰੇ ਨਹੀਂ ਆਇਆ, ਉਹ ਬਾਬਾ ਬਖਸ਼ੀਸ਼ ਕਰ ਰਿਹਾ। ਅੱਛਾ, ਆਪੇ ਪ੍ਰੈਸ ਕਾਨਫਰੰਸ ਵੀ ਆਪ ਹੀ? ਹਾਂ, ਆਪੇ ਪੱਤਰਕਾਰ, ਆਪੇ ਸਾਰਾ ਕੁਛ। ਉਹ ਮੈਂ ਆਵਾਜ਼ ਪਛਾਣ ਲਈ ਜਦੋਂ ਵੀਡੀਓ ਦੇਖੀ। ਮੈਂ ਕਿਹਾ ਵਾਹ ਓਏ, ਠੀਕ ਆ, ਘਰ 'ਚ ਹੀ ਰੱਖ ਲਓ ਸਾਰਾ ਕੁਝ, ਛੱਡਿਓ ਕੁਛ ਨਾ। ਠੀਕ ਹੈ। ਮੈਂ ਹੈਰਾਨ। ਸਵਾਲ ਬਾਬਾ ਬਖਸ਼ੀਸ਼ ਸਿੰਘ ਕਰ ਰਿਹਾ। ਹਾਂ, ਇੱਕ ਸਵਾਲ ਉਹਨੇ ਵੀ ਕੀਤਾ। ਪਹਿਲਾ ਸਵਾਲ ਕੋਈ ਹੋਰ ਕਰ ਰਿਹਾ, ਇਹਨੇ ਪੂਰਾ ਕਰਕੇ ਜਦੋਂ ਸਵਾਲ ਹੋਇਆ, ਪਹਿਲਾ ਕਿਸੇ ਨੇ ਕੀਤਾ, 3 ਸਵਾਲ ਕੁੱਲ ਹੋਏ। ਜਿਹੜਾ ਦੂਜਾ ਸਵਾਲ ਹੋਇਆ ਉਹ ਬਾਬੇ ਬਖਸ਼ੀਸ਼ ਆ ਉਹ। ਠੀਕ ਹੈ। ਮੈਂ ਆਵਾਜ਼ ਪਛਾਣ ਲਈ। ਬੱਚੇ ਜੀਣ, ਕੀ ਬਾਤ ਹੈ। ਹਾਂ, ਮੈਂ ਹੈਰਾਨ ਵੀ ਵਾਹ। ਸਰਕਾਰੀ ਪ੍ਰੈਸ ਕਾਨਫਰੰਸ ਦਾ ਇਹ ਚੀਜ਼ਾਂ ਹੁੰਦੇ ਹੀ ਨੇ, ਸਿੰਘਾਂ ਦੀ ਪ੍ਰੈਸ ਕਾਨਫਰੰਸ ਵੀ ਹੋਣ ਲੱਗ ਪਿਆ। ਹਾਂ, ਮਤਲਬ ਤੁਸੀਂ ਦੇਖੋ ਕਿ ਆ ਫਲਾਣੇ ਬਾਬਾ ਜੀ ਆਏ ਨੇ, ਆ ਫਲਾਣੇ ਸਿੰਘ ਸੰਗਤ ਲੈ ਕੇ। ਸੰਗਤ ਕਿਹੜੀ? ਜਿਹੜੇ 10 ਬੰਦੇ ਵੀ ਨੇ, ਤੁਸੀਂ ਦੇਖੋ ਕਿ ਉਹਨਾਂ ਨੂੰ ਇੰਟਰੋਡਿਊਸ ਕਰਾਉਂਦਾ ਹੈ ਨਾ ਦੀਪ ਸਿੱਧੂ। 5 ਬੰਦੇ ਨਾਲ ਨੇ ਆਪਣੇ, ਯੰਗ ਹੈ, ਵਕੀਲ ਹੈ। ਇਹਨਾਂ ਨੂੰ ਤਾਂ ਤੁਰੇ ਜਾਂਦੇ ਪੁਆਇੰਟ ਨੋਟ ਕਰ ਲੈਂਦੇ ਨੇ ਕਿ ਫਲਾਣੇ ਦਾ ਆ ਨਾਂ ਆ। ਅੱਛਾ, ਆ ਸੰਗਤ ਆਪਣੇ ਪਿੱਛੇ ਖੜੇ ਨੇ, ਇਹ ਸੰਗਤ ਆਈ ਹੈ ਕਹਿੰਦੇ ਸੰਗਰੂਰ ਤੋਂ। ਮਤਲਬ 5 ਬੰਦਿਆਂ ਦੀ ਸੰਗਤ ਦਾ ਨਾਂ ਨਹੀਂ ਪਤਾ। ਇਹਦਾ ਮਤਲਬ ਇਧਰੋਂ ਉਧਰੋਂ ਫੜ ਕੇ ਇਕੱਠੇ ਕੀਤੇ, ਉਹਨੂੰ ਵਿਚਾਰੇ ਨੂੰ ਪਤਾ ਹੀ ਨਹੀਂ। ਉਹਨੂੰ ਧੂਤੂ ਫੜਾ ਦਿੰਦੇ ਨੇ ਵਕੀਲ ਸਾਹਿਬ ਨੂੰ, ਜਿਹੜਾ ਕਹਿੰਦੇ ਬਹੁਤ ਗੱਲ ਕਰ ਸਕਦਾ। ਤੁਸੀਂ 5 ਬੰਦੇ ਇੰਟਰੋਡਿਊਸ ਕਰਾਉਂਦੇ ਹੋ, ਘੱਟੋ ਘੱਟ ਉਹਨਾਂ ਦਾ ਨਾਂ ਤਾਂ ਪੂਰਾ ਲੈ ਦਿਓ ਨਾ, ਕਿੱਥੋਂ ਆਇਆ, ਕੌਣ ਆ। ਜਿਹੜਾ ਸੰਤਾਂ ਦੇ ਨਾਲ ਸੀ ਇਹ ਬਾਬਾ ਜੀ, ਉਹ ਬਾਬਾ ਜੀ ਦਾ ਭਾਈ ਨਾਂ ਤਾਂ ਦੱਸ ਦੇ ਕਿਹੜਾ ਸੀ ਸੰਤ ਭਿੰਡਰਾਂ ਵਾਲਿਆਂ ਦੇ ਨਾਂ ਤੇ। ਘੱਟੋ ਘੱਟ ਲੋਕਾਂ ਨੂੰ ਪਤਾ ਤਾਂ ਲੱਗ ਜੇ। ਹੁਣ ਤੁਹਾਡੇ ਕੋਲ ਤਾਂ ਡਾਟਾ ਪਿਆ, ਤੁਸੀਂ ਤਾਂ ਨਾਲ ਰਹੇ ਹੋ, ਵੇਖਿਆ ਸਾਰਾ ਕੁਛ ਕਿ ਭਾਈ ਉਦੋਂ ਸੰਤਾਂ ਦੇ ਨਾਲ ਵੀ ਹੈਗਾ ਸੀ, ਜਾਂ ਬਾਅਦ 'ਚ ਜੰਮੇ ਨੂੰ ਵੀ ਸੰਤਾਂ ਦੇ ਨਾਲ ਤਾਂ ਕਹੀ ਜਾਂਦੇ ਆ ਜੀ। ਭੁੱਕਾਂ ਨੂੰ ਉਹ ਪਤਾ ਕੀ ਆ, ਕੱਚ ਕਰਨ ਵਾਲੇ ਹੋਏ ਨੇ। ਜਿਹੜੇ ਨੂੰ ਕਹੋ ਕਹਿੰਦਾ ਮੈਂ ਸੰਤਾਂ ਦੇ ਨਾਲ ਸੀ। ਜਦੋਂ ਸੰਤਾਂ ਨੇ ਸ਼ਹੀਦੀ ਪਾਈ ਮੈਂ ਨਾਲ ਸੀ। ਤੂੰ ਕਿਉਂ ਨਹੀਂ ਮਰਿਆ? ਵੀ ਤੂੰ ਕਿਉਂ ਜਿਉਂਦਾ ਆ ਗਿਆ? ਹੈਂ, ਕਹਿੰਦੇ ਸਾਹਮਣੇ ਨਾ ਡਿਓੜੀ ਗਿਰ ਗਈ ਸੀ, ਡਿਓੜੀ ਗਿਰ ਗਈ, ਫਿਰ ਅਸੀਂ ਪਿੱਛੇ ਆ ਗਏ, ਰਸਤਾ ਕੱਟਿਆ ਗਿਆ, ਫਿਰ ਅਸੀਂ ਬਾਹਰ ਨਿਕਲ ਆਏ। ਮਤਲਬ ਕਿੱਡਾ ਵਧੀਆ ਪਲਾਨਿੰਗ ਕਰਦੇ ਆ। ਸਿਰਫ ਗੱਲ ਸੀ ਟੱਬਰ ਸੈੱਟ ਕਰਨੇ ਸੀ, ਟੱਬਰ ਜਾ ਕੇ ਵਿਦੇਸ਼ਾਂ 'ਚ ਸੈੱਟ ਕਰ ਲੈ। ਏਡੇ ਲਾਂਭਤੀ ਟੋਲਾ। ਨਵੀਂ ਪੀੜ੍ਹੀ ਵਿਚਾਰੀ ਜਿਹਨੂੰ ਪਤਾ ਨਹੀਂ, ਉਹ ਭੰਬਲ ਭੂਸੇ 'ਚ ਆ ਜਾਂਦੀ ਆ। ਕੁਰਬਾਨੀਆਂ ਦੇਣ ਨੂੰ ਤਿਆਰ ਹੈ, ਬਲੀ ਦੇ ਬੱਕਰੇ ਇਹਨਾਂ ਨੂੰ ਚਾਹੀਦੇ ਨੇ। ਮਾਫ ਕਰਨਾ, ਬਥੇਰੇ ਘਰ ਪਹਿਲਾਂ ਰੋਲੇ ਨੇ। ਪੁੱਛੋ ਕਦੇ ਜਾ ਕੇ ਜਸਪਾਲ ਸਿੰਘ ਦੀ ਮਾਂ ਨੂੰ, ਹੈ ਨਾ, ਉਹਦੇ ਹੰਝੂ ਵੀ ਮੁੱਕ ਗਏ ਨੇ। ਜਿਹੜਾ ਗੁਰਦਾਸਪੁਰ ਕਤਲ ਕਰਾਇਆ ਸੀ, ਪੁਲਿਸ ਦੀ ਗੋਲੀ ਨਾਲ ਠੰਡਾ ਕਰਵਾਇਆ ਸੀਗਾ। ਇਸ ਤਰ੍ਹਾਂ ਦੇ ਕਿੰਨੇ ਬੱਚੇ ਨੇ। ਆ 3 ਮੁੰਡੇ ਨੇ, ਉਹ ਵਿਚਾਰੇ ਬੈਠੇ ਨੇ, ਲਿਟਰੇਚਰ ਹੀ ਸੀ ਉਹਨਾਂ ਕੋਲ, ਉਮਰ ਕੈਦ ਆ। ਕੀ ਦੇ ਦਿੱਤਾ ਉਹਨਾਂ ਦੇ ਪਰਿਵਾਰਾਂ ਨੂੰ? ਪੈਨਸ਼ਨ ਲਵਾਤੀ। ਆ ਜੁਗਰਾਜ ਸੀਗਾ,
ਆ ਦਲ ਖਾਲਸਾ ਨੇ ਧਾਮੀ ਹੋਰਾਂ ਨੇ ਚਲੋ ਜ਼ਮਾਨਤ ਕਰਾਈ, ਕੁਛ ਕਰਾਇਆ, ਕੀ ਦੇਤਾ ਉਹਨੂੰ? ਜੀ ਸੁਰਿੰਦਰ। ਨਹੀਂ, ਮੈਂ ਉਹੀ ਦੱਸ ਰਿਹਾ, ਮੈਂ ਉਹ ਸਾਰੀ ਦੇਖੀ ਤੇ ਮੈਂ ਦੇਖ ਕੇ ਹੈਰਾਨ ਸੀ ਵੀ ਪੱਤਰਕਾਰ ਵੀ ਆਪ ਹੀ ਬਣ ਗਏ, ਕੋਈ ਪੱਤਰਕਾਰ ਵੀ ਨਹੀਂ ਸੀ। ਕੈਮਰੇ 2 ਖੜੇ ਕਰ ਲੈ, ਇਹ ਪਤਾ ਸੀ ਵੀ ਸਵਾਲ ਕੌਣ ਕਰੂ, ਸਵਾਲ ਵੀ ਆਪਣਾ ਹੀ ਬੰਦਾ ਕਰਨ ਲਾਤਾ ਵੀ ਚੱਲ ਸਵਾਲ ਵੀ ਤੂੰ ਹੀ ਕਰ ਦੇ, ਵੀ ਤੁਹਾਡਾ ਪ੍ਰੋਗਰਾਮ ਅਗਲਾ ਕੀ ਹੋਊ, ਕਿਹਨੂੰ ਲੈ ਕੇ ਚੱਲਾਂਗੇ। ਉਹਨੇ ਕੀਤਾ ਜੀ ਲੱਖਾ ਸਧਾਣਾ ਤੇ ਬਾਕੀ। ਉਹ ਕਹਿੰਦਾ ਨਹੀਂ, ਅਸੀਂ ਨਾ ਦੇਖੋ ਕੀ ਕਹਿ ਰਿਹਾ ਵੀ ਕਿਸਾਨ ਤੁਹਾਨੂੰ ਮੰਨਣ ਲਈ ਤਿਆਰ ਨਹੀਂ। ਕੱਲ ਤੱਕ ਸੁਖਪ੍ਰੀਤ ਉਦੋਂ ਕੇ ਕਹਿੰਦਾ ਸੀ ਕਿਸਾਨ ਆਗੂਆਂ ਨੇ ਤੇ ਸਾਨੂੰ ਕਹਿੰਦਾ ਮਰਵਾਉਣ ਦੀ ਕਹਿੰਦਾ ਸਕੀਮ ਘੜੀ ਸੀ ਵੀ ਇਹਨਾਂ ਨੂੰ ਇੱਥੇ ਬੁਲਾ ਕੇ ਇਹਨਾਂ ਨੂੰ ਸਾਰਿਆਂ ਨੂੰ ਮਰਵਾ ਦਈਏ। ਤੇ ਹੁਣ ਕਹਿੰਦੇ ਅਸੀਂ ਉਹ ਵਿਦੇਸ਼ ਵਾਲਿਆਂ ਨੇ ਕਿਵੇਂ ਕਹਾਣੀਆਂ ਘੜੀਆਂ, ਇੱਥੋਂ ਪਲਾਨ ਬੀ ਇੱਥੇ ਇੰਨੇ ਵਜੇ ਪਲਾਇਆ, ਸਾਨੂੰ ਕਤਲ ਕਰਨਾ ਸੀ। ਉਹ ਭਾਈ ਲੱਖਾਂ ਦਾ ਉੱਥੇ ਇਕੱਠ ਆ, ਤੁਹਾਨੂੰ ਕਤਲ ਕਰਕੇ ਕਿਉਂ ਸ਼ਹੀਦ ਬਣਾਉਣਾ ਅਗਲੇ ਨੇ, ਹੈ ਨਾ। ਇਹ ਹੈ ਕਿ ਚਲੋ ਜੇ ਕਿਸੇ ਨੇ ਕਰਨਾ ਹੀ ਹੁੰਦਾ ਕੋਈ ਥੰਬੜਾਈਆ ਹੋ ਜਾਂਦਾ, ਪਰ ਉਹ ਵੀ ਨਹੀਂ ਕਰਦੇ। ਕੀ ਲੋੜ ਆ ਅਗਲੇ ਨੂੰ ਕਰਨ ਦੀ? ਜਿਹੜਾ ਗੁੜ ਦਿੱਤੇ ਆ ਮਰ ਜੇ, ਉਹਨੂੰ ਮੋਹਰਾ ਦੇਣ ਦੀ ਕੀ ਲੋੜ ਆ ਨਾ। ਸੋ ਇਹ ਵਰਤਾਰਾ ਨਾ ਜਿਹੜਾ ਕਿਤੇ ਨਾ ਕਿਤੇ ਔਕਾਤ ਸਾਹਮਣੇ ਆਉਂਦੀ। ਖੈਰ ਕੰਟੀਨਿਊ ਪਲੀਜ਼ ਜੀ। ਹਾਂ, ਹੁਣ ਪਤਾ ਕੀ ਕਿਹਾ, ਕਹਿੰਦੇ ਜੀ ਦੇਖੋ ਅਸੀਂ ਕਿਸਾਨੀ ਅੰਦੋਲਨ 'ਚ ਹੁਣ ਤੱਕ ਬਣੇ ਹੋਏ ਆ। ਕਹਿੰਦੇ ਬਣੇ ਕਿੱਦਣ ਦੇ ਆ ਵੀ ਇਹ ਤਾਂ ਦੱਸ ਦਿਓ ਤੁਸੀਂ। ਫਿਰ ਅਗਲੀ ਨੂੰ ਵੀਡੀਓ ਪਾ ਕੇ ਲਿਆ ਸੀਗਾ ਸਿੱਧੂ, ਹੁਣ ਇੱਕ ਕਦੀ ਹੋਰ ਪਾ ਲਿਆਂਗੇ, ਬਣੇ ਹੋਏ ਨੇ। ਹਾਂ, ਕਹਿੰਦਾ ਵੀ ਅਸੀਂ ਕਿਸਾਨ ਆਗੂਆਂ ਨੂੰ ਬੇਨਤੀ ਕਰਦੇ ਹਾਂ ਕਿ ਇਹ ਇਕੱਲਿਆਂ ਦੀ ਲੜਾਈ ਨਹੀਂ, ਸਾਰਿਆਂ ਨੂੰ ਨਾਲ ਲੈ ਕੇ ਚੱਲੋ। ਹਾਂ, ਤੁਹਾਨੂੰ ਲੈਣਗੇ ਫਿਰ ਪੱਠਾ ਬਿਠਾ ਦਿਓ ਉਹਨਾਂ ਦਾ, ਠੀਕ ਹੈ। ਫਿਰ ਅਗਲੀ ਗੱਲ ਕਹਿੰਦੇ ਪੰਜਾਬ 'ਚ ਵੀ ਨਾ ਸਾਨੂੰ ਕਈ ਫਰੰਟਾਂ ਤੇ ਲੜਨਾ ਪੈਣਾ। ਕਹਿੰਦੇ ਨਾਲ ਹੀ ਕਹਿੰਦਾ ਡਾਕਟਰ ਸਾਹਿਬ ਆਪਾਂ ਸ਼ੰਭੂ ਗੱਲ ਕੀਤੀ ਸੀ ਨਾ ਵੀ ਜੇ ਕਾਨੂੰਨ ਰੱਦ ਹੋ ਗਏ ਉਹਦੇ ਬਾਅਦ ਸਾਡੇ ਕੋਲ ਕੁਛ ਨਹੀਂ, ਸਾਨੂੰ ਵੱਧ ਅਧਿਕਾਰਾਂ ਦੀ ਲੜਾਈ ਲੜਨੀ ਪੈਣੀ ਆ। ਕਹਿੰਦਾ ਉਹ ਗੱਲ ਅੱਜ ਸਾਬਤ ਹੋ ਰਹੀ ਆ, ਜਿਹੜੀ ਆਪਾਂ ਸ਼ੰਭੂ ਗੱਲ ਕੀਤੀ ਸੀ, ਕਹਿੰਦਾ ਅੱਜ ਸਾਬਤ ਹੋ ਰਹੀ ਆ ਕਿ ਵੱਧ ਅਧਿਕਾਰਾਂ ਦੀ ਲੜਾਈ ਲੜਨੀ ਪੈਣੀ ਆ। ਯਾਨੀ ਕਿ ਉਹ ਕਹਿੰਦਾ ਵੀ ਇੱਕ ਬੰਨੇ ਕਿਸਾਨੀ ਅੰਦੋਲਨ ਲੜੀ ਜਾਵੇ, ਇੱਕ ਬੰਨੇ ਵੱਧ ਅਧਿਕਾਰਾਂ ਦੀ ਸ਼ੁਰੂ ਕਰ ਲਓ, ਤਾਂ ਮੈਨੂੰ ਅਗਲਾ ਮੁੱਖ ਮੰਤਰੀ ਬਣਾ ਦਿਓ। ਕਹਿੰਦਾ 4-5 ਫਰੰਟਾਂ ਤੇ ਲੜਾਈ ਲੜਨੀ ਪੈਣੀ, ਤੇ ਜਿਹੜੀ ਚੋਣ ਵਾਲੀ ਆ ਉਹ ਸਾਰੀ ਮੈਨੂੰ ਸਮਝਾ ਦਿਓ। ਕਹਿੰਦਾ ਕੱਲੇ ਬੰਦੇ ਨੂੰ ਨਹੀਂ ਜ਼ਿੰਮੇਵਾਰੀ ਦੇਣੀ, ਕੱਲਾ ਬੰਦਾ ਵਿਕ ਜਾਂਦਾ। ਮੇਰੇ ਤੇ ਵੀ ਵਿਸ਼ਵਾਸ ਨਾ ਕਰਿਓ, ਕਲੈਕਟਿਵ ਜ਼ਿੰਮੇਵਾਰੀ ਹੋਣੀ ਚਾਹੀਦੀ ਆ, ਕਲੈਕਟਿਵ ਲੀਡਰਸ਼ਿਪ ਹੋਣੀ ਚਾਹੀਦੀ ਆ, ਠੀਕ ਹੈ। ਮਤਲਬ ਸਾਂਝੇ ਤੌਰ ਤੇ ਲੜਨਾ ਚਾਹੀਦਾ। ਸਾਂਝੇ ਤੌਰ ਤੇ ਕਿੰਨੇ ਨਾਲ ਤੇ ਤੇਰੇ 5 ਬੰਦੇ ਸੀ ਤੇ ਅਰਦਾਸ ਕੀਤੀ ਆ ਤੁਸੀਂ ਕੇਸਗੜ੍ਹ ਸਾਹਿਬ ਜਾ ਕੇ ਤਖਤ ਤੇ ਅਰਦਾਸ ਕੀਤੀ ਆ, ਤੇ ਜਿਹੜੇ 5 ਬੰਦੇ ਨਾਲ ਸੀ ਉਹਨਾਂ 5 ਦੇ ਨਾਂ ਨਹੀਂ, ਨਾ 3 ਬੰਦਿਆਂ ਦੇ ਲਏ ਆ। ਇਹ ਭਾਈ ਸਾਹਿਬ ਵੀ ਸੰਗਤ ਲੈ ਕੇ, ਸੰਗਤ ਕਿਹੜੀ ਸੀ, ਸੰਗਤ ਦਿਖਾ ਦਿੰਦੇ ਕੈਮਰਾ ਘੁਮਾ ਕੇ, ਕੈਮਰਾ ਵੀ ਨਹੀਂ ਸੀ, ਮੋਬਾਈਲ 'ਚ ਇੱਕ ਬਣਾਈ ਹੋਈ ਆ, ਠੀਕ ਹੈ। ਮੋਬਾਈਲ ਰੱਖ ਕੇ ਮੋਬਾਈਲ 'ਚ ਬਣਾਈ ਹੋਈ ਆ। ਤੇ ਜਿਹੜੇ ਮੋਰੇ ਮੈਕ ਜਿਹਾ ਸੀ, ਮੈਨੂੰ ਲੱਗਦਾ ਉਹ ਵੀ ਉੱਦਾਂ ਹੀ ਸੀ, ਮੈਕਾਂ 'ਚ ਵੀ ਕੱਖ ਨਹੀਂ ਸੀ, ਉਹ ਵੀ ਸਟੰਟ ਕੀਤਾ, ਕੇਵਲ ਮੋਬਾਈਲ 'ਚ ਬਣਾ ਕੇ ਉਹੀ ਜਿਹੜੀ ਸੀ ਉਹ ਵਾਇਰਲ ਕਰ ਦਿੱਤੀ ਆ। ਤੇ ਦੇਖੋ ਜੀ ਇਹ ਲੀਡਰਸ਼ਿਪ ਨਵੇਂ ਸਿਰੇ ਨੂੰ ਜਿਹੜੀ ਆ ਉਹ ਤੁਰ ਪਈ ਆ। ਕਿਤੇ ਨਾ ਕਿਤੇ ਰੋਟੀਆਂ ਸੇਕਣ ਦੀ ਕਵੈਤ ਸੀ, ਹੋਰ ਕੱਖ ਨਹੀਂ ਸੀ। ਹੁਣ ਆ ਜੀ ਗੁਰਨਾਮ ਸਿੰਘ ਝੜੂਨੀ ਆ। ਬਿਲਕੁਲ, ਦੇਖੋ ਇਹ ਤਾਂ ਜਿਹੜੇ ਇਹਨਾਂ ਨੇ ਸ਼ਹੀਦ ਬਣਾਉਣੇ ਨੇ ਉਹਨਾਂ ਦੀ ਤਾਂ ਸਾਰ ਕਿਹਨੇ ਲੈਣੀ ਹੈ? ਸ਼ਹਾਦਤ ਬਾਈ ਜੀ, ਸਾਰ ਤਾਂ ਤੁਸੀਂ ਵੇਖੋ ਕਿੱਡੀ ਮੰਦਭਾਗੀ ਖਬਰ ਹੈ। ਚਲੋ ਮੈਂ ਅਪਡੇਟ ਦੇ ਦਿਆਂ। ਲੋਕੀ ਹੁਣ ਉਹ ਪਿਛਲੇ ਦਿਨ ਹੀ ਆਪਾਂ ਪ੍ਰੋਗਰਾਮ ਕੀਤਾ ਸੀ, ਜਿਹੜੀਆਂ ਅੱਗੇ ਲੋਹੇ ਵਾਲੀ ਕੜਿੱਕੀ ਹੁੰਦੀ ਸੀ ਨਾ, ਤੇ ਉਹ ਕਈ ਵਾਰੀ ਹੱਥ ਵੀ ਉਹਦੇ ਨਾਲ ਵੱਢਿਆ ਜਾਂਦਾ ਸੀ। ਉਹ ਬਹੁਤ ਸਸਤੀ ਜੀ ਹੁੰਦੀ ਸੀ, ਬੜੇ ਸਾਲ ਚੱਲੀ ਜਾਂਦੀ ਸੀ। ਉਹ 'ਚ ਬੁਰਕੀ ਲਾਓ ਤੇ ਉਹ ਚੂਹਾ ਉਹ 'ਚ ਫਸਦਾ ਸੀ, ਗਲ ਉਹ 'ਚ ਫਸਦੀ ਸੀ, ਉਹ ਨਾਲ ਦੀ ਨਾਲ ਗਲ ਘੁੱਟ ਕੇ ਮਾਰ ਦਿੰਦਾ ਸੀਗਾ, ਹੈਨਾ। ਤੇ ਉਸ ਦੌਰਾਨ ਉਹ ਕਿਸੇ ਪਸ਼ੂ ਪ੍ਰੇਮੀਆਂ ਦਾ ਪਤਾ ਨਹੀਂ ਕੀ ਦਬਾਅ ਪਿਆ, ਉਹ ਕੜੱਕੀਆਂ ਬਣਨੋਂ ਹਟ ਗਈਆਂ। ਉਸ ਤੋਂ ਬਾਅਦ ਚੂਹੇ ਬਾਈ ਜੀ ਇੰਨੇ ਵੱਧ ਗਏ ਨੇ। ਉਸ ਤੋਂ ਬਾਅਦ ਜਿਹੜੀਆਂ ਕੜਿੱਕੀਆਂ ਆਈਆਂ ਨੇ ਉਹ ਆਈਆਂ ਲੱਕੜ ਦੀਆਂ ਜਾਂ ਲੋਹੇ ਦੇ ਪਿੰਜਰੇ, ਉਹਦੇ ਵਿੱਚ ਚੂਹਾ ਬੰਦ ਹੋ ਜਾਂਦਾ। ਤੇ ਜਿਹੜੇ ਭਗਤ ਨੇ ਕਹਿੰਦੇ ਨਾ ਜਾ, ਮੈਂ ਨਹੀਂ ਪਾਪ ਕਰਨਾ, ਮੈਂ ਨਹੀਂ ਚੂਹਾ ਮਾਰਨਾ, ਇਹ ਤਾਂ ਲక్ష్ਮੀ ਜੀ ਦਾ ਵਾਹਨ ਹੈ, ਲక్ష్ਮੀ ਸਵਾਰ ਰਹਿੰਦੀ ਚੂਹੇ ਤੇ। ਆ ਕਰਨੀ ਦੇਵੀ ਮੰਦਿਰ ਹੈ ਰਾਜਸਥਾਨ 'ਚ, ਕਰੋੜਾਂ ਦੀ ਤਾਦਾਦ 'ਚ ਉੱਥੇ ਚੂਹੇ ਨੇ। ਅੰਧ ਵਿਸ਼ਵਾਸ ਇਹ ਵੀ ਹੈ ਕਿ ਜੇ ਤੁਹਾਨੂੰ ਉੱਥੇ ਚਿੱਟਾ ਚੂਹਾ ਦਿਸ ਗਿਆ ਤੇ ਤੁਹਾਡੇ ਬਾਰੇ ਨਿਆਰੇ ਆ। ਉੱਥੇ ਪੈਰ ਘਰਸਾ ਕੇ ਲੋਕ ਚੱਲਦੇ ਆ। ਉਸ ਮੰਦਿਰ ਦੇ ਉੱਪਰ ਲੋਹੇ ਦਾ ਜਾਲ ਪਾਇਆ ਤਾਂ ਜੋ ਕੋਈ ਕਿਰਮਚੀ, ਕੋਈ ਇੱਲ, ਕੋਈ ਬਾਜ, ਕੋਈ ਚੂਹਾ ਨਾ ਖਾ ਜੇ। ਤੇ ਇਸ ਦੌਰਾਨ ਇਹ ਜਿਹੜੇ ਚੂਹੇ ਨੇ, ਇਹਨਾਂ ਨੇ, ਮੈਂ ਪਹਿਲਾਂ ਵੀ ਅਪਡੇਟ ਦੇ ਦਿਆਂ ਸ਼ਾਇਦ ਕਿਸੇ ਦੀ ਕਿਡਨੀ ਬਚ ਜੇ, ਕਿ ਚੰਡੀਗੜ੍ਹ ਜੂ ਦੇ ਵਿੱਚ ਉਹ ਜਿਹੜਾ ਮਸਲਾ ਸੀਗਾ ਕਿ ਸ਼ੇਰਾਂ ਨੂੰ ਜਿੱਥੇ ਖੁਰਾਕ ਪਾਈ ਜਾਂਦੀ ਹੈ, ਜਿਹੜੇ ਉਹਨਾਂ ਦੇ ਘੁਰਨੇ ਨੇ, ਉੱਥੇ ਚੂਹੇ ਉਹਨਾਂ ਦੇ ਮਾਸ ਤੇ ਪਿਸ਼ਾਬ ਕਰਦੇ ਸੀ ਜਿਹੜੇ ਸ਼ੇਰ ਖਾਂਦੇ ਸੀ। ਉਸ ਤੋਂ ਬਾਅਦ ਉਹ ਕਿਡਨੀ ਦੇ ਮਰੀਜ਼ ਹੋਏ ਤੇ ਸ਼ੇਰਾਂ ਦੀ ਮੌਤ ਹੁੰਦੀ ਸੀ। ਇਹ ਕਾਰਨ ਲੱਭਿਆ ਗਿਆ। ਇੰਡੀਆ ਦੇ ਵਿੱਚ ਪਤਾ ਨਹੀਂ ਕਿੰਨੇ ਸ਼ੇਰ ਪਿੰਜਰੇ ਚਿੜੀਆ ਘਰਾਂ ਦੇ ਚੂਹਿਆਂ ਦੇ ਕੀਤੇ ਪਿਸ਼ਾਬ ਦੇ ਨਾਲ ਮਾਰੇ ਗਏ ਨੇ। ਇਹ ਗੱਲਾਂ ਔਨ ਰਿਕਾਰਡ ਨੇ। ਹੁਣ ਚੱਕੀਆਂ 'ਚ, ਆਟਾ ਚੱਕੀਆਂ 'ਚ, ਦੁਕਾਨਾਂ ਤੇ, ਗਰੋਸਰੀ ਤੇ ਕਿੰਨੇ ਚੂਹੇ ਹਰਲਾਲ ਕਰਦੇ ਫਿਰਦੇ ਨੇ।
ਤੇ ਹੋਰ ਇੰਡੀਆ ਦੇ ਵਿੱਚ 250-300 ਕਰੋੜ ਚੂਹਾ ਹੋ ਗਿਆ। ਇੰਨੀ ਤਾਦਾਦ ਵੱਧ ਰਹੀ ਹੈ। ਇਸ ਵਾਰੀ ਤਾਂ ਬਾਈ ਜੀ ਜਿਹੜਾ ਝੋਨਾ ਅਗੇਤਾ ਆ ਗਿਆ ਉਹਨੂੰ ਵੱਢ ਸੁੱਟੀ ਜਾਂਦੇ ਨੇ ਚੂਹੇ। ਤੇ ਲੋਕੀ ਹੈ ਨਾ, ਜਿਹੜਾ ਆਪਾਂ ਉਹਦੇ ਵੀ ਜ਼ਿਕਰ ਕੀਤਾ ਸੀ ਕਿ ਜਿਹੜੀ ਗੋਹ ਜਾਨਵਰ ਹੁੰਦਾ ਵੱਡੇ ਘਰ ਲਈ, ਉਹ ਜਿਹੜਾ ਗੋਹ ਹੈ ਉਹਦੇ ਨਾ ਦੰਦ ਹੁੰਦੇ ਆ, ਨਾ ਉਹ ਜ਼ਹਿਰੀਲੀ ਆ, ਨਾ ਉਹ ਦੰਦੀ ਵੱਢਦੀ ਹੈ। ਤੇ ਉਹਦਾ ਡਰ ਹੈ ਕਿਉਂਕਿ ਉਹਦਾ ਮੀਟ ਖਾਂਦੇ ਨੇ ਆ ਜਿਹੜੇ ਸਪੇਰੇ ਸਪੂਰੇ ਨੇ, ਜਾਂ ਇਹ ਸਮਗਲ ਹੁੰਦੀ ਹੈ। ਕਿਉਂਕਿ ਗੋਹ ਜਿਹੜੀ ਹੈ ਨਾ, ਉਹਦੀ ਜਿਹੜੀ ਸਕਿਨ ਹੈ, ਉਹਦੀ ਜਿਹੜੀਆਂ ਚਮੜੀ ਹੈ, ਉਹ ਬਹੁਤ ਮਹਿੰਗੀ ਵਿਕਦੀ ਹੈ। ਕਿਉਂਕਿ ਜਿਹੜੀਆਂ ਮਹਿੰਗੀਆਂ ਘੜੀਆਂ ਨੇ ਵਿਸ਼ਵ ਦੇ ਵਿੱਚ, ਉਹਨਾਂ ਦੇ ਸਟ੍ਰੈਪ ਨੇ, ਜਿਹੜੇ ਫੀਤੇ ਨੇ, ਉਹ ਇਹਦੇ ਬਣਦੇ ਆ। ਜਾਂ ਹੋਰ ਜਿਹੜਾ ਛੋਟਾ ਲੈਦਰ ਹੈ, ਕੋਈ ਪਰਸ ਹੈ ਨਿੱਕਾ ਜਿਹਾ, ਉਹ ਵੀ ਗੋਹ ਦੇ ਚਮੜੇ ਦਾ ਬਣਦਾ। ਤੇ ਇਸ ਕਰਕੇ ਇਹਦੀ ਸਮਗਲਿੰਗ ਹੁੰਦੀ ਹੈ। ਗੋਹ ਖਤਮ ਹੀ ਹੋ ਗਈ ਤਕਰੀਬਨ। ਜਿਹੜੀ ਮਾੜੀ ਮੋਟੀ ਖੇਤਾਂ 'ਚ ਹੈਗੀ ਆ, ਉਹ ਅਸਲ ਦੇ ਵਿੱਚ ਉਹ ਨਹਿਰਾਂ ਦੇ ਨੇੜੇ ਜਿਹੜੀਆਂ ਬਰਮਾਂ ਨੇ, ਖਤਾਨ ਨੇ, ਉੱਥੇ ਰਹਿੰਦੀ ਹੈ। ਤੇ ਉੱਥੋਂ ਫਿਰ ਇਹ ਖੇਤਾਂ 'ਚ ਆ ਜਾਂਦੀ ਹੈ ਚੂਹਿਆਂ ਨੂੰ ਖਾਣ ਵਾਸਤੇ। ਤੇ ਜੱਟ ਡਾਂਗਾਂ ਲੈ ਕੇ ਇਹਨਾਂ ਨੂੰ ਗੋਹਾਂ ਨੂੰ ਕੁੱਟੀ ਜਾਂਦੇ ਨੇ। ਕਹਿੰਦੇ ਜੀ ਗੋਹ ਝੋਨਾ ਵੱਢਦੀ ਹੈ। ਅਸਲ ਦੇ ਵਿੱਚ ਝੋਨਾ ਚੂਹੇ ਵੱਢਦੇ ਨੇ। ਚੂਹਿਆਂ ਨੂੰ ਖਾਣ ਦੇ ਵਾਸਤੇ ਗੋਹ ਆਉਂਦੀ ਹੈ ਤੇ ਜੱਟਾਂ ਨੇ ਗੋਹ ਨੂੰ ਦਵਾਈਆਂ ਪਾ ਕੇ ਮਾਰ ਦਿੱਤਾ। ਬਦਕਿਸਮਤੀ ਇਸ ਗੱਲ ਦੀ ਹੈ। ਤੇ ਹੁਣ ਜਿਹੜੇ ਚੂਹੇ ਨੇ, ਇਹ ਚੂਹਿਆਂ ਨੇ ਬੇੜਾ ਗਰਕ ਕਰ ਦਿੱਤਾ। ਲੁਧਿਆਣਾ ਦੇ ਨੌਕਰਾ ਮੁਹੱਲੇ ਦੇ ਵਿੱਚ ਸ਼ਹੀਦ ਭਗਤ ਸਿੰਘ ਦੇ ਨਾਲ ਫਾਂਸੀ ਦਾ ਰੱਸਾ ਚੁੰਮਣ ਵਾਲੇ ਸ਼ਹੀਦ ਸੁਖਦੇਵ, ਜਿਨ੍ਹਾਂ ਨੂੰ ਥਾਪਰ ਭਾਈਚਾਰੇ ਨੇ ਆਪਣਾ ਸੁਖਦੇਵ ਥਾਪਰ ਟਰਸਟ ਬਣਾਇਆ ਹੋਇਆ, ਇਹਨਾਂ ਨੇ ਹੁਣ ਦੋਸ਼ ਵੀ ਲਾਏ ਨੇ। ਗੱਲ ਸਹੀ ਵੀ ਹੈ। ਜਿਹੜਾ ਸ਼ਹੀਦ ਦਾ ਘਰ ਬਣਨਾ ਸੀਗਾ, ਜਾਂ ਜਿਹੜਾ ਮੌਜੂਦਾ ਘਰ ਮਾੜਾ ਮੋਟਾ ਹੈਗਾ, ਉਹਦੀਆਂ ਸਾਰੀਆਂ ਨੀਹਾਂ ਇਹਨਾਂ ਚੂਹਿਆਂ ਨੇ ਖੋਖਲੀਆਂ ਕਰ ਦਿੱਤੀਆਂ। ਬਰਸਾਤ ਕਾਰਨ ਪਾਣੀ ਭਰ ਗਿਆ ਤੇ ਉੱਥੇ ਉਹ ਘਰ ਡਿੱਗਣ ਨੂੰ ਤਿਆਰ ਹੈ। ਕੈਪਟਨ ਸਾਹਿਬ ਨੇ 4 ਸਾਲ ਪਹਿਲਾਂ ਕਰੋੜ ਰੁਪਈਆ ਰਾਸ਼ੀ ਐਲਾਨੀ ਸੀ ਸੁਖਦੇਵ ਦੇ ਘਰ ਦੇ ਸਾਂਭ ਸੰਭਾਲ ਵਾਸਤੇ। ਉਹ ਰਾਸ਼ੀ ਜਾਰੀ ਨਹੀਂ ਹੋਈ। ਤੇ ਇਸ ਦੌਰਾਨ ਇਹ ਜਿਹੜਾ 15 ਅਗਸਤ ਨੂੰ ਵੀ ਵੱਡੀਆਂ ਗੱਲਾਂ ਹੁੰਦੀਆਂ ਨੇ, 26 ਜਨਵਰੀ ਨੂੰ ਵੀ ਵੱਡੀਆਂ ਗੱਲਾਂ ਹੁੰਦੀਆਂ ਨੇ, ਸ਼ਹੀਦ ਭਗਤ ਸਿੰਘ ਤੇ ਇਹਨਾਂ ਸ਼ਹੀਦਾਂ ਦੇ ਦਿਹਾੜੇ ਦੇ ਮੌਕੇ ਤੇ ਵੀ ਵੱਡੀਆਂ ਗੱਲਾਂ ਹੁੰਦੀਆਂ ਨੇ। 2018 ਦੇ ਵਿੱਚ ਆਜ਼ਾਦੀ ਦਿਹਾੜੇ ਮੌਕੇ ਕਪਤਾਨ ਸਰਕਾਰ ਨੇ ਇਸ ਸ਼ਹੀਦ ਦੇ ਘਰ ਦੀ ਸਾਂਭ ਸੰਭਾਲ ਵਾਸਤੇ 1 ਕਰੋੜ ਰੁਪਏ ਫੰਡ ਦੇਣ ਦਾ ਐਲਾਨ ਕੀਤਾ ਸੀ। ਪਰ 4 ਸਾਲ ਹੋ ਗਏ, ਦਵਾਨੀ ਨਹੀਂ ਆਈ। ਸਿਰਫ ਇੱਕ ਕਲਰਕ ਆਉਂਦਾ ਉੱਥੇ, ਜਿਹੜਾ ਜਾਣਕਾਰੀ ਦਿੰਦਾ ਸ਼ਹੀਦ ਦੇ ਬਾਰੇ ਤੇ ਆਪਣੀ ਡਿਊਟੀ ਪਾ ਕੇ ਚਲਿਆ ਜਾਂਦਾ। ਜਾਣੀ ਚੂਹਿਆਂ ਨੇ ਸ਼ਹੀਦ ਸੁਖਦੇਵ ਦੇ ਘਰ ਦੀਆਂ ਨਿਉਆਂ ਵੀ ਨੇ ਜਿਹੜੀਆਂ ਉਹ ਮੋਕਲੀਆਂ ਕਰ ਦਿੱਤੀਆਂ ਨੇ। ਤੇ ਫਿਰ ਇੱਕ ਗੱਲ ਤੇ ਸਰਕਾਰਾਂ ਤੇ ਵੀ ਰੋਸ ਹੈ ਕਿ ਜੇ ਸ਼ਹੀਦਾਂ ਦੇ ਘਰਾਂ ਨੂੰ ਚੂਹੇ ਖਾਈ ਜਾ ਰਹੇ ਨੇ, ਸਰਕਾਰੀ ਹੋਣ ਭਾਵੇਂ ਨਿੱਜੀ ਹੋਣ, ਤੇ ਦੂਸਰੇ ਪਾਸੇ ਦੋਸ਼ ਲੋਕਾਂ ਤੇ ਵੀ ਹੈ ਕਿ ਇਹ ਜਿਹੜਾ ਜਾਨਵਰ ਹੈ, ਇਹਦੇ ਵਾਸਤੇ ਉਹ ਕੁੜੱਕੀਆਂ ਨਹੀਂ ਲੱਭਦੀਆਂ। ਮੈਂ ਤਾਂ ਪਟਿਆਲੇ 'ਚ ਲੱਭ ਕੇ ਵੀ ਆਇਆ, ਕਿਤੇ ਕੁੜੱਕੀ ਮਿਲ ਜਾਣ, ਮੇਰੀ ਤਾਂ ਆਪ ਕਾਰ ਦੀਆਂ ਤਾਰਾਂ ਤੂਰਾਂ ਵੱਢ ਦੇਣੀਆਂ ਸੀ ਇੱਕ ਦਿਨ। ਤੇ ਇਸ ਦੌਰਾਨ ਇਹ ਜਿਹੜੇ ਹਾਲਾਤ ਨੇ ਕਿ ਅਸੀਂ ਖੜੇ ਕਿੱਥੇ ਹਾਂ। ਜੇ ਹੁਣ ਸ਼ਹੀਦ ਸੁਖਦੇਵ ਵਰਗਿਆਂ ਦੇ ਇਹ ਹਾਲਾਤ ਨੇ, ਮਾਫ ਕਰਨਾ, ਕਰਤਾਰ ਸਿੰਘ ਸਰਾਭਾ ਦੇ ਘਰ ਦੀ ਸਾਂਭ ਸੰਭਾਲ ਵਾਸਤੇ ਜਗਰੂਪ ਸਿੰਘ ਜਰਖੜ ਤੇ 5 ਬੰਦਿਆਂ ਨੂੰ ਅਫਸੋਸ ਵਜੋਂ ਮੁੰਡਨ ਕਰਾਉਣਾ ਪਿਆ ਸੀ ਆਪਣਾ, ਸਰਕਾਰਾਂ ਦੀ ਜਾ ਖੋਲਣ ਵਾਸਤੇ ਸਰਾਭਾ ਪਿੰਡ ਦੇ ਵਿੱਚ। ਜੇ ਉਹਨਾਂ ਸ਼ਹੀਦਾਂ ਦੀ ਕੋਈ ਸਾਰ ਨਹੀਂ ਲੈਂਦਾ, ਆਹ ਜਿਹੜੇ ਅਖੌਤੀ ਬੰਦੇ ਪੰਥ ਦੇ ਨਾਂ ਤੇ ਸ਼ਹੀਦ ਬਣਾਉਂਦੇ ਨੇ, ਇਹਨਾਂ ਸ਼ਹੀਦਾਂ ਦੀ ਕਿਹਨੇ ਸਾਰ ਲੈਣੀ ਹੈ? ਜਿਨ੍ਹਾਂ ਨੇ ਪੂਰਾ ਮੁਲਕ ਆਜ਼ਾਦ ਕਰਾਇਆ, ਉਹਨਾਂ ਸ਼ਹੀਦਾਂ ਦੇ ਘਰਾਂ ਨੂੰ ਚੂਹੇ ਢਾਹ ਰਹੇ ਨੇ। ਸੋ ਇਸ ਕਰਕੇ ਅਖੌਤੀ ਸਿਰਫਿਰੇ ਸ਼ਹੀਦੋ ਨਾ ਇਹਨਾਂ ਦੇ ਮਗਰ ਲੱਗ ਕੇ ਆਪਣਾ ਬੇੜਾ ਗਰਕ ਕਰੋ। ਆ ਜਿਹੜਾ ਤੁਹਾਡੇ ਕੋਈ 2020 ਲਈ ਫਿਰਦਾ, ਕੋਈ ਕੁਛ ਲਈ ਫਿਰਦਾ, ਆ ਹੁਣ ਦੀਪ ਸਿੱਧੂ ਕਹਿੰਦਾ ਖੂਨ ਬਹਾਉਣਾ ਪਏਗਾ, ਉਹਨੇ ਗੁਲਾਬ ਸਿੰਘ ਕੋਲ ਬੈਠ ਕੇ, ਉਹ ਭਾਈ ਆਪਣਾ ਬਣਾ ਦੇ, ਤੂੰ ਬਣ ਜਾ ਸ਼ਹੀਦ ਜੇ ਐਡਾ ਸ਼ੌਕ ਹੈ। ਪਰ ਇਹਨਾਂ ਨੇ ਭੋਲੇ ਭਾਲੇ, ਫਰਸਟਡ ਹੋਏ, ਗਮਰਾਹ ਹੋਏ ਬੱਚੇ, ਜਿਨ੍ਹਾਂ ਦਾ ਖੂਨ ਤੱਤਾ, ਜਿਨ੍ਹਾਂ ਨੂੰ ਪਤਾ ਹੀ ਨਹੀਂ ਸੰਤ ਕੀ ਕਹਿੰਦੇ ਸੀ ਤੇ ਕੀ ਸੰਤਾਂ ਨਾਲ ਵਾਪਰਿਆ, ਕਿਵੇਂ ਸੰਤਾਂ ਨੂੰ ਉਕਸਾ ਕੇ ਇਹਨਾਂ ਨੇ ਇਸ ਪਾਸੇ ਨੂੰ ਤੋਰਿਆ। ਉਹ ਹੁਣ ਜਿਹੜੇ ਨੇ ਨਾ ਕੁਛ ਸਿਰਫਿਰੇ ਆਪਣਾ ਆਪ ਗਾਲਣਗੇ ਇਹਨਾਂ ਦੇ ਪਿੱਛੇ ਲੱਗ ਕੇ। ਇਹ ਜਿਹੜਾ ਲਾਣਾ ਤੁਰਿਆ ਫਿਰਦਾ ਸ਼ੰਭੂ ਵਾਲਾ, ਖੁਦ ਮੁਖਤਾਰੀ ਵਾਲਾ। ਜੀ ਸੁਰਿੰਦਰ ਵੀਰ, ਕੰਟੀਨਿਊ ਪਲੀਜ਼। ਤੁਸੀਂ ਗੱਲ ਚੂਹਿਆਂ ਦੀ ਕੀਤੀ ਆ। ਮੈਂ ਚੂਹਿਆਂ ਨਾਲੋਂ ਜ਼ਿਆਦਾ ਮੈਂ ਤਾਂ ਗਾਲੜਾਂ ਤੋਂ ਪਰੇਸ਼ਾਨ ਹਾਂ। ਠੀਕ ਹੈ, ਮੈਂ ਤਾਂ ਪਿੰਜਰਾ ਲਿਆ ਕੇ ਰੱਖਿਆ, ਕੋਈ ਪਿੰਜਰਾ ਹੀ ਨਹੀਂ। ਇਹ ਅੱਗੇ ਕਹਿੰਦੇ ਸੀ ਚਵਾਨੀ ਕਹੇ ਚ ਡਾਲਰ ਨਿਕਲਦੇ ਆ ਸੋਨੇ ਦੇ, ਚੱਪਲੀਆਂ ਵਾਲੀ। ਨਹੀਂ, ਆਪਾਂ ਸਕੂਲ 'ਚ ਨਾ ਉਹ ਪੜ੍ਹਦੇ ਨੇ, ਇੱਕ ਪੀਰ ਗਾਲੜ ਸ਼ਾਹ ਵਾਲੀ ਕਹਾਣੀ ਵੀ ਪੜ੍ਹੀ ਹੋਈ ਸੀ ਨਾ, ਠੀਕ ਹੈ ਨਾ, ਬੋਤਲ 'ਚ। ਹਾਂ, ਪੀਰ ਗਾਲੜ ਸ਼ਾਹ, ਉਹ ਜਿਹੜਾ ਗਾਲੜ ਉਹਦੇ 'ਚ ਬੋਤਲ 'ਚ ਨੱਪ ਦਿੱਤਾ ਸੀਗਾ ਤੇ ਸਾਰਾ ਇਲਾਕਾ ਜਿਹੜਾ ਸੀਗਾ ਉਹ ਤੇ ਪੀਰ ਗਾਲੜ ਸ਼ਾਹ ਨੂੰ ਮੰਨਣ ਲੱਗ ਗਿਆ। ਤਾਂ ਅਖੀਰ ਜਦੋਂ ਪੱਟਿਆ ਤਾਂ ਮੁੜ ਕੇ ਬੋਤਲ 'ਚੋਂ ਗਾਲੜ ਮਰਿਆ ਹੋਇਆ ਨਿਕਲਿਆ ਸੀਗਾ। ਉਹ ਮੈਨੂੰ ਤਾਂ ਗਾਲੜਾਂ ਨੇ ਬੜਾ ਦੁਖੀ ਕੀਤਾ, ਕੁਝ ਨਹੀਂ ਛੱਡਦੇ। ਸੁਰਿੰਦਰ ਵੀਰ, ਜਿਹੜੀ ਮਿੱਥ ਹੈ ਨਾ, ਜਿਹੜਾ ਅਸੀਂ ਤਾਂ ਆਪ ਬਹੁਤ ਚੱਪਲਾਂ ਵਾਲੇ ਕੁੱਟੀਆਂ ਨੇ ਘਾਟੋਆਂ, ਕਾਰਨ ਕੀ ਸੀ ਕਿ ਇਹ ਜਿਹੜੀ ਮਿੱਥ ਫੈਲਾਈ ਜਾਂਦੀ ਸੀ, ਉਹਦਾ ਕੋਈ ਲੌਜਿਕ ਸੀਗਾ ਕਿ ਜਿਹੜੇ ਕੋਈ ਵੀ ਐਕਸੈਸ ਆਫ ਐਵਰੀਥਿੰਗ ਇਜ਼ ਬੈਡ।
ਪੈਸਾ ਵੀ ਵਾਧੂ ਆ ਜੇ, ਪਿਆਰ ਵੀ ਵਾਧੂ ਹੋ ਜੇ, ਬੇੜਾ ਗਰਕ ਕਰਦਾ ਹੈ। ਧਰਮ ਦਾ ਫੈਲਾਅ ਵੀ ਲੋੜ ਤੋਂ ਵਾਧੂ ਧਾਰਮਿਕ ਸਥਾਨ ਹੋ ਜਾਣਾ, ਲੋਕੀ ਸਤਿਕਾਰ ਨਹੀਂ ਕਰਦੇ। ਉਹੀ ਗੁਰੂ ਗ੍ਰੰਥ ਸਾਹਿਬ ਜਿਹੜਾ ਦਰਬਾਰ ਸਾਹਿਬ 'ਚ ਹੁੰਦਾ ਤੇ ਉਹੀ ਗੁਰੂ ਗ੍ਰੰਥ ਸਾਹਿਬ ਬੁੰਗਿਆਂ 'ਚ ਜਿੱਥੇ ਲੋਕਾਂ ਨੇ ਅਖੰਡ ਪਾਠ ਖਲਾਏ ਨੇ, ਕੋਈ ਝੁਕਦਾ ਉੱਥੇ, ਅਗਲਾ ਮੌਜ ਨਾਲ ਉਵੇਂ ਨਿਕਲ ਜਾਂਦਾ। ਇਸ ਕਰਕੇ ਜੇ ਗੁਰੂ ਘਰ ਵੀ ਇੱਕ ਹੋਵੇ, ਧਾਰਮਿਕ ਸਥਾਨ ਵੀ ਇੱਕ ਹੋਣ ਤੇ ਉਹਦੀ ਜ਼ਿਆਦਾ ਵੈਲਿਊ ਹੈ। ਹੁਣ ਆਪਾਂ ਵੇਖਦੇ ਹੀ ਹਾਂ ਕਿ ਦਰਬਾਰ ਸਾਹਿਬ ਦਾ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਸੁਸ਼ੋਭਿਤ ਹੁੰਦਾ, ਉਹਦਾ ਕਿੰਨਾ ਸਤਿਕਾਰ ਹੁੰਦਾ। ਜਿਹੜਾ ਜਦੋਂ ਸਰੋਵਰ ਵੱਲ ਨੂੰ ਜਾਂਦੇ ਆ, 12-13 ਕਮਰੇ ਬਣੇ ਨੇ ਜਿੱਥੇ ਪਾਠ ਖੁੱਲੇ ਨੇ, ਕੋਈ ਮੱਥਾ ਵੀ ਨਹੀਂ ਟੇਕਦਾ, ਦੂਰੋਂ ਹੀ ਐਂ ਕਰ ਦਿੰਦੇ ਨੇ, ਕਈ ਵਾਰ ਤਾਂ ਪਿੱਠ ਕਰਕੇ ਲੰਘ ਜਾਂਦੇ ਨੇ। ਗੁਰੂ ਗ੍ਰੰਥ ਸਾਹਿਬ ਤਾਂ ਉਹੀ ਹੈ ਨਾ, ਹਾਲਾਂਕਿ ਉਹ ਨਿੱਜੀ ਪਾਠ ਹੋ ਰਿਹਾ, ਸਰੂਪ ਤਾਂ ਉਹੀ ਹੈ ਨਾ, ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ, ਗੁਰੂ ਤਾਂ ਉਹੀ ਹੈ। ਇਸ ਕਰਕੇ ਸਾਨੂੰ ਇਹ ਘੱਟੋ ਘੱਟ ਸਮਝ ਲੈਣਾ ਚਾਹੀਦਾ, ਐਕਸੈਸ ਆਫ ਐਵਰੀਥਿੰਗ ਇਜ਼ ਬੈਡ। ਇਹ ਸਾਰੇ ਸਿਲਸਿਲੇ ਦੇ ਵਿੱਚ ਉਹ ਜਿਹੜਾ ਸੀਗੀ ਮਿੱਥ ਨਾ ਕਿ ਇਹਦੇ ਚੋਂ ਚਵਾਨੀ ਨਿਕਲਦੀ ਹੈ, ਕਿਉਂਕਿ ਉਹ ਨੁਕਸਾਨ ਬਹੁਤ ਪਹੁੰਚਾਉਂਦਾ। ਹੁਣ ਦੇਖੋ ਸਬਜ਼ੀਆਂ ਨੇ, ਆ ਪਿੱਛੇ ਜੇ ਸਾਡੇ ਇੱਥੇ ਗੁਆਂਢੀ ਨੇ, ਉਹ ਸਬਜ਼ੀ ਦਾ ਕੰਮ ਕਰਦੇ ਨੇ, ਉਹ ਕਹਿੰਦੇ ਅਗੇਤੀ ਗੋਭੀ ਲਈ ਸਾਰੀਆਂ ਕਾਟਵਾਂ ਖਾ ਗਈਆਂ। ਸੋ ਬੰਦਾ ਮਾਰੂਗਾ ਨਹੀਂ ਤੇ ਹੋਰ ਕੀ ਕਰੂਗਾ। ਇਹ ਜਿਹੜੇ ਪੰਛੀਆਂ ਦੀ ਇੰਨੀ ਬਾਈ ਜੀ ਬਹੁਤਾਤ ਹੋ ਗਈ ਆ। ਮੈਂ ਕੰਢੀ ਇਲਾਕੇ 'ਚ ਵੇਖ ਰਿਹਾ ਸੀ ਇੱਕ ਵੀਡੀਓ, 90,000 ਨੂੰ ਕਿੱਲਾ ਜ਼ਮੀਨ ਦਾ ਵਿਕਦਾ ਪੰਜਾਬ 'ਚ, 80,000 90,000 ਨੂੰ, 5,000 ਕਿੱਲੇ ਦਾ ਕਿਰਾਇਆ। ਜ਼ਮੀਨ ਬਹੁਤ ਸੋਹਣੀ ਹੈ, ਟੈਂਪਰੇਚਰ ਬਹੁਤ ਗੁੱਡ ਹੈ, ਪਰ ਉਹ ਕੰਢੀ ਇਲਾਕੇ 'ਚ ਜੰਗਲ ਹੈ। ਉਹ ਕਹਿੰਦੇ ਕੋਈ ਫਸਲ ਹੋਣ ਹੀ ਨਹੀਂ ਦਿੰਦੇ ਜਾਨਵਰ ਉੱਥੇ। ਸੋ ਇਸ ਕਰਕੇ ਇਹ ਜਿਹੜੇ ਵਾਧੂ ਜਾਨਵਰ ਆ ਕੀੜਿਆਂ ਦੇ ਭੌਣ ਨੂੰ ਤੁਸੀਂ ਪਾਈ ਜਾਂਦੇ ਹੋ। ਤੁਸੀਂ ਵੇਖੋ ਕਿਵੇਂ ਘਰਾਂ ਤੱਕ ਕੀੜੇ ਆ ਗਏ ਨੇ। ਸੋ ਇਹ ਜਿਹੜਾ ਮਿੱਥ ਸੀਗੀ ਨਾ ਕਿ ਕਾਟੋ 'ਚ ਚਵਾਨੀ ਨਿਕਲਦੀ ਆ, ਉਹੀ ਸੀ ਕਿ ਜਿਹੜੇ ਵਾਧੂ ਜਾਨਵਰ ਨੇ ਨਾ ਉਹਨਾਂ ਕੁ ਸਮਤਲ ਰਹੇ ਜਿੰਨਾ ਕੁ ਕੁਦਰਤ ਦਾ ਜ਼ਰੂਰੀ ਹੈ। ਹੁਣ ਜੇ ਮਨੁੱਖਾਂ ਦੀ ਨਸਬੰਦੀ ਹੁੰਦੀ ਹੈ, ਇੱਕ ਪਾਬੰਦੀ ਲੱਗਦੀ ਹੈ ਕਿ 2 ਤੋਂ ਵੱਧ ਬੱਚੇ ਨਹੀਂ, ਸੋ ਇਸ ਕਰਕੇ ਬੱਚਾ ਭਾਵੇਂ ਰੱਬ ਦਾ ਰੂਪ ਹੈ। ਸੋ ਇਸ ਕਰਕੇ ਇਹ ਇਹਨਾਂ ਮਿੱਥਾਂ ਕਿ ਗਾਲੜ ਨੂੰ ਕੁੱਟੋ ਚਵਾਨੀ ਨਿਕਲੂਗੀ, ਕਿਤੇ ਨਾ ਕਿਤੇ ਉਹ ਸੀ ਕਿ ਵਾਧੂ ਜਿਹੜੀ ਚੀਜ਼ ਹੈ ਇਹਨਾਂ ਨੂੰ ਕਿਸੇ ਨਾ ਕਿਸੇ ਰੂਪ 'ਚ ਖਤਮ ਕਰੋ। ਪਰ ਸਾਡੀ ਬਦਕਿਸਮਤੀ, ਚੂਹਾ ਅਸੀਂ ਇੱਥੋਂ ਘਰੋਂ ਫੜਦੇ ਹਾਂ ਤੇ ਉੱਥੇ ਅਗਲੇ ਦੇ ਘਰ ਮੂਹਰੇ ਛੱਡਦੇ ਹਾਂ, ਫੇਰ ਆ ਜਾਂਦਾ। ਅੱਡ ਅੱਡੇ ਮੋਟੇ ਕਿਲੋ ਦੇ ਚੂਹੇ ਹੋਏ ਪਏ ਨੇ, ਗਣੇਸ਼ ਕਹਿ ਕੇ ਮੱਥਾ ਟੇਕੀ ਜਾਂਦੇ ਉਹਨਾਂ ਨੂੰ ਲੋਕੀ। ਜੀ ਸੁਰਿੰਦਰ ਵੀਰ, ਪਤਾ ਨਹੀਂ ਚਵਾਨੀ ਇਹਦੇ ਚੋਂ ਨਿਕਲੇ ਨਾ ਨਿਕਲੇ, ਪਰ ਮੇਰੇ ਬਾਹਰ ਪਾਰਕ 'ਚ ਉਹਨਾਂ ਨੇ ਦਵਾਨੀ ਛੱਡੀ ਨਹੀਂ, ਸਾਰਾ ਕੁਝ ਨਿਕਲ ਗਏ। ਠੀਕ ਆ, ਮਤਲਬ ਤੁਸੀਂ ਅੰਦਾਜ਼ਾ ਲਾਓ ਵੀ ਚੱਲ ਬੈਂਗਣਾ ਨੂੰ ਤਾਂ ਖਾ ਗਏ, ਬੈਂਗਣ ਤਾਂ ਖਾ ਜਾਣ, ਜਿਹੜਾ ਬੈਂਗਣ ਲੱਗਦਾ ਨਾਲ ਦੀ ਨਾਲ ਨਿਕਲ ਹੀ ਜਾਂਦੇ ਉਹਨੂੰ, ਜਾਂ ਮਤਲਬ ਮਿਰਚਾਂ ਨੂੰ ਤੋੜ ਥੱਲੇ ਸੁੱਟੀ ਜਾਂਦੇ ਆ। ਹੁਣ ਗਾਂ ਤਾਂ ਤੁਸੀਂ ਚੋਲੀ ਸੀ, ਹੁਣ ਇਹਦਾ ਤਾਂ ਐ ਵੀ ਕਾਟੋ ਤਾਂ ਤੜਕੀ ਵੀ ਨਹੀਂ ਜਾਂਦੀ ਭਾਈ। ਉਹ ਕਾਨੂੰ ਹੋਰ ਕੰਮ ਕੀਤਾ ਮੈਂ ਨਾ, ਪਿੰਜਰੇ ਲੈ ਆਂਦੇ, ਪਿੰਜਰਾ ਲਿਆਂਦਾ, ਪਿੰਜਰੇ 'ਚ ਬੰਦ ਹੋਈਆਂ। ਪਹਿਲੀ ਵਾਰੀ 6-7 ਕਾਬੂ ਆਈਆਂ, ਚੱਕਣੀਆਂ ਜਾ ਕੇ ਉਹ 5-7 ਕਿਲੋਮੀਟਰ ਦੂਰ ਛੱਡ ਆਉਣੀਆਂ। ਠੀਕ ਹੈ, ਉਹ ਕੀ ਹੋਇਆ, ਮੁੜ ਕੇ ਨਾ ਬਾਲਟੀ 'ਚ ਪਾ ਕੇ ਉਹਨਾਂ ਦਾ ਤਾਂ ਖਾਤਮਾ ਕਰ ਦੇ। ਜਾਂ ਬਿੱਲੀ ਰੱਖੀ ਗੁਆਂਢ ਕਿਸੇ ਦੀ, ਆਪਣੇ ਨਾ ਬਲਦੇਵ ਸਿੰਘ ਬਠਿੰਡੇ ਵਾਲੇ ਆ ਹੈਨਾ, ਉਹ ਕਹਿੰਦੇ ਮੈਂ 2 ਕੜਕੀਆਂ ਲਿਆਂਦੀਆਂ, ਉਹ ਜਿਹੜੀਆਂ ਮਾਰ ਦਿੰਦੀਆਂ ਨੇ ਨਾਲ ਦੀ ਨਾਲ। ਕਹਿੰਦੇ ਤਾਜ਼ਾ ਚੂਹਾ ਮਾਰ ਕੇ ਖਵਾਈਦਾ, ਨਾਲੇ ਬਿੱਲੀ ਦਾ ਭਲਾ ਨਾਲੇ ਚੂਹੇ ਦੀ ਮੁਕਤੀ ਹੋ ਜਾਂਦੀ ਹੈ, ਇੱਕ ਜੂਨੀ ਕੱਟੀ ਜਾਂਦੀ ਹੈ। ਕਹਿੰਦੇ ਮੈਂ ਗੁਆਂਢੀਆਂ ਨੂੰ ਵੀ ਕਿਹਾ ਭਾਈ ਜਿਹੜਾ ਫੜਦਾ ਮੇਰੀ ਬਿੱਲੀ ਨੂੰ ਪਾ ਜਾ ਕਰੋ, ਅਸੀਂ ਤੇ ਆਪ ਰੱਖੀ ਹੋਈ ਹੈ ਇੱਥੇ, ਰੁੱਖੀ ਤਾਂ ਨਹੀਂ ਪਾਲਤੂ ਹੀ ਹੈ। ਮਤਲਬ ਉਹ ਬਿੱਲੀਆਂ ਦਾ ਖਾਤਮਾ ਉਹ ਵਧੀਆ ਕਰਦੀ ਹੈ। ਇੱਕ ਅੱਧਾ ਜੇ ਚੂਹਾ ਫੜ ਵੀ ਲਈਦਾ ਉਧਰ ਗੈਰੇਜ ਵੱਲੋਂ, ਤੇ ਉਹਨੂੰ ਮਤਲਬ ਥੈਲੇ 'ਚ ਪਾ ਕੇ ਬਿੱਲੀ ਦੇ ਮੂਹਰੇ ਪਾ ਦਈਦਾ, ਤਾਜ਼ਾ ਕੁੱਟ ਕੇ, ਉਹ ਛਕਦੇ ਆ ਜੀ। ਮੈਂ ਕਿਹਾ ਇੱਕ ਕੜਿੱਕੀ ਲਿਆਂਦੀ, ਉਹ ਕੋਈ ਰਾਤ ਨੂੰ ਚੱਕ ਕੇ ਲੈ ਗਿਆ ਵੀ ਪਿੰਜਰਾ ਨਵਾਂ, ਦੂਜਾ ਲਿਆਂਦਾ ਉਹ ਵੀ ਕੋਈ ਚੱਕ ਕੇ ਲੈ ਗਿਆ, ਤੀਜਾ ਪਰਸੋਂ ਚੌਥਾ ਪਿੰਜਰਾ ਵੀ ਲੈ ਗਿਆ ਕੋਈ। ਵੈਸੇ ਉਹ ਦੇਖਦੇ ਨਵਾਂ ਵੀ ਸਰਕਲ ਕਾਫੀ ਘੁੰਮਦੇ ਰਹਿੰਦੇ ਪਿੰਡਾਂ ਵੱਲੋਂ। ਜਿਹੜੀਆਂ ਪੁਰਾਣੀਆਂ ਕੜਕੀਆਂ ਸੀ ਨਾ, ਜਿਹੜੀਆਂ ਉਹਦੇ 'ਚ ਗਾਲ ਆ ਜਾਂਦਾ ਸੀ, ਉਹ ਮਤਲਬ ਜਦੋਂ ਵੀ ਰੋਟੀ ਖਾਂਦੇ ਸੀ ਨਾਲ ਦੀ ਨਾਲ ਮਰ ਜਾਂਦਾ ਸੀ। ਉਹ ਵਧੀਆ ਤਰੀਕਾ ਸੀਗਾ ਕਿ ਉਹ ਭਾਈ ਆਪੇ ਮਰ ਗਈ, ਆਪੇ ਫਾਂਸੀ ਚੜ ਗਈ, ਅਸੀਂ ਨਹੀਂ ਮਾਰੀ, ਹੈਨਾ ਜੀ। ਨਹੀਂ ਉਹ ਲੱਭ ਲਾਂਗੇ, ਮਤਲਬ ਮੈਂ ਤਾਂ ਨਾ ਇਹ ਆ ਕਿ ਮੈਂ ਕਿਹਾ ਵੀ ਦਵਾਨੀ ਉਹ 'ਚ ਚਵਾਨੀ ਨਹੀਂ ਲੱਭੀ, ਪਰ ਮੇਰੇ ਸਬਜ਼ੀ 'ਚ ਉਹਨਾਂ ਨੇ ਦਵਾਨੀ ਨਹੀਂ ਛੱਡੀ। ਠੀਕ ਆ, ਸਾਰਾ ਵੀ ਖਤਮ ਹੋ ਗਈ। ਤੁਸੀਂ ਦੇਖੋ ਕਿ ਟਮਾਟਰ ਕੋਈ ਨਹੀਂ ਛੱਡਦੀਆਂ, ਟਮਾਟਰ ਗਏ ਜਿਹੜਾ ਲੱਗਦਾ ਉਸੇ ਨੂੰ ਖਾ ਜਾਂਦੀਆਂ। ਹੋਰ ਦੱਸੋ, ਉਹ ਕਾਲੀਆਂ ਤੋਰੀਆਂ ਲਾਤੀਆਂ, ਮੈਂ ਕਿਹਾ ਇਹ ਤੇ ਨਹੀਂ ਖਾਣਗੀਆਂ, ਉਹਨਾਂ ਥੱਲੇ ਵੱਲਾਂ ਹੀ ਕੱਟਤੀਆਂ। ਉਹ ਬਾਈ ਜੀ ਜਦੋਂ ਕੱਚੀ ਪਨੀਰੀ ਹੁੰਦੀ ਹੈ ਨਾ, ਜਿਵੇਂ ਹੁਣ ਗੋਭੀ ਲੱਗਦੀ ਹੈ, ਇਹ ਤਣਾ ਕੱਟ ਕੇ ਸੁੱਟ ਦਿੰਦੀਆਂ ਨੇ, ਖਾਂਦੀਆਂ ਨਹੀਂ ਕਿਉਂਕਿ ਉਹਨਾਂ ਨੂੰ ਰਸ ਮਾੜਾ ਮੋਟਾ ਨਿਕਲਦਾ। ਬਰੋਕਲੀ ਦਾ ਮੈਂ ਬੜੀ ਵਾਰੀ ਲਾਈ ਦੀ ਹੈ ਅਗੇਤੀ, ਉਹ ਤਣਾ ਹੀ ਵੱਢ ਕੇ ਸੁੱਟ ਦਿੰਦੀਆਂ ਨੇ ਜੜ ਤੋਂ। ਕੀ ਕਰੋਗੇ, ਗੰਨਾ ਵੱਢ ਦਿੰਦੀਆਂ ਨੇ। ਹੋਰ ਦੱਸੋ ਜੀ। ਹੋਰ ਦੱਸਦਾ ਜੀ, ਮੈਂ ਨਾ ਧਨੀਆ ਲਾਇਆ, ਉਹਨਾਂ ਨੇ ਸਾਰਾ ਹੀ ਪੱਟਤਾ। ਧਨੀਆ ਦਾ ਛੱਡਿਆ ਹੀ ਕੱਟ। ਇਹਨਾਂ ਨੂੰ ਵੱਧ ਖਵਾਇਆ ਕਰੋ, ਧਨੀਆ ਦਾ ਜ਼ਿਆਦਾ ਲਾਇਆ ਕਰੋ, ਘੱਟੋ ਘੱਟ ਜਨਰੇਸ਼ਨ ਤਾਂ ਘਟੂਗੀ। ਮੈਂ ਕਿਹਾ ਜੀ ਮੈਂ ਲਾ ਕੇ ਜੇ ਉਹਨੂੰ ਪਾਣੀ ਲਾ ਕੇ ਆਇਆ, ਉਹ ਵਿੱਚ ਵੜ ਗਈਆਂ, ਉਹਨਾਂ ਨੇ ਸਾਰਾ ਹੀ ਪੱਟ ਕੇ ਉਹ ਮਾਰਿਆ, ਕੱਖ ਨਹੀਂ ਛੱਡਿਆ। ਇਸ ਕਰਕੇ
ਇਹ ਜਿਹੜੀ ਧਰਮ ਦੀ ਆੜ ਹੈ ਨਾ, ਇਹ ਬੜਾ ਵੱਡਾ ਨੁਕਸਾਨ ਜਿਹੜਾ ਉਹ ਕਰਦੀ ਪਈ। ਪਹਿਲਾਂ ਸੁਣਦੇ ਸੀ ਜਦੋਂ ਅਸੀਂ ਚਵਾਨੀਆਂ, ਕਈ ਸਾਡੇ ਨਾਲ ਵੀ ਧਾਰਮਿਕ ਸੀਗੇ, ਨਵਾਂ ਅੰਮ੍ਰਿਤ ਛਕਿਆ ਉਹਨਾਂ ਨੇ, ਉਹ ਕਹਿੰਦੇ ਜੀ ਕਾਟੋ ਨਾ ਮਾਰੋ। ਮੁੰਡਾ ਹੁੰਦਾ ਸੀ ਬਿੱਟੂ, ਇਹ ਕੀ ਹੋ ਗਿਆ, ਕਹਿੰਦਾ ਜੀ ਇਹ ਤਾਂ ਦੇਖੋ ਆ ਜਿਹੜੇ ਇਹਦੇ 3 ਧਾਰੀਆਂ ਨੇ ਨਾ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹਨੂੰ ਥਾਪੜਾ ਦਿੱਤਾ ਸੀ, ਐਂ ਕਰਕੇ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਨਿਸ਼ਾਨ ਨੇ। ਮਤਲਬ ਸਿਰ ਫਿਰੇ ਉਦੋਂ ਵੀ ਸੀਗੇ। ਤੇ ਇਸ ਦੌਰਾਨ ਪਹਿਲਾਂ ਇਹ ਸ਼੍ਰੀ ਰਾਮ ਨਾਲ ਜੁੜਦਾ ਕਿ ਜਦੋਂ ਉਹ ਬਣ ਰਿਹਾ ਸੀ ਨਾ ਰਾਮ ਸੇਤੂ, ਕਹਿੰਦੇ ਉਦੋਂ ਕਾਟੋ ਵੀ ਕਹਿੰਦੇ ਕੰਕਰਾਂ ਚੱਕ ਕੇ ਪੁਲ ਬਣਾਉਂਦੀ ਸੀ, ਤੇ ਸ਼੍ਰੀ ਰਾਮ ਨੇ ਇਹਨੂੰ ਅਸ਼ੀਰਵਾਦ ਦਿੱਤਾ ਸੀ, 3 ਉਂਗਲੀਆਂ ਨਾਲ ਐਂ ਕਰਕੇ ਪਲੋਸੀ ਸੀ, ਤੇ ਉਦੋਂ ਤੋਂ ਹੀ ਕਾਟੋ ਦੇ ਉੱਤੇ ਵੀ ਆ 3 ਧਾਰੀਆਂ ਸ਼੍ਰੀ ਰਾਮ ਦੇ ਨਿਸ਼ਾਨ ਨੇ। ਤੇ ਫਿਰ ਸਾਡੇ ਵਾਲੇ ਲਾਣੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿ ਕੇ ਇਹ ਸਾਖੀ ਆ ਜਿਹੜੀ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਘੜ ਲਈ। ਮੇਰੇ ਖਿਆਲ ਹੈ ਹੁਣ ਜਿਹੜੇ ਨੇ ਉਹਨਾਂ ਨੇ ਟਕਸਾਲ ਮੁਖੀ ਜਾਂ ਕਿਸੇ ਨਾਨਕਸਰ ਮੁਖੀ ਜਾਂ ਕਿਸੇ ਹੋਰ ਬੱਲਾਂ ਵਾਲੇ ਜਾਂ ਕਿਸੇ ਹੋਰ ਮੁਖੀ ਨਾਲ ਜੋੜ ਲੈਣੀਆਂ ਕਿ ਇਹ ਜਿਹੜੀਆਂ 3 ਧਾਰੀਆਂ ਨੇ, ਕਿਉਂਕਿ ਸਟੈਪ ਬਾਈ ਸਟੈਪ ਇਹ ਆਇਆ ਨਾ ਇਹ ਚੀਜ਼ਾਂ। ਜਦੋਂ ਸ਼੍ਰੀ ਰਾਮ ਤੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਤੱਕ ਸਾਖੀ ਆ ਗਈ ਕਿ ਇਹ ਕਾਟੋ ਨੂੰ ਅਸ਼ੀਰਵਾਦ ਜਿਹੜਾ ਹੈਗਾ ਗੁਰੂ ਸਾਹਿਬ ਨੇ ਦਿੱਤਾ। ਇਸ ਕਰਕੇ ਜਿਹੜੇ ਨਵੇਂ ਕੋਈ ਆ ਜਿਹੜੇ ਆਪਣਾ ਰਾਧਾ ਸੁਆਮੀ ਕਹਿਣਗੇ ਸਾਡੇ ਵਾਲੇ ਬਾਬੇ ਨੇ ਦਿੱਤੀ ਹੈ, ਤੇ ਰਾਮ ਰਹੀਮ ਵਾਲੇ ਕਹਿਣਗੇ ਧੰਨ ਧੰਨ ਸਤਿਗੁਰੂ, ਇਹ ਤਾਂ ਰਾਮ ਰਹੀਮ ਨੇ ਕਾਟੋ ਨੂੰ ਅਸ਼ੀਰਵਾਦ ਦਿੱਤਾ। ਸੋ ਕੀ ਕਰੋਗੇ ਇਹਨਾਂ ਦਾ? ਬਲਦੇਵ ਸਿੰਘ ਵੀ ਆਪਣੇ ਨਾਲ ਜੁੜੇ ਨੇ, ਗੱਲ ਉਹਨਾਂ ਨਾਲ ਕਰਦੇ ਆਪਾਂ। ਬਲਦੇਵ ਸਿੰਘ ਜੀ ਕੀ ਹਾਲ ਹੈ ਤੁਹਾਡੀ ਮਾਣੋ ਬਿੱਲੀ ਦਾ? ਬਹੁਤ ਵਧੀਆ ਜੀ, ਬਹੁਤ ਵਧੀਆ। ਉਹ ਮੈਂ ਕਿਹਾ ਉਹ ਕੜੱਕੀ ਕਿੱਥੋਂ ਲਿਆਂਦੀ ਸੀ ਭਾਈ? ਸਾਨੂੰ ਤਾਂ ਮਿਲਦੀ ਨਹੀਂ, ਲੱਗਦਾ ਕੜੱਕੀ ਵੀ ਸਹੁਰਿਆਂ ਤੋਂ ਹੀ ਲਿਆਉਣੀ ਪਊ ਮੈਨੂੰ ਵੀ। ਮੈਂ ਕਿਹਾ ਤੂੰ ਆ ਜਾ, ਨਾਲੇ ਸਹੁਰੀ ਮਿਲ ਜਾਏਗਾ ਨਾਲੇ ਸਾਨੂੰ ਮਿਲ ਜਾਏਗਾ। ਨਹੀਂ ਕੜੱਕੀ ਦੋਗੇ ਫੇਰ ਆਉਂ ਮੈਂ, ਅਦਰਵਾਈਜ਼ ਨਹੀਂ ਆਉਂਦਾ। ਮੈਨੂੰ ਤਾਂ ਭਾਈ ਕੜੱਕੀ ਹੋ ਚਾਹੀਦੀ ਆ ਦਾਜ ਚ। ਕੜੱਕੀ ਲੈ ਜੀ। ਨਹੀਂ ਉਹ ਆਉਂਦੀ ਨਹੀਂ ਹੈ ਨਾ ਬਲਦੇਵ ਬਾਈ ਜੀ, ਇੱਥੋਂ ਤਾਂ ਨਹੀਂ ਮਿਲਦੀ ਬਠਿੰਡੇ? ਮੈਂ ਤੁਹਾਨੂੰ ਦੱਸਿਆ ਸੀ ਉਦੋਂ ਵੀ ਇਹ ਰਤਲਾਮ ਮੰਸੌਰ ਇਧਰੋਂ ਮਿਲਦੀ ਆ। ਅੱਛਾ ਰਾਜਸਥਾਨ ਚੋਂ ਮਿਲਦੀ ਆ, ਆਪਣੇ ਨਹੀਂ ਮਿਲਦੀ ਇਹ? ਐਮਪੀ ਚੋਂ। ਉਹ ਸ਼ਿਵਰਾਜ ਸਿੰਘ ਹੋਰਾਂ ਨੇ ਉੱਥੇ ਵੀ ਬੰਦ ਕਰਾ ਦੇਣੀ ਹੈ, ਮੇਨਕਾ ਨੇ ਕਹਿਤਾ ਹੋਣਾ ਨਾ ਉਹਨਾਂ ਨੂੰ। ਨਹੀਂ ਮੇਨਕਾ ਤਾਂ ਇਹ ਕਿੱਦਾਂ ਬੰਦ ਕਰਾ ਦੂਗੀ, ਇਹ ਤਾਂ ਸਾਡੇ ਲੋਕਾਂ 'ਚ ਹੀ ਪਾਵਰ ਨਹੀਂ ਗੀ। ਚਲੋ ਫੋਟੋ ਭੇਜੋ, ਆਪਾਂ ਫੋਟੋ ਯਾਦ ਕਰਾ, ਫੋਟੋ ਖਿੱਚ ਕੇ ਭੇਜੋ ਇਹਦੀ ਮੈਨੂੰ ਹੁਣੇ ਹੀ। ਆਪਾਂ ਫੇਸਬੁੱਕ ਤੇ ਜਾਂ ਤੁਸੀਂ ਪਾ ਦਿਓ ਜਾਂ ਮੈਨੂੰ ਭੇਜੋ। ਆਪਾਂ ਘੱਟੋ ਘੱਟ ਆਪਣੇ ਹੈਗੇ ਕਈ ਕਾਰੀਗਰ ਭਰਾ, ਉਹਨਾਂ ਨੂੰ ਕਹਿੰਦੇ ਕਿ ਯਾਰ ਏਦਾਂ ਦੀਆਂ ਕੜੱਕੀਆਂ ਬਣਾਓ, ਵੇਚਾਂਗੇ ਅਸੀਂ, ਫ੍ਰੀ ਵੰਡਾਂਗੇ ਲੋਕਾਂ ਨੂੰ। ਤੁਹਾਡੇ WhatsApp ਤੇ ਮੈਂ ਉਦੋਂ ਹੀ ਭੇਜਤੀ ਸੀ। ਨਹੀਂ ਆਪਾਂ ਕੜੱਕੀ ਇਹ ਟਵਾਣਾ ਰੇਡੀਓ ਵੱਲੋਂ ਸਪਾਂਸਰ ਕਰਾ ਦਿੰਦੇ ਆ, ਠੀਕ ਹੈ? ਨਹੀਂ ਕੋਈ ਗੱਲ ਨਹੀਂ, ਜਦੋਂ ਮਰਜ਼ੀ ਲੈ ਜਾਓ। ਥੈਂਕ ਯੂ। ਅੱਜ ਕੀ ਗੱਲ ਆਪਣਾ YouTube ਤੇ ਨਹੀਂ ਪ੍ਰੋਗਰਾਮ ਆ ਰਿਹਾ? ਜਵਾਬ ਦੇ ਗਿਆ, ਚੱਲਿਆ ਨਹੀਂ, ਪਤਾ ਨਹੀਂ ਕੀ ਗੱਲ ਪ੍ਰੋਬਲਮ ਆ ਗਈ ਹੈ। ਮੈਂ ਵੀ ਆ ਹੁਣ 7 ਵਜੇ ਤੱਕ ਉਡੀਕ ਕੇ ਮੈਂ ਫੇਰ Facebook ਖੋਲੀ ਹੈ। ਫੇਸਬੁੱਕ ਨਾਲੇ ਵੈਸੇ ਨਾ ਤੁਸੀਂ ਜਾਂ tiwanaradio.com ਨਾ ਵੈਬਸਾਈਟ ਤੇ ਸੁਣ ਲਿਆ ਕਰੋ, ਉਹਦੇ ਤੇ ਵੀ ਸੁਣਿਆ ਜਾਂਦਾ, ਬਹੁਤ ਸਿੱਖਣ ਵਾਲਾ ਵੀ। ਨਹੀਂ ਲੀਵ ਸੁਣਨ ਵਾਲਾ ਬਹੁਤ ਮਜ਼ਾ ਆਉਂਦਾ ਗਾ, ਜਿਹੜਾ ਪਿੱਛੋਂ ਸੁਣਦਾ ਉਹ ਗੱਲ ਜੀ ਨਹੀਂ ਬਣਦੀ। ਹਾਂ ਹੁਣ ਤੁਸੀਂ ਮੇਰੀ ਬਿੱਲੀ ਦੀ ਸਿਫਤ ਕੀਤੀ ਹੈਗੀ, ਤੇ ਉਹ ਮੈਂ ਸੁਣਿਆਗਾ। ਮੈਂ ਕਿਹਾ ਵੀ ਹੁਣ ਤਾਂ ਮੈਂ ਕਿਹਾ ਫੋਨ ਲਾਉਣੇ ਆ, ਦੂਜਾ ਨੰਬਰ ਵੀ ਨਹੀਂ। ਕੜੱਕੀ ਦੀ ਫੋਟੋ ਭੇਜੋ, ਕਿੱਦਾਂ ਦੀ ਕੜੱਕੀ? ਹੁਣ ਇਹ ਡਿਜ਼ਾਈਨ ਬਦਲ ਗਿਆ, ਕੋਈ ਪੁਰਾਣੀ ਹੈ? ਠੀਕ ਹੈ, ਥੈਂਕ ਯੂ। ਨਹੀਂ ਪਹਿਲਾਂ ਤੁਹਾਨੂੰ ਭੇਜਿਆ ਹੋਇਆ 15-20 ਦਿਨ। ਨਹੀਂ ਮੈਂ ਦੇਖਿਆ ਨਹੀਂ, ਉਹ ਪਤਾ ਨਹੀਂ ਦੇਖਿਆ ਹੋਇਆ ਤੁਹਾਡਾ WhatsApp ਤੇ ਜਾਓ। ਚਲੋ ਕੋਈ ਨਹੀਂ, ਰਿਪੀਟ ਮਾਰ ਦਿਓ, ਕੋਈ ਨਹੀਂ। ਥੈਂਕ ਯੂ। ਕੋਈ ਨਹੀਂ, ਮੈਂ ਰਿਪੀਟ ਮਾਰ ਦਿੰਦਾ ਜੀ। ਥੈਂਕ ਯੂ ਸਰ, ਥੈਂਕ ਯੂ। ਸੋ ਬਲਦੇਵ ਸਿੰਘ ਬਠਿੰਡਾ ਤੋਂ ਨੇ ਬਾਈ ਜੀ, NRI, ਸਵਿਟਜ਼ਰਲੈਂਡ ਨਾਗਰਿਕ ਨੇ, ਵੀ ਸਵਿਸ ਨਾਗਰਿਕ ਨੇ ਜੀ। ਸੁਰਿੰਦਰ ਚਲੋ ਆਪਾਂ ਹੁਣ ਮੈਂ ਕਹਿ ਤਾਂ ਦਿੱਤਾ ਕਿ ਮੈਂ ਰੇਡੀਓ ਬੰਦ ਕਰਾਉਣ ਦੇ ਮੈਂ ਵੀ ਕਾਰਨ ਬਹੁਤ ਲੱਭਦਾ। ਹੁਣ ਇਹ ਜਿਹੜੀ ਜਾਨਵਰਾਂ ਨੂੰ ਮਾਰਦੀ ਕੜਿੱਕੀ ਹੈ, ਵੈਸੇ ਵਕੀਲ ਸਾਹਿਬ ਕਾਨੂੰਨਨ ਤਾਂ ਮੈਂ ਵੀ ਅੜਿੱਕੇ ਚ ਆ ਸਕਦਾ ਨਾ ਵੀ ਇਹ ਦੇਖੋ ਜੀ ਜਾਨਵਰਾਂ ਨੂੰ ਮਾਰਨ ਵਾਲੀ ਕੜਿੱਕੀ ਨੂੰ ਸਪਾਂਸਰ ਕਰਾਉਂਦੇ ਨੇ। ਵਾਲਿਆਂ ਨੇ ਬੰਦ ਕਰਾਉਣਾ, ਮੇਰੇ ਪੰਗੇ ਕਿਹੜਾ ਆਪਾਂ ਥੋੜੇ ਕੋਈ ਛੱਡਿਆ ਥੋੜੀ ਆਪਾਂ ਹਨਾ। ਅਜੀਤ ਅਡਵਾਲ ਤੋਂ ਲੈ ਕੇ ਮੋਦੀ ਸਾਹਿਬ ਤੋਂ ਲੈ ਕੇ ਅਕਾਲੀਆਂ ਤੋਂ ਲੈ ਕੇ ਮਤਲਬ ਕੋਈ ਧਿਰ ਹੈ ਹੀ ਨਹੀਂ ਜਿਹੜੀ ਆਪਣੀ ਮਾੜੀ ਮੋਟੀ ਹਾਦਾ ਨਾਰਾ ਮਾਰੇ ਸਿਰਫ ਸਰੋਤਿਆਂ ਤੋਂ ਬਿਨਾਂ। ਨਹੀਂ ਜਿੰਨੀਆਂ ਧਿਰਾਂ ਨੇ ਨਾ, ਜਦੋਂ ਕਿਤੇ ਏਦਾਂ ਦੀ ਗੱਲ ਆਈ ਨਾ, ਉਹਨਾਂ ਸਾਰਿਆਂ ਦੀ ਆਪਸ ਚ ਬਣਦੀ ਹੋਵੇ ਨਾ ਬਣਦੀ ਹੋਵੇ, ਪਰ ਆਪਣੇ ਵਿਰੋਧ ਚ ਸਾਰੇ ਇੱਕ ਜਗ੍ਹਾ ਇਕੱਠੇ ਹੋ ਜਾਣਗੇ। ਠੀਕ ਹੈ ਨਾ? ਹੁਣ ਜਿੱਦਾਂ BJP ਦੇ ਵਿਰੋਧ ਚ ਸਾਰੇ ਇਕੱਠੇ ਹੋ ਰਹੇ ਨੇ ਨਾ, ਵੀ BJP ਧੱਕਾ ਕਰ ਰਹੀ ਆ, ਕਿਸਾਨੀ ਵਿਰੋਧੀ 3 ਕਾਨੂੰਨ ਲੈ ਆਈ ਆ, ਇਸ ਕਰਕੇ ਸਾਰੇ ਇਕੱਠੇ ਹੋ ਜਾਓ। ਉਹ ਕੁਛ ਆਪਣੇ ਲਈ ਆ ਕਿ ਇਹਨਾਂ ਦੋਵਾਂ ਦੇ ਵਿਰੁੱਧ ਇਕੱਠੇ ਹੋ ਜਾਓ ਸਾਰੇ ਦੇ ਸਾਰੇ। ਠੀਕ ਹੈ ਨਾ? ਆਪਸ ਚ ਕਿਸੇ ਦੀ ਬਣੇ ਨਾ ਬਣੇ, ਪਰ ਆਪਣੇ ਵਿਰੋਧ ਚ ਸਾਰੇ ਦੇ ਸਾਰੇ ਜਿਹੜੇ ਇਕੱਠੇ ਹੋ ਜਾਣਗੇ। ਚਲੋ ਹੁਣ ਨਿਊਜ਼ੀਲੈਂਡ ਦਾ ਵੀ ਇੱਕ ਮਸਲਾ ਉੱਭਰਿਆ ਹੋਇਆ, ਉਹ ਬੰਟੀ ਬਾਬਾ ਕੋਈ ਗੁਰਿੰਦਰ ਬੰਟੀ, ਉਹ ਜਿਹੜੇ ਉਹ ਮੁੰਡਿਆਂ ਨੇ ਹਰਨੇਕ ਤੇ ਹਮਲਾ ਕੀਤਾ ਸੀ, ਨੇਕੀ ਤੇ,
ਉਹ ਬਾਬੇ ਦੇ ਖਿਲਾਫ ਵੀ ਪ੍ਰਦਰਸ਼ਨ ਹੋਇਆ। ਹਾਲਾਂਕਿ ਉਦੋਂ ਬਾਬੇ ਦੀ ਬੱਲੇ ਬੱਲੇ ਸੀ ਕਿ ਵੀ ਜਿਹੜਾ ਕੰਮ ਪੰਥ ਤੋਂ ਨਹੀਂ ਹੋ ਸਕਿਆ ਉਹ ਬਾਬੇ ਨੇ ਕਰਾ ਦਿੱਤਾ। ਪਰ ਹੁਣ ਬਾਬੇ ਤੇ ਆਪ ਦੋਸ਼ ਲੱਗ ਗਏ ਕਿ ਬਾਬੇ ਨੇ ਕਹਿੰਦੇ ਪੈਸੇ ਇਕੱਠੇ ਕਰ ਲਏ, ਉਹਨਾਂ ਮੁੰਡਿਆਂ ਦੀ ਜ਼ਮਾਨਤ ਨਹੀਂ ਕਰਾਈ ਜਿਨ੍ਹਾਂ ਨੇ ਨੇਕੀ ਤੇ ਹਮਲਾ ਕੀਤਾ ਸੀ। ਤੇ ਹੁਣ ਬਾਬੇ ਦੇ ਖਿਲਾਫ ਕਾਫੀ ਜਿੰਦਾਬਾਦ ਹੋਈ ਹੈ। ਜਾਣੀ ਜਿਹੜੀਆਂ ਧਿਰਾਂ ਸੀਗੀਆਂ ਉਹ ਹੁਣ ਉਹਨਾਂ ਨੂੰ ਰਾਸ ਵੀ ਆ ਗਿਆ ਉਹ ਬੰਟੀ ਦਾ ਕਾਰਨਾਮਾ, ਤੇ ਬੰਟੀ ਹੁਣ ਆਪਣੇ ਆਪਣੇ ਮਾਮਲੇ 'ਚ ਫਸ ਗਿਆ। ਹਾਲਾਂਕਿ ਬੰਟੀ ਦੇ ਰਾਹੀਂ ਇਹਨਾਂ ਨੇ ਸਾਰਿਆਂ ਨੇ ਉਹ ਕੰਮ ਵੀ ਕਰਵਾ ਲਿਆ ਜਿਹੜਾ ਇਹਨਾਂ ਧਿਰਾਂ ਤੋਂ ਆਪ ਨਹੀਂ ਸੀ ਹੋਇਆ। ਤੇ ਹੁਣ ਉਹ ਮੁੰਡਿਆਂ ਦੇ ਤਾਂ ਚਲੋ ਕੀ ਬਣਨਾ, ਜ਼ਮਾਨਤਾਂ ਹੋ ਗਈਆਂ, ਪਰ ਹੁਣ ਉਹ ਬੰਟੀ ਦੇ ਖਿਲਾਫ ਵੀ ਸਾਰੀਆਂ ਤਰ੍ਹਾਂ, ਕਿਉਂਕਿ ਬੰਟੀ ਹੋਣੀ ਵੀ ਜਿਸ ਤਰ੍ਹਾਂ ਦੀ ਫੁਟੇਜ ਆ ਰਹੀ ਹੈ ਕਿ ਉਸਤਾਦ ਬੰਟੀ ਹੋਰੀ ਵੀ ਬਹੁਤ ਨਿਕਲੇ ਫੰਡ ਇਕੱਠਾ ਕਰਕੇ ਜਿਵੇਂ ਦੋਸ਼ ਲੱਗੇ ਨੇ, ਹਨਾ। ਸੋ ਇਦਾਂ ਹੁੰਦਾ, ਕਹਾਣੀ ਵਿਗੜੀ ਪਈ ਹੈ ਸਾਰਾ ਹੀ ਜੀ। ਨਹੀਂ, ਮੈਂ ਪੰਥਕ ਧਿਰਾਂ ਨੂੰ ਜਾਣਦਾ, ਇਹ ਤੇ ਬਹੁਤ ਕੁਝ ਹੁੰਦਾ ਤੇ ਇਹ ਛੋਟੀਆਂ ਛੋਟੀਆਂ ਗੱਲਾਂ ਤੇ ਬਹੁਤੀ ਖੇ ਵੀ ਕਰਵਾ ਲੈਂਦੇ ਨੇ, ਜਲਦੀ ਕੀਤੇ ਕਰਾ ਲੈਂਦੇ। ਮੈਂ ਅੱਜ ਤਾਂ ਨਹੀਂ, ਮੈਂ ਤਾਂ ਇਹਨਾਂ ਨੂੰ ਸਾਰੇ ਨੂੰ ਬਿਆਨ ਵੀ ਇਸੇ ਕਰਕੇ ਕੀਤਾ ਤੇ ਮੈਂ ਹਮੇਸ਼ਾ ਕਰਦਾ ਹੁੰਦਾ ਕਿ ਜਿਹੜੇ ਪੰਥਕ ਮਸਲੇ ਹੁੰਦੇ ਉਹ ਤੋਂ ਜਿੰਨਾ ਕੋ ਦੂਰ ਰਿਹਾ ਜਾਵੇ ਉਹਨਾਂ ਕੋ ਚੰਗਾ, ਠੀਕ ਹੈ। ਪਰ ਆਪਾਂ ਰਹਿ ਨਹੀਂ ਨਾ ਸਕਦੇ। ਮੈਂ ਤਾਂ ਉੱਥੇ ਇੱਕ ਉਹ ਤਰਨਦੀਪ ਕਰ ਰਿਹਾ ਸੀ ਇੰਟਰਵਿਊ, ਤੇ ਉਹ ਨਾ ਇੱਕ ਬੀਬੀ ਕਹਿੰਦੀ ਕਿ ਮੇਰੇ ਬੇਟੀ ਹੋਈ, ਕਹਿੰਦੀ ਮੇਰੇ ਘਰ ਵਾਲੇ ਨੇ ਮੇਰੀ ਬੇਟੀ 2 ਸਾਲ ਨਹੀਂ ਚੁੱਕੀ। ਕਹਿੰਦੀ ਉਹ ਬਾਬਾ ਕਹਿੰਦਾ ਸੀ ਜੇ ਤੂੰ ਬੇਟੀ ਚੁੱਕ ਲਈ ਨਾ ਤੂੰ ਪਵਿੱਤਰ ਹੋ ਜਾਏਗਾ, ਤੈਨੂੰ ਨਹਾਉਣਾ ਪਊ, ਪਤਾ ਨਹੀਂ ਕੀ ਕਰਨਾ ਪਊ। ਕਹਿੰਦੀ 2 ਸਾਲ ਉਹਨੇ ਸਿਰਫ ਇਸੇ ਕਰਕੇ ਕਿ ਮੈਂ ਕੁੜੀ ਜੰਮੀ ਆ ਤੇ ਮੇਰੀ ਕੁੜੀ ਨਹੀਂ ਚੱਕੀ। ਕਹਿੰਦੀ ਹੁਣ ਮੇਰੇ ਪਤੀ ਦੀਆਂ ਅੱਖਾਂ ਖੁੱਲ ਗਈਆਂ, ਹੁਣ ਕਹਿੰਦੀ ਮੇਰਾ ਘਰ ਸੁਖੀ ਵਸਦਾ। ਹੈਰਾਨੀ ਇਸ ਗੱਲ ਦੀ ਹੈ ਯਾਰ, ਕਾਹਦਾ ਪ੍ਰਚਾਰ ਹੈ, ਕੀ ਪ੍ਰਚਾਰ ਹੈ, ਰੱਬ ਹੀ ਰੱਖਾ। ਪੰਥ ਦਾ ਤਾਂ ਆਤੀ ਹੋਈ ਪਈ ਆ। ਉਰੇ ਵਾਲਿਆਂ ਨੂੰ ਕੀ ਰੋਨੇ ਹੋ? ਮੈਂ ਕਹਿੰਦਾ ਵਿਦੇਸ਼ ਵਾਲਿਆਂ ਦਾ ਇਦੋਂ ਵੀ ਜ਼ਿਆਦਾ ਕੰਮ ਸਿਰ ਹੀ ਚੱਕਿਆ ਪਿਆ ਜੀ। ਸੁਰਿੰਦਰ, ਮੈਂ ਹੁਣ ਇਹਦੀ ਇੱਕ ਗੱਲ ਦੱਸਦਾ। ਸਾਡੀ ਗਾਂ ਦੀ ਗਾਂ ਰਿਸ਼ਤੇਦਾਰੀ ਚੋਂ ਇੱਕ ਨਾ ਮੁੰਡਾ ਨਿਊਜ਼ੀਲੈਂਡ ਚਲਾ ਗਿਆ। ਚਲੋ ਪੜ੍ਹਾਈ 'ਚ ਉਹ ਠੀਕ ਠਾਕ ਸੀਗਾ, ਵਿਚਾਰੇ ਨੂੰ PR ਨਾ ਮਿਲੀ। ਹੁਣ ਕਦੇ ਨਿਊਜ਼ੀਲੈਂਡ ਵਾਲੇ ਨਾ ਨਾਰਾਜ਼ ਹੋ ਜਾਣ ਵੀ ਸਾਡੇ ਤੇ ਤਵਾ ਲਾ ਗਿਆ, ਠੀਕ ਹੈ। ਚਲੋ ਉਹਦੀ ਵਿਚਾਰੇ ਦੀ ਵਾਪਸੀ ਹੋ ਰਹੀ ਸੀ 4.5 ਸਾਲ ਬਾਅਦ, ਕਿਉਂਕਿ ਉਹਨੂੰ ਕੋਈ ਟਿਕਾਣਾ ਨਾ ਮਿਲਿਆ। ਅਖੀਰ ਉਧਰਲੀ ਨਾਲ ਵਿਆਹ ਕਰਾ ਲਿਆ, ਉਹਨੇ ਵਿਆਹ ਕਰਵਾ ਲਿਆ। ਵਿਆਹ ਤੋਂ ਬਾਅਦ ਉਹ ਕਹਿੰਦੀ ਵੀ ਦੇਖ ਘਰ ਵਾਲੀ ਤੇ ਤੇਰੀ ਆ, ਪਰ ਰਹੂੰਗੀ ਮੈਂ ਬਿੱਲੀ ਨਾਲ। ਉਹ ਬਿੱਲੀ ਰੱਖਦੀ ਸੀ ਗੋਦੀ 'ਚ 24 ਘੰਟੇ, ਠੀਕ ਹੈ। ਇੱਕ ਵਾਰ ਉਹ ਇੱਥੇ ਇੰਡੀਆ ਵੀ ਆਈ, ਉਹਨਾਂ ਦੇ ਘਰੇ ਵੀ ਆਈ, ਪਰ ਇਹ ਸੀ ਵੀ ਉਦੋਂ ਉਹਦੀ ਬਿੱਲੀ ਨਾਲ ਨਹੀਂ ਆ ਸਕੀ। ਇੱਥੇ ਆਈ ਤਾਂ ਕਹਿੰਦੀ ਮੈਨੂੰ ਬਿੱਲੀ ਫੜ ਕੇ ਦੋ, ਕਹਿੰਦੇ ਸਾਡੇ ਬਿੱਲੀ ਫੜੀ ਨਹੀਂ ਜਾਣੀ। ਉਹ ਕਹਿੰਦੀ ਉਹ ਬਿਮਾਰ ਹੋ ਗਈ, ਉਹ ਕਹਿੰਦੀ ਮੈਂ ਬਿੱਲੀ ਬਗੈਰ ਰਹਿ ਨਹੀਂ ਸਕਦੀ, ਠੀਕ ਹੈ। ਹੁਣ ਅਸੀਂ ਇੱਥੇ ਚੂਹੇ ਨੂੰ ਤੇ ਗਾਲਣ ਨੂੰ ਰੋਈ ਜਾਂਦੇ ਆ, ਇੱਥੇ ਤਾਂ ਬਿੱਲੀ ਬਗੈਰ ਵੀ ਨਹੀਂ ਲੋਕ ਜਿਉਂਦੇ, ਠੀਕ ਹੈ। ਕਿੱਥੇ ਕਿੱਥੇ ਜਾਓਗੇ? ਚਲੋ ਤੁਸੀਂ ਪਹਿਲਾਂ ਕਾਲ ਲਾਓ, ਫਿਰ ਉਹਦੇ ਬਾਅਦ ਕਾਲ ਲੈ ਲਈਏ। ਮੈਂ ਕਾਲ ਲੈ ਲਈ, ਇਸ ਤੋਂ ਬਾਅਦ ਕੰਟੀਨਿਊ ਖਬਰਾਂ। ਕੋਈ ਕੜਕੀ ਦਾ ਸਪਾਂਸਰ ਹੀ ਹੋਵੇ। ਸਮੇਂ ਵਾਲੀ ਸਾਹਿਬ ਸਵਾਗਤ ਹੈ ਤੁਹਾਡਾ, ਵੈਲਕਮ। ਹਾਂਜੀ ਸਰ, ਬੇਨਤੀ ਕੀਤੀ ਉਹ ਇੰਟਰਵਿਊ ਬੀਬੀ ਦੀ ਮੈਂ ਵੀ ਸੁਣੀ ਹੈ ਤੇ ਉਹ ਅਮਰਧਾਰੀ ਬੀਬੀ ਹੈ ਜੀ। ਤੇ ਕੁਰਬਾਨੀ ਚ ਸਰ ਰੋਜ਼ ਆਉਂਦਾ ਹੈ ਵੀ ਸੁੱਚੇ ਨਾ ਆਖੀਏ ਬਹਿਣ ਜੋ ਪਿੰਡਾ ਧੋਏ, ਸੁੱਚੇ ਸਹੀ ਨਾਨਕਾ ਜਿਨ ਮਨ ਵਸਿਆ ਧੋਏ। ਉਹ ਬੀਬੀ ਵੇਖੋ ਅਮਰਧਾਰੀ ਤੇ ਮੈਂ ਮੁੰਨਾ ਜੀ। ਉਹ ਬੀਬੀ ਪਾਠ ਨਹੀਂ ਕਰਦੀ ਜੀ, ਗੁਰਬਾਣੀ ਕੀ ਆਦੀ ਉਹਨੂੰ ਨਹੀਂ ਸਮਝੇਗੀ ਵੀ ਜਿਹੜਾ ਕੁੜੀ ਚੁੱਕਣ ਨਾਲ ਹੀ ਬੰਦਾ ਝੂਠਾ ਹੋ ਜਾਂਦਾ ਜੀ। ਕਮਾਲ ਹੋ ਗਈ ਜੀ। ਨੇਕੀ ਜਿਸ ਤਰ੍ਹਾਂ ਦਾ ਸਰ ਮਰਜ਼ੀ ਹੋਵੇ ਜੀ, ਜੋ ਮਰਜ਼ੀ ਇਹਦਾ ਬੰਦਾ ਹੋ ਜੀ, ਪਰ ਸਾਰੇ ਬੰਦੇ ਸੱਚੇ ਸੁੱਚੇ ਸੀ। ਉਹ ਆਪਦਾ ਕੋੜ ਕਬਾੜ ਕਰੀ ਜਾਂਦਾ ਜੀ। ਇਹਨਾਂ ਕੋਲ ਸੋਨਾ ਹੈ ਆਪਦਾ ਰੱਖਦੇ ਜੀ। ਇਹਨਾਂ ਨੂੰ ਕੀ ਡਰ ਪੈ ਗਿਆ ਜੀ ਸਰ ਨੇਕੀ ਦਾ? ਉਹਦੇ ਤੇ ਹਮਲਾ ਕਰਾਉਣ ਲੱਗ ਪਏ ਜੀ। ਕਿਸੇ ਬੰਦੇ ਨੂੰ ਮਾਰਨਾ ਬਿਲਕੁਲ ਗੁਨਾਹ ਹੈ ਜੀ। ਪਰ ਸਰ ਗੱਲ ਹੈਗੀ ਹੈ ਜੀ, ਸਾਰਾ ਪੁਜਾਰੀ ਲਾਣਾ ਇਕੱਠਾ ਕੀਤਾ ਹੈ ਜੀ। ਤੇ ਤੁਹਾਨੂੰ ਪਤਾ ਹੈ ਜੀ ਜਦੋਂ ਕਿਸੇ ਦੀ ਦੁਕਾਨਦਾਰੀ ਤੇ ਸੱਟ ਵੱਜਦੀ ਤੇ ਫਿਰ ਹਰ ਧਿਰ ਤੜਪਦੀ ਹੈ। ਥੈਂਕ ਯੂ ਸਰ। ਮਿਹਰਬਾਨੀ, ਥੈਂਕ ਯੂ। ਵੈਸੇ ਸਰਕਮਸਟੈਂਸ ਤਾਂ ਕਮਾਲ ਦੇ ਬਣੀ ਜਾਂਦੇ ਆ। ਮੈਂ ਨਿਊਜ਼ ਵੇਖ ਰਿਹਾ ਸੀ ਕਿ ਮਾਨ ਇਕੱਠੇ ਹੋ ਗਏ ਜੈਤੋਂ ਦਾ ਉੱਤੇ। ਆ ਜਿਹੜਾ ਸਿਮਰਜੀਤ ਮਾਨ ਹੋਰਾਂ ਨੇ ਗੁਰੂ ਗ੍ਰੰਥ ਸਾਹਿਬ ਤੇ ਆਸਥਾ ਰੱਖਣ ਵਾਲੇ ਹਰ ਸ਼ਖਸ ਨੂੰ ਅਪੀਲ ਕੀਤੀ ਹੈ ਕਿ 15 ਅਗਸਤ ਨੂੰ ਕਾਲੇ ਦਿਨ ਵਜੋਂ ਉਹ ਮਨਾਉਣ, ਵਾਹਨਾਂ ਤੇ ਕਾਲੇ ਝੰਡੇ ਲਾਉਣ, ਕਾਲੀਆਂ ਝੰਡੀਆਂ, ਕਾਲੀਆਂ ਪੱਗਾਂ, ਹਰ ਕਾਲਾ ਰੰਗ ਪਹਿਨਣ। ਸੋ ਇਸ ਦੌਰਾਨ ਇਹ ਜਿਹੜਾ ਬਰਗਾੜੀ ਦੇ ਇਤਿਹਾਸਕ ਗੁਰੂ ਘਰ ਦੇ ਵਿੱਚ ਇਹ ਪੰਜਾਬ ਪੱਧਰੀ ਇਕੱਠ ਸਿਮਰਜੀਤ ਸਿੰਘ ਮਾਨ ਹੋਰਾਂ ਨੇ ਸੱਦਿਆ ਸੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੇ ਖਾਤਰ ਕੋਸ਼ਿਸ਼ਾਂ ਵਿੱਢਣ ਦਾ। ਇਸ ਦੌਰਾਨ ਕਾਮਰੇਡ, ਹੁਣ ਮੈਂ ਨਹੀਂ ਕਹਿੰਦਾ, ਜਿਹੜੇ ਕਹਿੰਦੇ ਸੀ ਆ ਸੋਨੀਆ ਤੇ ਕਾਮਰੇਡ ਆ ਟਾਊਟ ਦੀ ਬੇਟੀ ਹੈ, ਬੀਬੀ ਸੋਨੀਆ ਮਾਨ ਵੀ ਉੱਥੇ ਪੁੱਜੀ ਹੋਈ ਆ। ਇਹ ਵੀ ਕਹਿੰਦੀ ਮੈਂ ਇਸ ਸੰਘਰਸ਼ ਨੂੰ ਪੂਰੀ ਸਪੋਰਟ ਕਰ ਰਹੀ ਹਾਂ। ਢਪਾਲੀ ਹੋਣੀ ਪੁੱਜੇ, ਮਾਨ ਸਿੰਘ ਮਾਨ ਪੁੱਜੇ, ਮਹਿੰਦਰਪਾਲ ਸਿੰਘ ਆਪਣੇ ਪਟਿਆਲੇ ਵਾਲੇ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਤੇ ਚਲੋ ਸਾਰਾ ਠੀਕ ਹੈ। ਪਰ ਸੋਨੀਆ ਮਾਨ ਨੂੰ ਤਾਂ ਇਹ ਕਹਿੰਦੇ ਸੀ ਕਾਮਰੇਡ ਹੈ। ਬੀਬੀ ਸੋਨੀਆ ਮਾਨ ਵੀ ਸਭ ਤੋਂ ਮੂਹਰੇ ਖੜੀ ਹੈ ਸਿਮਰਜੀਤ ਮਾਨ ਹੋਰਾਂ ਤੋਂ ਵੀ ਖਬਰਾਂ ਛਾਈਆਂ ਸ਼ਗਨ ਕਟਾਰੀਆਂ ਦੀਆਂ ਜੈਤੋ ਤੋਂ। ਸੋ ਸਰਕਮਸਟੈਂਸ ਬੜੇ ਬਣੀ ਜਾ ਰਹੇ ਨੇ ਸੁਰਿੰਦਰ।
ਤੇ ਗੱਲ ਆਪਣੀ ਕੰਪਲੀਟ ਕਰੋ ਨਿਊਜ਼ੀਲੈਂਡ ਵਾਲੀ, ਤੇ ਫਿਰ ਉਸ ਤੋਂ ਬਾਅਦ ਆਪਾਂ ਮੁੜ ਕੇ ਚੱਲਦੇ ਹਾਂ। ਚੂਹਿਆਂ ਤੋਂ ਬਾਅਦ ਇਹਨਾਂ ਕੌਮ ਦੇ, ਪੰਥ ਦੇ, ਦੇਸ਼ ਦੇ, ਮਾਨਵਤਾ ਦੇ ਕਿਲੇ ਨੂੰ ਜਿਹੜੀਆਂ ਸੰਨ ਲਾਉਣ ਵਾਲੇ ਚੂਹਿਆਂ ਤੇ ਸਿਆਸੀ ਲੋਕਾਂ ਤੇ ਜਿਹੜਾ ਦਾਦੂਵਾਲ ਨੂੰ ਘੇਰ ਰਹੇ ਨੇ, ਕੀ ਦਾਦੂਵਾਲ ਨੂੰ ਹੁਣ ਹਾਈਲਾਈਟ ਕੀਤਾ ਜਾ ਰਿਹਾ ਗੁਰਨਾਮ ਸਿੰਘ ਚੜੂਨੀ ਵੱਲੋਂ ਕਿ ਭਾਈ 7 ਦਿਨਾਂ 'ਚ ਸਾਡੇ ਪਰਚੇ ਵਾਪਸ ਕਰਾਓ? ਦਾਦੂਵਾਲ ਦੀ ਕਿੱਡੀ ਕੁ ਪਹੁੰਚ ਹੈ ਜਿਹੜਾ ਇਹਨਾਂ ਨੂੰ ਕਹਿਣਾ ਪਿਆ ਕਿ ਪਰਚੇ ਵਾਪਸ ਕਰਾਓ, ਨਹੀਂ ਤੁਹਾਡਾ ਬਾਈਕਾਟ ਕਰਾਂਗੇ? ਮੇਰੇ ਖਿਆਲ 7 ਦਿਨਾਂ ਦੇ ਦੌਰਾਨ ਪਰਚੇ ਵਾਪਸ ਕਰਕੇ ਦਾਦੂਵਾਲ ਦੀ ਤੇ ਚੜੂਨੀ ਦੀ ਬੱਲੇ ਬੱਲੇ ਕਰਾਉਣ ਦੇ ਜੁਗਾੜ 'ਚ ਨੇ ਹਰਿਆਣੇ 'ਚ। ਜੀ ਸੁਰਿੰਦਰ ਵੀਰ। ਬਿਲਕੁਲ ਬਿਲਕੁਲ, ਮੈਂ ਉੱਥੇ ਹੀ ਜਾਣਾ ਸੀਗਾ, ਉੱਥੇ ਪਹੁੰਚ ਗਏ। ਗੱਲ ਜਿੱਥੋਂ ਤੱਕ ਚੜੂਨੀ ਦੀ ਹੈ, ਦੇਖੋ ਇਹ ਕਿਉਂਕਿ ਗੁਰਨਾਮ ਸਿੰਘ ਚੜੂਨੀ ਨੇ ਪਹਿਲਾਂ ਆਪਣੇ ਆਪ ਨੂੰ ਸੰਯੁਕਤ ਕਿਸਾਨ ਮੋਰਚੇ ਤੋਂ ਅਲੱਗ ਕੀਤਾ, ਫਿਰ ਨੈਕਸਟ ਡੇ ਸਟੇਟਮੈਂਟ ਦਿੱਤੀ ਕਿ ਨਹੀਂ, ਮੈਂ ਆਪਣੇ ਆਪ ਨੂੰ ਸੰਯੁਕਤ ਕਿਸਾਨ ਮੋਰਚੇ ਦੀਆਂ ਮੀਟਿੰਗਾਂ ਤੋਂ ਬਾਹਰ ਕੀਤਾ, ਪਰ ਮੈਂ ਅੰਦੋਲਨ ਤੋਂ ਬਾਹਰ ਨਹੀਂ ਹੋਵਾਂਗਾ। ਅੰਦੋਲਨ 'ਚ ਸਾਡੀ ਉਸੇ ਤਰ੍ਹਾਂ ਹਮਾਇਤ ਜਾਰੀ ਰਹੇਗੀ। ਠੀਕ ਹੈ, ਉਹ ਤੈਨੂੰ ਅੰਦੋਲਨ 'ਚ ਮੰਨਦੇ ਕਿ ਨਹੀਂ ਮੰਨਦੇ, ਗੱਲ ਹੁਣ ਇੱਥੇ ਆ ਕੇ ਖੜੀ ਆ। ਤੇਰਾ ਕਿੱਡਾ ਕੋ ਯੋਗਦਾਨ, ਕੀ ਹਰਿਆਣੇ ਵਾਲੇ ਜਿਹੜੇ ਟੋਲ ਸੀਗੇ ਉਹ ਸਾਰੇ ਤੁਸੀਂ ਫ੍ਰੀ ਕੀਤੇ ਆ? ਮੈਂ ਪਹਿਲਾਂ ਵੀ ਕਿਹਾ ਸੀ ਕਿ ਟਿਕਰੀ ਬਾਰਡਰ ਤੋਂ ਲੈ ਕੇ ਸਿੰਘੂ ਬਾਰਡਰ ਤੱਕ KMP ਰੋਡ ਦੇ ਉੱਪਰ ਜਿਹੜੇ 2 ਟੋਲ ਨੇ, ਕੀ ਉਹ ਫ੍ਰੀ ਕੀਤੇ ਆ? ਉਹ ਕਿਹਦੀ ਜ਼ਿੰਮੇਵਾਰੀ ਸੀ? ਉਹ ਸੀਗੀ ਆਪਣੇ ਦੀ, ਗੁਰਨਾਮ ਸਿੰਘ ਚੜੂਨੀ ਦੀ। ਦੂਸਰੀ ਗੱਲ, ਗੁਰਨਾਮ ਸਿੰਘ ਚੜੂਨੀ ਨੂੰ ਜਿਹੜੇ ਦਿਨਾਂ 'ਚ ਸਸਪੈਂਡ ਕੀਤਾ ਹੋਇਆ ਸੀ, ਉਹਨਾਂ ਦਿਨਾਂ 'ਚ ਜਿਹੜੀ ਸਰਸੇ ਵਾਲੀ ਘਟਨਾ ਵਾਪਰੀ ਸੀ, ਉਹ ਜੇ ਕੇਸ ਵਾਪਸ ਕਰਵਾਏ ਨੇ, ਜੇ ਜੇਲ੍ਹ 'ਚ ਗਏ ਜਿਹੜੇ ਸਾਰੇ ਰਿਹਾ ਕਰਵਾਏ ਨੇ, ਜਿਨ੍ਹਾਂ ਦੇ ਉੱਤੇ ਜਿਹੜਾ ਸੀਗਾ ਉਹ UAPA ਐਕਟ ਲਾਇਆ ਗਿਆ ਸੀਗਾ, ਜਿਸ ਵੇਲੇ ਉੱਥੇ ਡਿਪਟੀ ਸਪੀਕਰ ਵਿਧਾਨ ਸਭਾ ਦੇ ਜਿਹੜੇ ਉਹਦੀ ਕਾਰ ਦੇ ਸ਼ੀਸ਼ੇ ਟੁੱਟੇ ਸੀ ਉਸ ਵੇਲੇ, ਤਾਂ ਉਹ ਸਾਰਾ ਕੁਝ ਜਿਹੜਾ ਸੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਸੀ। ਉੱਥੇ ਬਲਦੇਵ ਸਿੰਘ ਸਿਰਸਾ ਬੈਠੇ ਸੀਗੇ। ਹੁਣ ਗੁਰਨਾਮ ਸਿੰਘ ਚੜੂਨੀ ਜਿਹੜਾ, ਇਹਨਾਂ ਨੇ ਦੇਖਿਆ ਵੀ ਉੱਥੇ ਦੀ ਜਿਹੜੀ ਪਿੰਡ ਦੀ ਸੰਗਤ ਸੀ, ਪਿੰਡ ਦੀ ਸੰਗਤ ਨੇ ਉਹਦਾ ਬਾਈਕਾਟ ਦਾ ਐਲਾਨ ਕਰ ਦਿੱਤਾ ਕਿ ਅਸੀਂ ਇਹਨੂੰ ਪਿੰਡ 'ਚ ਨਹੀਂ ਕਿਸੇ ਵੀ ਪ੍ਰੋਗਰਾਮ 'ਚ ਸ਼ਾਮਲ ਹੋਣ ਦਿਆਂਗੇ, ਨਾ ਸਾਡੇ ਪਿੰਡ ਦਾ ਇਹਦੇ ਕੋਈ ਡੇਰੇ ਤੇ ਜਾਊਗਾ। ਤੇ ਕਿਤੇ ਨਾ ਕਿਤੇ ਉਹਦੇ ਵਿੱਚ ਜਿੱਥੋਂ ਤੱਕ ਬਲਜੀਤ ਸਿੰਘ ਦਾਦੂਵਾਲ ਦਾ ਸਵਾਲ ਸੀ, ਉਹ ਕੱਲਾ ਰਹਿ ਗਿਆ, ਅਲੱਗ ਥਲੱਗ ਪੈ ਗਿਆ। ਉਹਦੇ ਬਾਅਦ ਉਹਨੂੰ ਕੋਈ ਰਸਤਾ ਨਹੀਂ ਲੱਭਿਆ। ਹੁਣ ਗੁਰਨਾਮ ਸਿੰਘ ਚੜੂਨੀ ਉਹਨੂੰ ਆਕਸੀਜਨ ਲਾ ਰਿਹਾ। ਆਕਸੀਜਨ ਲਾ ਕੇ ਕੀ ਆ ਕਿ ਉੱਥੇ ਜਿਸ ਵੇਲੇ ਆਪਣਾ ਕੀ ਕਹਿੰਦੇ SC ਕਮਿਸ਼ਨ ਦਾ ਚੇਅਰਮੈਨ ਜਿਹੜਾ ਸੀਗਾ ਵਿਜੇ ਸਾਪਲਾ ਆ ਰਿਹਾ ਸੀ, ਕਿਸਾਨਾਂ ਨੇ ਵਿਰੋਧ ਕੀਤਾ। ਬਾਅਦ ਦੇ ਵਿੱਚ ਉਹਨਾਂ ਨੇ ਗੁਰਦੁਆਰਾ ਸਾਹਿਬ ਵੀ ਘੇਰ ਲਿਆ। ਉੱਥੇ ਜਿਹੜੀ ਧੱਕਾ ਮੁੱਕੀ ਹੋਈ, ਉਹ 'ਚ ਪਰਚੇ ਦਰਜ ਹੋ ਗਏ। ਹੁਣ ਉਹ ਪਰਚੇ ਦਰਜ ਹੋ ਗਏ। ਹੁਣ ਉਹ ਗੁਰਨਾਮ ਸਿੰਘ ਚੜੂਨੀ ਨੇ ਮੰਗ ਰੱਖ ਦਿੱਤੀ, ਹੁਣ ਬਲਜੀਤ ਸਿੰਘ ਦਾਦੂਵਾਲ ਨੇ ਘੋਰਨੇ 'ਚੋਂ ਬਾਹਰ ਵੀ ਨਿਕਲਣਾ। ਜੇ ਉਹ ਅੰਦਰੇ ਬੈਠਾ ਰਿਹਾ ਤਾਂ ਉਹਨੂੰ ਲੋਕਾਂ ਨੇ ਉੱਥੇ ਵਿਚਰ ਨਹੀਂ ਦੇਣਾ। ਹੁਣ ਕੀ ਕਰੂਗਾ ਕਿ ਉਹ ਕਹੇਗਾ, ਹਰਿਆਣਾ ਸਰਕਾਰ ਨੂੰ ਜੋ ਕਹੇਗਾ ਉਹਨਾਂ ਮਿੰਟਾਂ 'ਚ ਮੰਨ ਲੈਣੀ। ਉਹਨੇ ਕਹਿਣਾ ਜੀ ਪਰਚੇ ਵਾਪਸ ਲੈ ਲਓ, ਉਹਨਾਂ ਨੇ ਵਾਪਸ ਲੈ ਲੈਣੇ। ਗੁਰਨਾਮ ਸਿੰਘ ਚੜੂਨੀ ਕਹੂਗਾ ਕਿਉਂ, ਦੇਖਿਆ ਮੈਂ ਕਹਿ ਕੇ ਕਰਵਾਏ ਆ। ਯਾਨੀ ਕਿ ਗੁਰਨਾਮ ਸਿੰਘ ਚੜੂਨੀ ਆਪਣੇ ਵੀ ਪੈਰ ਲਾਉਣ ਦੇ ਤੇ ਨਾਲ ਦੀ ਨਾਲ ਜਿਹੜਾ ਬਲਜੀਤ ਸਿੰਘ ਦਾਦੂਵਾਲ ਦੇ ਵੀ ਪੈਰ ਲਾਉਣ ਦੀ ਜਿਹੜੀ ਉਹ ਕੋਸ਼ਿਸ਼ 'ਚ ਆ, ਹੋਰ ਕੁਛ ਨਹੀਂ ਆ। ਗੁਰਨਾਮ ਸਿੰਘ ਚੜੂਨੀ ਜੇ ਕਹਿ ਦੋ ਕਿ ਸੰਯੁਕਤ ਕਿਸਾਨ ਮੋਰਚੇ ਤੋਂ ਟੁੱਟ ਗਿਆ, ਟੁੱਟੇਗਾ ਵੀ ਨਹੀਂ, ਕਿਉਂਕਿ ਉਹਦਾ ਨੱਚੇ ਬਗੈਰ ਰਿਹਾ ਨਹੀਂ ਜਾ ਸਕਦਾ ਤੇ ਉਹ ਨੱਚਣ ਲਈ ਫੇਰ ਉੱਥੇ ਜਾਵੇਗਾ ਹੀ ਜਾਵੇਗਾ। ਜੇ ਆਪਾਂ ਕਹਿ ਦਾਂਗੇ ਵੀ ਉਹ ਆਰਾਮ ਨਾਲ ਘਰੇ ਬੈਠ ਜਾ, ਘਰੇ ਨਹੀਂ ਬੈਠ ਸਕਦਾ। ਜਦੋਂ ਇੱਧਰੋਂ ਕੁਛ ਨਹੀਂ ਮਿਲਿਆ ਜਾ ਕੇ ਉੱਥੇ ਬੈਠ ਜਾਏਗਾ, ਹਟੇਗਾ ਨਹੀਂ। ਠੀਕ ਹੈ, ਜੇ ਆਪਾਂ ਕਹਿ ਦਾਂਗੇ ਵੀ ਉਹ ਕੱਲਾ ਆਮ ਆਦਮੀ ਪਾਰਟੀ ਨਾਲ ਤੁਰੇ, ਕੱਲਾ ਆਮ ਆਦਮੀ ਪਾਰਟੀ ਨਾਲ ਨਹੀਂ, ਉਹ BJP ਵੱਲ ਵੀ ਹੱਥ ਵਧਾ ਕੇ ਰੱਖੇਗਾ। ਉਹਨੂੰ ਜਿੱਥੋਂ ਜੋ ਮਿਲ ਗਿਆ ਉਹ ਕਟੋਰਾ ਉਸੇ ਵੇਲੇ ਆਪਦਾ ਮੋਹਰੇ ਕਰ ਦੇਗਾ, ਕਟੋਰਾ ਕਰਨ 'ਚ ਮਿੰਟ ਨਹੀਂ ਲਾਏਗਾ। ਇਸ ਕਰਕੇ ਗੁਰਨਾਮ ਸਿੰਘ ਚੜੂਨੀ ਸੱਜੇ ਖੱਬੇ ਹੱਥ ਮਾਰ ਰਿਹਾ, ਪਰ ਕੁੱਲ ਮਿਲਾ ਕੇ ਮੈਨੂੰ ਨਹੀਂ ਲੱਗਦਾ ਇਹਨਾਂ ਨੂੰ ਬਹੁਤੀ ਖੈਰ ਪੈਗੀ, ਕਿਉਂਕਿ ਲੋਕ ਸਮਝ ਚੁੱਕੇ ਆ। ਜਿਹੜੀਆਂ 4 ਧਿਰਾਂ ਦੀ ਗੱਲ ਕੀਤੀ ਗਈ ਕਿ 4 ਜਥੇਬੰਦੀਆਂ ਜਿਹੜੀਆਂ ਸੰਯੁਕਤ ਕਿਸਾਨ ਮੋਰਚੇ 'ਚ ਭੇਜੀਆਂ ਗਈਆਂ, ਆਪਾਂ ਨੂੰ ਪਤਾ ਉਹਨਾਂ ਦਾ ਕਿੰਨਾ ਕੁ ਆਧਾਰ, ਆਪਾਂ ਨੂੰ ਲੋਕ ਅਧਿਕਾਰ ਲੈਗਾ। ਸੁਰਿੰਦਰ ਵੀਰ, ਜਿਵੇਂ ਇਹ 4 ਜਥੇਬੰਦੀਆਂ ਨੂੰ ਮੋੜ ਦਿੱਤਾ ਉਹਨਾਂ ਨੇ ਕਿ ਭਾਈ ਸਾਡੀ ਮੀਟਿੰਗ ਹੈ, ਸਾਡੇ 'ਚ ਨਾ ਬੈਠੋ। ਇਸ ਦੌਰਾਨ ਜੇ ਉਹ ਕੰਟੀਨਿਊ ਕਿਸਾਨਾਂ ਦੇ ਨਾਲ ਰਹਿੰਦੇ ਫਿਰ ਸ਼ਾਇਦ ਸ਼ਾਮਲ ਵੀ ਕਰ ਸਕਦੇ ਸੀਗੇ, ਹਾਲਾਤ ਵੇਖ ਕੇ ਵਧਾਇਆ ਜਾ ਸਕਦਾ ਸੀਗਾ ਉਹਨਾਂ 32 ਜਥੇਬੰਦੀਆਂ ਦੀ ਏਕਤਾ ਨੂੰ। ਪਰ ਇਹਨਾਂ ਨੂੰ ਕਿਉਂਕਿ ਚੜੂਨੀ ਨੇ ਪਲਾਂਟ ਕੀਤਾ ਸੀਗਾ। ਹੁਣ ਚੜੂਨੀ ਆਪਣਾ ਕਾਰਵਾ ਵਧਾਉਣ ਦੇ ਲਈ ਕੀ ਕਿਸਾਨਾਂ ਦੇ ਪੈਰਲਰ ਉੱਥੇ ਕੋਈ ਵੱਡਾ ਮੋਰਚਾ ਜਾਂ ਵੱਡੀ ਸਟੇਜ ਖੜਾ ਕਰ ਸਕਦਾ? ਇਹਨਾਂ 4 ਜਥੇਬੰਦੀਆਂ ਜਾਂ ਸ਼ੰਭੂ ਵਾਲੇ ਮੋਰਚੇ 'ਚੋਂ 20-50 ਬੰਦੇ ਕੀ ਕੋਈ ਵੱਡਾ ਮੋਰਚਾ ਖੜਾ ਕਰ ਸਕਦਾ? ਕਿਸਾਨ ਸੰਯੁਕਤ ਕਿਸਾਨ ਮੋਰਚੇ ਦੇ ਪੈਰਲਰ ਸਰਵਣ ਸਿੰਘ ਪੰਧੇਰ ਜਿਵੇਂ ਬੈਠੇ ਨੇ ਜਾਂ ਆਪਣਾ ਦੂਸਰੇ ਬੈਠੇ ਨੇ ਉਗਰਾਹਾਂ ਸਾਹਿਬ, ਉਸ ਮੁਤਾਬਕ ਕੀ ਇਹ ਆਪਣਾ ਕਾਰਮਾ ਉੱਥੇ ਅੱਡ ਤੰਬੂ ਵਧਾ ਸਕਦਾ? ਉਹਦੇ ਤੇ ਚਰਚਾ ਕਰਾਂਗੇ। ਪਹਿਲਾਂ ਰੂਬੀ ਪੰਨੂ ਜੀ ਆਸਟ੍ਰੇਲੀਆ ਤੋਂ ਜੁੜੇ ਨੇ, ਇਹਨਾਂ ਦੇ ਸਵਾਲ ਲੈ ਲਈਏ। ਪੰਨੂ ਸਾਹਿਬ ਤੁਸੀਂ ਔਨ 에ਅਰ ਹੋ, ਵੈਲਕਮ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਸੁਰਿੰਦਰ ਭਾਜੀ ਨੂੰ ਵੀ। ਭਾਜੀ ਮੈਂ ਤਾਂ ਇੱਕ ਅਪਡੇਟ
ਅਪਡੇਟ ਲੈਣੀ ਸੀ ਜੀ। ਜਿਹੜਾ ਹੁਣ ਫੇਰ ਰੌਲਾ ਪੈ ਰਿਹਾ ਜੀ ਉਹ ਜਮਾਬੰਦੀ ਅਪਲੋਡ ਕਰਾਉਣ ਦਾ, ਉਹਦੇ ਰਿਗਾਰਡਿੰਗ ਜੇ ਕੋਈ ਜਾਣਕਾਰੀ ਹੈ ਤੇ ਉਹ ਦੱਸਿਓ। ਤੇ ਇੱਕ ਜਿੰਨੇ ਜਮਾਬੰਦੀਆਂ ਕਾਹਦੀਆਂ ਜੀ ਉਹ ਜਿਹੜਾ ਫਸਲ ਚੁੱਕਣੀ ਆ ਜਿਹੜੀ ਇਹਨਾਂ ਨੇ, ਉਹ ਕਹਿੰਦੇ ਕਿ ਜਮਾਬੰਦੀ ਪੋਰਟਲ ਤੇ ਅਪਡੇਟ ਕਰਾਓ ਤੇ ਜਿਨ੍ਹਾਂ ਨੇ ਠੇਕੇ ਤੇ ਲਈ ਹੈ ਜ਼ਮੀਨ ਉਹਨਾਂ ਦਾ ਕੀ ਬਣੂਗਾ, ਉਹ ਚੁੱਕਣਗੇ ਕਿ ਨਹੀਂ ਚੁੱਕਣਗੇ। ਇਹ ਪੰਜਾਬ ਸਰਕਾਰ ਹੁਣ ਕਰ ਰਹੀ ਹੈ ਆਪਣੇ ਵੱਲੋਂ। ਓਕੇ ਚਲੋ ਕੁਝ ਪੁੱਛ ਲੈਣਾ ਸੁਰਿੰਦਰ, ਹੋਰ ਤਾਂ ਨਹੀਂ ਕੋਈ ਸਵਾਲ ਰੂਬੀ? ਠੀਕ ਨਹੀਂ ਬਸ ਥੈਂਕ ਯੂ। ਕੋਈ ਨਹੀਂ, ਜਮਾਬੰਦੀ ਬਾਰੇ ਪੁੱਛ ਲੈਣਾ ਸੁਰਿੰਦਰ ਜੀ ਤੋਂ ਕਿ ਸੁਰਿੰਦਰ ਜੀ ਇਹ ਜਿਹੜਾ ਪੰਜਾਬ ਸਰਕਾਰ ਦੀ ਤਰਫੋਂ ਆਇਆ ਕਿ ਜਿਹੜੀਆਂ ਨੇ ਭਾਈ ਖੇਤੀ ਦੀ ਕੀ ਪੋਜੀਸ਼ਨ ਹੈ, ਕੌਣ ਵਾਹ ਰਿਹਾ ਤੇ ਕਿਹਦੀ ਜ਼ਮੀਨ, ਆਪਣੀਆਂ ਜਮਾਬੰਦੀਆਂ ਜਿਹੜੀਆਂ ਨੇ ਤੁਸੀਂ ਅਪਲੋਡ ਕਰੋ ਉਸ ਪੋਰਟਲ ਤੇ ਅਗਲੀ ਖਰੀਦ ਦੀ ਫਸਲ ਦੀ ਖਰੀਦ ਦੇ ਮੁਤਲਕ, ਤੇ ਇਹਦੇ ਤੇ ਅਪਡੇਟ ਦੇ ਦਿਓ ਸੁਰਿੰਦਰ ਜੀ ਵਿੱਚ ਨੂੰ। ਤੇ ਕੀ ਮੇਰਾ ਆਖਰੀ ਸਵਾਲ ਸੀ, ਇਸ ਤੋਂ ਬਾਅਦ ਆਪਾਂ ਫਿਰ ਪ੍ਰੈਸ ਵਾਲੀ ਖਬਰ ਵੱਲ ਨੂੰ ਵਧਾਂ ਤੇ ਕਿਸਾਨਾਂ ਤੇ ਕੋਈ ਹੋਰ ਖਬਰ ਹੋਵੇ ਤਾਂ ਪਲੀਜ਼ ਉਹ ਵੀ ਨਾਲ ਅਪਡੇਟ ਕਰ ਦੇਣਾ। ਜਿਸ ਤਰ੍ਹਾਂ ਕਿਸਾਨ ਅੰਦੋਲਨ ਦੇ ਵਿੱਚ ਠੇਕਾ ਕਾਮਿਆਂ ਦੇ ਸੰਘਰਸ਼ ਨੂੰ ਦਬਾਉਣ ਦਾ ਵਿਰੋਧ ਕੀਤਾ ਗਿਆ। ਕੱਲ ਵੀ ਉੱਥੇ ਜਿਹੜਾ ਠੇਕਾ ਕਰਮਚਾਰੀ ਨੇ ਜਾਂ ਪੰਜਾਬ ਦੀਆਂ ਮੰਗਾਂ ਨੇ, ਉਧਰ ਬੁੱਧੀਜੀਵੀਆਂ ਨੇ ਵੀ ਜਿਹੜਾ ਹਿੰਦ ਪਾਕ ਦੋਸਤੀ ਮੇਲਾ ਹੈ ਅੰਮ੍ਰਿਤਸਰ ਦੇ ਵਿੱਚ, ਉੱਥੇ ਵੀ ਖੇਤੀ ਕਾਨੂੰਨਾਂ ਦੇ ਖਿਲਾਫ ਆਵਾਜ਼ ਚੁੱਕੀ ਗਈ ਹੈ। 5 ਬਾਣੀ ਅੰਕ ਵੀ ਰਿਲੀਜ਼ ਕੀਤਾ ਗਿਆ। ਭਾਰਤ ਤੇ ਪਾਕਿਸਤਾਨ ਦਾ ਵਿੱਚ ਦੁਵੱਲਾ ਵਪਾਰ ਖੋਲ੍ਹਣ ਦੀ ਮੰਗ ਇਸ ਹਿੰਦ ਪਾਕ ਦੋਸਤੀ ਮੇਲੇ ਦੇ ਦੌਰਾਨ ਕੀਤੀ ਜਾਂਦੀ ਹੈ। ਉੱਥੇ ਵੀ ਕਿਸਾਨੀ ਮੰਗਾਂ ਦੀ ਜਿਹੜੀ ਹੈ ਆਵਾਜ਼ ਉੱਠੀ ਹੈ। ਤੇ ਇਸ ਸਿਲਸਿਲੇ ਦੇ ਵਿੱਚ ਕਿਸਾਨ ਜਿਹੜੇ ਨੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਬੈਠੇ ਨੇ, ਉਹਨਾਂ ਨੇ ਵੀ ਜਿਹੜਾ ਹੈਗਾ ਇਸ ਮੰਗ ਦੇ ਮੱਦੇਨਜ਼ਰ, ਮੀਂਹ ਵੀ ਕੱਲ ਪਿਆ ਪਰਸੋਂ ਵੀ ਪਿਆ, ਇਸ ਦੌਰਾਨ ਉਹ ਵੀ ਐਜ਼ ਇਟ ਇਜ਼ ਡਟੇ ਹੋਏ ਨੇ। ਕੀ ਇਹ ਜਿਹੜੀਆਂ 4 ਜਥੇਬੰਦੀਆਂ ਹੁਣ ਉੱਥੇ ਨਵੀਆਂ ਐਂਟਰ ਹੋਈਆਂ ਨੇ ਕਿ ਸਾਨੂੰ ਮੋਰਚੇ 'ਚ ਸ਼ਾਮਲ ਕਰੋ, ਉਹਨਾਂ ਨੂੰ ਹੁਣ ਆਪਣੇ ਮੋਰਚੇ 'ਚ ਬਿਠਾ ਕੇ ਕੀ ਸੰਯੁਕਤ ਮੋਰਚੇ ਦੀ ਸਰਕਾਰ ਦੇ ਪੈਰਲਰ ਇਹ ਆਪਣੀ ਕਵਾਇਦ ਸ਼ੁਰੂ ਕਰ ਸਕਦੇ ਨੇ ਜਾਂ ਕੀ ਉਸ ਦਾ ਫਿਰ ਉਧਾਰ ਰਹੇਗਾ? ਜੀ ਸੁਰਿੰਦਰ ਵੀਰ, ਇਹਦੇ ਤੇ ਦਿਓ ਅਪਡੇਟ। ਕਿਸਾਨ ਅੰਦੋਲਨ ਤੇ ਸਾਰਾ ਕੰਪਲੀਟ ਕਰੋ, ਫਿਰ ਆਪਾਂ ਰਾਜਦੀਪ ਸਰਦਸਾਈ ਜਿਸ ਤਰ੍ਹਾਂ ਰੋਪੜ ਦੇ ਵਿੱਚ ਆਏ ਨੇ ਉਸ ਖਬਰ ਤੇ ਚਰਚਾ ਕਰਾਂਗੇ ਉਸ ਤੋਂ ਬਾਅਦ। ਜੀ ਸੁਰਿੰਦਰ ਜੀ ਕੰਟੀਨਿਊ ਪਲੀਜ਼। ਕਰਦੇ ਆ ਕਿ ਪਹਿਲੀ ਗੱਲ ਤਾਂ ਸੰਯੁਕਤ ਕਿਸਾਨ ਮੋਰਚੇ ਦੀ ਇੱਕ ਸਾਂਝੀ ਸਟੇਜ ਜਿਹੜੀ ਆ ਉਹ ਸਿੰਘੂ ਬਾਰਡਰ ਤੇ ਆ। ਦੂਸਰੀ ਜਿਹੜੀ ਟਿਕਰੀ ਬਾਰਡਰ ਦੇ ਸਟੇਜਾਂ ਨੇ ਉਹ ਸਾਰੀਆਂ ਜਿਹੜੀਆਂ ਨੇ ਉਹ ਹੈਗੀਆਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀਆਂ। ਠੀਕ ਹੈ, ਹੁਣ ਜਿਹੜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸਰਵਣ ਸਿੰਘ ਪੰਨੂਵਾਲੀ ਤੇ ਆਪਣੇ ਕੀ ਕਹਿੰਦੇ ਸਤਨਾਮ ਸਿੰਘ ਪੰਨੂਵਾਲੀ ਤੇ ਸਰਵਣ ਪੰਧੇਰ ਵਾਲੀ ਆ, ਜਿਹੜੀ ਉਹ ਆ ਉਹਦਾ ਕਿੱਡਾ ਕੁ ਉਧਾਰ ਆ ਉਹ ਆਪਾਂ ਨੂੰ ਪਤਾ ਵਾ। ਠੀਕ ਹੈ, ਉਹ ਤਾਂ ਠੀਕ ਆ ਇਕੱਠ ਹੋ ਜਾਂਦਾ, ਪਰ ਕੀ ਇਕੱਠ ਬਰਕਰਾਰ ਰਹਿੰਦਾ? ਪੰਜਾਬ 'ਚ ਆਉਂਦੇ ਨੇ, ਉੱਥੇ ਲਾਮ ਲਸ਼ਕਰ ਲੈ ਕੇ ਚੱਲਦੇ ਨੇ ਤੇ ਦੂਜੇ ਜਾਂ ਤੀਜੇ ਦਿਨ ਉਹ ਲੋਕ ਵਾਪਸ ਚਲੇ ਜਾਂਦੇ ਨੇ। ਇੰਨਾ ਕੋ ਇਕੱਠ ਆ। ਰਹੇਗੀ ਗੱਲ ਗੁਰਨਾਮ ਸਿੰਘ ਚੜੂਨੀ ਦੀ, ਜਿੰਨੀਆਂ ਮਰਜ਼ੀ ਜਥੇਬੰਦੀਆਂ ਤੋੜ ਲੈ, ਜਿੰਨਾ ਕੁਛ ਮਰਜ਼ੀ, ਜੇ ਕਿਤੇ ਧਰਤੀ ਦੇ ਪੈਰ ਲੱਗਦੇ ਦਿਖਾਈ ਦਿੰਦੇ ਹੁੰਦੇ ਤਾਂ ਇਹ ਵਿਅਕਤੀ ਵੀ ਬੜਾ ਲੰਬਾ ਸਮਾਂ ਪਹਿਲਾਂ ਆਪਣੀ ਜਿਹੜੀ ਹੈ ਉਹ ਜਥੇਬੰਦੀ ਖੜੀ ਕਰ ਲੈਂਦੇ ਤੇ ਆਪਣਾ ਅਲੱਗ ਤੋਂ ਸਟੇਜ ਲੈ ਜਾਂਦੇ। ਜਿਹੜਿਆਂ ਦੀ ਪੰਜਾਬ 'ਚ ਕੋਈ ਵੁਕਤ ਨਹੀਂ ਪਈ, ਉਹ ਉੱਥੇ ਸਿੰਘੂ ਬਾਰਡਰ ਤੇ ਕਿੱਥੋਂ ਸਟੇਜ ਲਾ ਲੈਣਗੇ? ਸਟੇਜ ਕਹਿਣਾ ਬਹੁਤ ਸੌਖਾ, ਸਟੇਜ ਲਾਉਣੀ, ਸਟੇਜ ਚਲਾਉਣੀ ਤੇ ਸਾਹਮਣੇ ਜਿਹੜੇ ਆ ਉਹ ਲੋਕ ਬਿਠਾਉਣੇ, 3 ਚੀਜ਼ਾਂ ਬੜੀਆਂ ਔਖੀਆਂ ਹੁੰਦੀਆਂ ਨੇ ਜ਼ਿੰਦਗੀ 'ਚ। ਸਟੇਜ ਤੁਹਾਡੀ ਤਦ ਚੱਲਦੀ ਹੈ ਜੇ ਸਾਹਮਣੇ ਸੁਣਨ ਵਾਲੇ ਬੈਠੇ ਹੋਣ। ਸ਼ੰਭੂ ਵਾਲਿਆਂ ਵੀ ਲਾਈ ਸੀ ਨਾ, ਉਹ ਵੱਖਰੀ ਗੱਲ, ਚੈਨਲਾਂ ਨੂੰ ਪੈਸੇ ਦੇ ਕੇ ਲਾਈਵ ਕਰਾ ਲਿਆ ਸੀ ਪੌਣੇ 2 ਮਹੀਨੇ, ਬਾਅਦ 'ਚ ਕੀ ਬਣਿਆ? ਬਾਅਦ 'ਚ ਹਿੰਮਤ ਨਹੀਂ ਪਈ ਜਾ ਕੇ ਅੱਗੇ ਸਟੇਜ ਲਾ ਲੈਣ, ਕਿਉਂਕਿ ਇੱਥੇ ਜਨਾਜ਼ਾ ਨਿਕਲ ਚੁੱਕਿਆ ਸੀ। ਇਸ ਕਰਕੇ ਸਟੇਜਾਂ ਐਡੀਆਂ ਸੌਖੀਆਂ ਨਹੀਂ, ਨਾ ਡੈਂਟ ਪੈਣਾ। ਮੈਂ ਪਹਿਲੇ ਦਿਨ ਕਹਿ ਚੁੱਕਿਆ ਸੀ। ਕੱਲ ਵੀ ਮੈਨੂੰ ਕੋਈ ਫੋਨ ਕਾਲਸ ਆਈਆਂ ਸੀ ਪਰਸਨਲੀ, ਕਹਿੰਦੇ ਜੀ ਕੀ ਅਸਰ ਪਊ? ਮੈਂ ਕਿਹਾ ਕੋਈ ਅਸਰ ਨਹੀਂ ਪੈਂਦਾ। ਜਿਹੜਾ ਇਹ ਸੰਯੁਕਤ ਕਿਸਾਨ ਮੋਰਚੇ ਤੋਂ ਟੁੱਟ ਗਿਆ, ਉਹ ਟੁੱਟ ਗਿਆ ਸਮਝੋ, ਜਿੱਦਾਂ ਕੱਚਾ ਫਲ ਜਿਹੜਾ ਉਹ ਟੁੱਟ ਕੇ ਡਿੱਗ ਜਵੇ ਦਰਖਤ ਨਾਲ, ਉਹਦੀ ਕੋਈ ਵੈਲਿਊ ਨਹੀਂ ਹੁੰਦੀ। ਹਾਂ, ਅੰਬ ਦੀ ਥੋੜੀ ਜਿਹੀ ਹੁੰਦੀ ਆ ਕਿ ਕੱਚੇ ਅੰਬ ਦਾ ਚਾਰ ਪੈ ਜਾਂਦਾ, ਬਾਕੀਆਂ ਦੇ ਅੱਲੇ ਪੱਲੇ ਕੁਝ ਨਹੀਂ ਹੁੰਦਾ, ਉਹ ਥੱਲੇ ਕੀੜੇ ਹੀ ਖਾਂਦੇ ਆ, ਹੋਰ ਕੁਝ ਨਹੀਂ ਹੁੰਦਾ। ਠੀਕ ਹੈ, ਜੇ ਤੋਤਿਆਂ ਵੀ ਟੋਕ ਕੇ ਸੁੱਟਤਾ ਤਾਂ ਵੀ ਉਹਨੂੰ ਵੀ ਨਹੀਂ ਕੋਈ ਖਾਂਦਾ, ਉਹ ਵੀ ਜਿਹੜੇ ਉਹ ਗਲਦੇ ਹੀ ਆ ਥੱਲੇ ਪਏ। ਇਸ ਕਰਕੇ ਮੈਨੂੰ ਨਹੀਂ ਲੱਗਦਾ ਇਹਦਾ ਬਹੁਤਾ ਅਸਰ ਹੋਊਗਾ। ਹੁਣ ਆ ਗਿਆ ਜਮਾਬੰਦੀਆਂ ਵਾਲੇ ਮਸਲੇ ਤੇ। ਉਹ ਕੀ ਸੀਗਾ ਕਿ ਜਿਹੜਾ ਭਾਰਤ ਸਰਕਾਰ ਨੇ ਇੱਕ ਨਵਾਂ ਫਰਮਾਨ ਜਾਰੀ ਕੀਤਾ ਸੀ ਕਿ ਕਣਕ ਦੀ ਖਰੀਦ ਤਦ ਹੋਏਗੀ ਜੇਕਰ ਕਿਸਾਨ ਦੱਸੇਗਾ ਕਿ ਉਹ ਕਿੰਨੀ ਖੇਤੀ ਕਰ ਰਿਹਾ, ਕਿੰਨੀ ਉਹਦੇ ਕੋਲ ਜ਼ਮੀਨ ਆ ਜਿਹਦੇ ਉੱਤੇ ਉਹ ਖੇਤੀ ਕਰ ਰਿਹਾ, ਤੇ ਉਹ ਜਮਾਬੰਦੀਆਂ ਉਹਨਾਂ ਨੂੰ ਜਿਹੜਾ ਪੋਰਟਲ ਦਿੱਤਾ ਗਿਆ ਸੀ ਉਹਦੇ ਤੇ ਜਿਹੜੀਆਂ ਅਪਲੋਡ ਕਰਨੀਆਂ ਸੀ। ਠੀਕ ਹੈ, ਉਹ ਹੁਣ ਪਿਛਲੀ ਵਾਰ ਤਾਂ ਇੱਕ ਵਾਰੀ ਉੱਤੇ ਰਿਲੈਕਸੇਸ਼ਨ ਮਿਲ ਗਈ, ਹੁਣ ਦੁਬਾਰਾ ਜਿਹੜੀ ਆ ਦੁਬਾਰਾ ਉਹਨਾਂ ਨੇ ਕਹਿ ਦਿੱਤਾ ਕਿ ਅਸੀਂ 1 ਸੀਜ਼ਨ ਦੀ ਦਿੱਤੀ ਸੀ, ਝੋਨੇ ਦੀ ਖਰੀਦ ਤਦ ਹੋਏਗੀ ਜੇਕਰ ਤੁਸੀਂ ਇਸ ਪੋਰਟਲ ਤੇ ਆਓਗੇ। ਪੰਜਾਬ ਸਰਕਾਰ ਦਾ ਹੁਣ ਐਲਾਨ ਆ, ਕਹਿੰਦੇ ਜੀ ਭਾਰਤ ਸਰਕਾਰ ਨੇ ਕਿਹਾ
ਆਪੋ ਆਪਣੀਆਂ ਇਸ ਪੋਰਟਲ ਦੇ ਉੱਤੇ ਜਿਹੜੀਆਂ ਜਮਾਬੰਦੀਆਂ ਉਹ ਅਪਲੋਡ ਕਰੋ ਕਿ ਤੁਹਾਡੇ ਕੋਲ ਕਿੰਨੀ ਜ਼ਮੀਨ ਆ, ਤੁਸੀਂ ਕਿੰਨੀ ਖੇਤੀ ਕਰਦੇ ਹੋ। ਇੱਥੇ ਸਮੱਸਿਆ ਕੀ ਖੜੀ ਆ ਕਿ ਇੱਥੇ ਤਕਰੀਬਨ 55% ਤੋਂ ਉੱਪਰ ਆ ਉਹ ਕਿਸਾਨ ਆ ਜਿਹੜਿਆਂ ਕੋਲ ਆਪਣੀ ਜ਼ਮੀਨ ਨਹੀਂ ਹੈ, ਉਹ ਠੇਕੇ ਤੇ ਲੈ ਕੇ ਖੇਤੀ ਕਰ ਰਹੇ ਆ। ਠੀਕ ਹੈ, ਜਿਹੜਾ ਠੇਕੇ ਤੇ ਖੇਤੀ ਕਰ ਰਿਹਾ ਉਹਦਾ ਕੀ ਬਣੂਗਾ, ਉਹਦੀ ਫਸਲ ਕੌਣ ਚੱਕੇਗਾ। ਠੀਕ ਹੈ, ਗੱਲ ਤਾਂ ਚੰਗੀ ਆ ਕਿ ਚਲੋ ਜਿੰਨੀ ਫਸਲ ਆ ਉਨੀ ਚੱਕੀ ਜਾਣੀ ਚਾਹੀਦੀ। ਹੁਣ ਸਮੱਸਿਆ ਕਿੱਥੇ ਆ ਕਿ ਜਦੋਂ ਯੂਪੀ ਚੋਂ ਝੋਨਾ ਆਉਂਦਾ, ਜਦੋਂ ਬਿਹਾਰ ਤੋਂ ਝੋਨਾ ਆਉਂਦਾ, ਉੱਥੋਂ ਕਣਕ ਆਉਂਦੀ, ਉਹ ਆ ਕੇ ਮਹਿੰਗੇ ਭਾਅ ਵਿਕਦੀ ਆ। ਗੱਲ ਤਾਂ ਉਹਦੀ ਆ। ਹੁਣ ਗੱਲ ਤਾਂ ਇਹਦਾ ਇੱਕ ਰਸਤਾ ਨਿਕਲ ਸਕਦਾ ਸੀਗਾ। ਰਸਤਾ ਇਹ ਸੀਗਾ ਕਿ ਕੇਂਦਰ ਸਰਕਾਰ ਸਾਰੇ ਦੇ ਸਾਰੇ ਇੰਡੀਆ 'ਚ MSP ਤਾਂ ਆਈ ਵਾਰ ਦਿੰਦੀ ਆ। ਠੀਕ ਹੈ, ਦੂਸਰਾ ਉਹਦੇ ਨਾਲ ਕੀ ਕਹਿੰਦੇ ਆਪਣਾ ਪ੍ਰੋਕਿਉਰਮੈਂਟ ਕਰ ਦੇਵੇ, ਟੈਂਟੇ ਖਤਮ ਹੋ ਜਾਵੇ। ਹੁਣ ਪ੍ਰੋਕਿਉਰਮੈਂਟ ਨਹੀਂ ਹੈ ਤੇ ਇੱਕ ਤੋਂ ਦੂਜੀ ਸਟੇਟ ਜਿਹੜਾ ਉਹ ਕਪੜੇ ਹੋ ਰਹੇ ਆ, ਜਾਂਦੇ ਆ ਵਾਰ-ਵਾਰ ਤੇ ਰੌਲੇ ਪੈਂਦੇ, ਇੱਥੇ ਇੰਨੇ ਟਰੱਕ ਫੜ ਲਏ, ਇੱਥੇ ਇੰਨੇ ਫੜ ਲਏ। ਹੁਣ ਤੇ ਕਿਸਾਨ ਜਿਹੜੇ ਆ ਉਹ ਬਾਰਡਰਾਂ ਤੇ ਬੈਠੇ ਕਰਕੇ ਪਕੜ ਲੈਂਦੇ ਆ, ਲੇਕਿਨ ਜਦੋਂ ਕਿਸਾਨ ਨਹੀਂ ਸੀਗੇ ਬਾਰਡਰਾਂ ਤੇ ਬੈਠੇ ਉਦੋਂ ਨਹੀਂ ਸੀ ਪਕੜੇ ਜਾਂਦੇ, ਉਦੋਂ ਆ ਕੇ ਵੇਖਦਾ ਸੀ ਤੇ ਸਟੇਟਾਂ ਨੂੰ ਚੂਨਾ ਲੱਗਦਾ ਸੀਗਾ। ਹੁਣ ਇੱਥੇ ਆ ਕਿ ਜੇ ਪੰਜਾਬ ਸਰਕਾਰ ਇਹ ਅਪਲੋਡ ਨਹੀਂ ਕਰਵਾਏਗੀ, ਕੇਂਦਰ ਸਰਕਾਰ ਕਹਿ ਦੂ ਅਸੀਂ ਕੈਸ਼ ਕ੍ਰੈਡਿਟ ਲਿਮਟ ਤੁਹਾਨੂੰ ਨਹੀਂ ਦੇਣੀ, ਉਹ ਨਹੀਂ ਦੇਵੇਗੀ, ਖਰੀਦ ਨਹੀਂ ਕਰ ਸਕੇਗੀ। ਸੂਬੇ ਕੋਲੇ ਜਿਹੜਾ ਉਹਦੇ ਕੋਲ ਫੰਡ ਨਹੀਂ ਹੈ ਜਿਹਦੇ ਨਾਲ ਉਹ ਜਿਹੜਾ ਇਹਨੂੰ ਪਰਚੇਜ ਕਰ ਸਕੇ। ਇਸ ਕਰਕੇ ਮਸਲਾ ਫਸੇਗਾ। ਇਸੇ ਕਰਕੇ ਸਭ ਤੋਂ ਪਹਿਲਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਜਨਰਲ ਸਕੱਤਰ ਤੇ ਵਾਈਸ ਪ੍ਰੈਜ਼ੀਡੈਂਟ ਆ, ਦੋਨਾਂ ਨੇ ਝੰਡਾ ਸਿੰਘ ਜੇਠੂ ਕੇ ਤੇ ਦੂਸਰੇ ਮੇਰਾ ਕੱਲ ਸੁਖਦੇਵ ਸਿੰਘ ਕੋਕਰੀ ਕਲਾ, ਉਹਨਾਂ ਨੇ ਮਸਲਾ ਚੱਕਿਆ ਕਿ ਸੂਬਾ ਸਰਕਾਰ ਇਹਦੇ ਤੋਂ ਬਾਜ਼ ਆ ਜਾਵੇ, ਅਸੀਂ ਇਹ ਕੁਝ ਨਹੀਂ ਕਰਨਾ, ਜਿਸ ਤਰ੍ਹਾਂ ਪਹਿਲਾਂ ਚੱਲਦਾ ਸੀ ਉਸੇ ਤਰ੍ਹਾਂ ਹੀ ਚੱਲੇਗਾ। ਜਿਹੜੇ ਉਹਨਾਂ ਦੇ ਆਪਣੇ MLA ਜਾਂ ਉਹਨਾਂ ਦੇ ਵਿਧਾਇਕ ਆ ਜਾਂ ਜਿਹੜੇ ਵੱਡੇ ਵਪਾਰੀ ਆ ਬਾਹਰੋਂ ਲਿਆ ਕੇ ਝੋਨਾ ਵੇਚਦੇ ਆ, ਉਹਨਾਂ ਨੂੰ ਨੱਥ ਪਾਵੇ, ਕਿਸਾਨਾਂ ਨੂੰ ਪਰੇਸ਼ਾਨ ਨਾ ਕਰੇ। ਜੀ, ਤਾਂ ਰੈਵਨਿਊ ਦੀ ਤੁਸੀਂ ਗੱਲ ਕੀਤੀ ਸੁਰਿੰਦਰ ਵੀਰ, ਰੈਵਨਿਊ ਡਿਪਾਰਟਮੈਂਟ ਦਾ ਹਾਲਾਤ ਇਹ ਹੈ, ਪਟਵਾਰੀਆਂ ਦੀਆਂ ਆਪਣੀਆਂ ਬਹੁਤ ਸਮੱਸਿਆਵਾਂ ਨੇ। ਉਸ ਦੌਰਾਨ ਰੈਵਨਿਊ ਪਟਵਾਰ ਯੂਨੀਅਨ ਦੀ ਅਗਵਾਈ ਦੇ ਵਿੱਚ ਅੱਜ ਤੋਂ ਪਟਵਾਰੀ ਸਮੂਹਕ ਛੁੱਟੀ ਤੇ ਜਾ ਰਹੇ ਨੇ। 9, 10, 11, 12 4 ਦਿਨ 13 ਅਗਸਤ ਨੂੰ ਜ਼ਿਲ੍ਹਾ ਪੱਧਰੀ ਰੋਸ ਧਰਨੇ ਸ਼ੁਰੂ ਕਰ ਰਹੇ ਨੇ। ਸੋ ਪਟਵਾਰੀਆਂ ਨੇ ਕਈ ਦਿਨਾਂ ਤੋਂ ਸੰਘਰਸ਼ ਵਿੱਢਿਆ ਹੋਇਆ। ਸੋ ਰੈਵਨਿਊ ਪਟਵਾਰ ਯੂਨੀਅਨ ਪੰਜਾਬ ਦੇ ਪ੍ਰਧਾਨ ਹਰਵੀਰ ਸਿੰਘ ਢੀਂਡਸਾ ਤੇ ਸੰਦੀਪ ਭੁੱਲਰ ਦੀ ਅਗਵਾਈ ਦੇ ਵਿੱਚ ਇਹ ਪੰਜਾਬ ਦੇ ਵਿੱਚ ਪਟਵਾਰੀਆਂ ਦੀਆਂ ਜੋ ਮੰਗਾਂ ਨੇ ਉਸ ਸੰਬੰਧੀ ਇਹ ਸੰਘਰਸ਼ ਵੱਖ-ਵੱਖ ਇਲਾਕਿਆਂ ਦੇ ਵਿੱਚ ਵਿੱਢਿਆ ਹੋਇਆ। ਸੰਗਰੂਰ ਦੇ ਵਿੱਚ ਕਾਫੀ ਵੱਡਾ ਇਕੱਠ ਹੋਇਆ। 4 ਦਿਨਾਂ ਦੀ ਛੁੱਟੀ ਪਟਵਾਰੀ ਕਰ ਗਏ ਨੇ ਕੰਮਕਾਜ ਦੀ, ਤੇ ਇਸ ਦੌਰਾਨ ਜਿਹੜੀ ਪਟਵਾਰੀਆਂ ਦੀ ਘਾਟ ਵੀ ਹੈ। ਸੋ ਪੰਜਾਬ ਸਰਕਾਰ ਨੇ ਕੱਲ ਪਟਵਾਰੀਆਂ ਦੀ ਭਰਤੀ ਦੀ ਪ੍ਰੀਖਿਆ ਲਈ ਹੈ। 2,33,000 ਉਮੀਦਵਾਰਾਂ ਨੇ ਪ੍ਰੀਖਿਆ ਦਿੱਤੀ ਹੈ। 1100 ਅਸਾਮੀਆਂ ਨੇ ਪਟਵਾਰੀਆਂ ਦੀਆਂ, ਜ਼ਿਲ੍ਹੇਦਾਰਾਂ ਦੀਆਂ ਵੀ ਭਰਤੀਆਂ ਸੀਗੀਆਂ, ਪੇਪਰ ਸੀਗੇ। ਸੋ ਪਟਵਾਰੀਆਂ ਦੀਆਂ 1100 ਅਸਾਮੀਆਂ ਦੇ ਵਾਸਤੇ 2,33,000 ਪ੍ਰੀਖਿਆਰਥੀ ਸੀ ਜਿਨ੍ਹਾਂ ਨੇ ਇਮਤਿਹਾਨ ਦਿੱਤਾ। 550 ਸੈਂਟਰ ਬਣਾਏ ਗਏ, ਕੋਵਿਡ ਤੋਂ ਬਚਾਅ ਲਈ ਸਾਰੇ ਟੈਸਟ ਵੀ ਕੀਤੇ ਗਏ ਤੇ ਨੋਡਲ ਪ੍ਰੀਖਿਆ ਕੇਂਦਰਾਂ ਤੇ 58 ਕੇਂਦਰਾਂ ਤੇ 13,000 ਤੋਂ ਵੱਧ ਪ੍ਰੀਖਿਆਰਥੀ ਹਾਜ਼ਰ ਹੋਏ। ਇਸ ਸੰਬੰਧੀ ਕੁਝ ਇਹ ਵੀ ਸਿਸਟਮ ਸਾਹਮਣੇ ਆਇਆ ਕਿ ਜਿਹੜੇ ਕਕਾਰ ਉਤਰਾ ਕੇ ਜਿਹੜਾ ਇਮਤਿਹਾਨ ਦੇਣ ਲਈ ਮਜਬੂਰ ਕੀਤਾ ਗਿਆ ਉਹ 6 ਸੈਂਟੀਮੈਂਟਸ, ਕਿਉਂਕਿ ਇਹ ਇੱਕ ਪ੍ਰੋਟੋਕੋਲ ਹੋ ਗਿਆ, ਕਿਉਂਕਿ ਲੋਕ ਹਟਦੇ ਨਹੀਂ, ਬਲੂਟੁੱਥ ਰਾਹੀਂ ਇਸਤੇਮਾਲ ਕਰਦੇ ਨੇ, ਹੋਰ ਬੜਾ ਕੁਝ ਕਰਦੇ ਨੇ। ਫਿਰ ਉਹ ਕਕਾਰਾਂ ਦਾ ਮਾਮਲਾ SGPC ਨੇ ਵੀ ਉਠਾਇਆ ਕਿ ਦੇਖੋ ਕੈਪਟਨ ਸਰਕਾਰ ਦੇ ਰਾਜ ਭਾਗ ਦੇ ਵਿੱਚ ਸਿੱਖਾਂ ਨਾਲ ਕਿਵੇਂ ਦੁਰਗਤੀ ਹੋ ਰਹੀ ਹੈ। ਇਹ ਮਸਲਾ ਵੀ ਉੱਠਿਆ। ਖੈਰ, ਇਹ ਤਾਂ ਸੀ ਇਹਨਾਂ ਤੇ ਅਪਡੇਟ, ਤੇ ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਉਹਨਾਂ ਸਪਾਂਸਰ ਦਾ ਵੀ ਧੰਨਵਾਦ। ਸੋ ਦੋਸਤੋ, ਅੱਜ YouTube ਤੇ ਲਾਈਵ ਨਹੀਂ ਸੀਗਾ ਤੇ ਜਲਦ ਇਸ ਨੂੰ ਅਪਡੇਟ ਪਾਇਆ ਕਰਾਂਗੇ। ਹੁਣ ਕਈ ਵਾਰੀ ਕਿਉਂਕਿ ਲਾਈਵ 'ਚ ਦਿੱਕਤ ਵੀ ਆਉਂਦੀ ਹੈ ਤੇ ਪਰ ਰਿਕਾਰਡਿੰਗ ਤੋਂ ਬਾਅਦ ਇਸ ਨੂੰ ਸਾਰੀ ਆਵਾਜ਼ ਬੂਝ ਸਾਰੀ ਇਕਸਾਰ ਕਰਕੇ ਸੁਹਾਗੀ ਫੇਰ ਕੇ ਤੁਹਾਡੇ ਸਾਹਮਣੇ ਪਾਉਂਦੇ ਆ। ਤੇ ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਸੁਣਨ ਦੇ ਵਾਸਤੇ ਤੁਸੀਂ ਸਾਡੀ ਵੈਬਸਾਈਟ ਦਾ ਵੀ ਇਸਤੇਮਾਲ ਕਰ ਸਕਦੇ ਹੋ। www.tiwanaradio.com ਆਪਣੀ ਵੈਬਸਾਈਟ ਹੈ। ਉੱਥੇ ਤੁਹਾਨੂੰ ਸਾਡੇ ਆਈਫੋਨ ਤੇ ਐਂਡਰਾਇਡ ਐਪਸ ਨੇ, ਉਹ ਵੀ ਇੰਸਟਾਲ ਕਰੋ, ਜ਼ਿਆਦਾ ਬਿਹਤਰ ਸੁਣਿਆ ਜਾਂਦਾ, ਉੱਥੇ ਦਿੱਕਤ ਵੀ ਕੋਈ ਨਹੀਂ ਆ। ਤੇ ਕਿਉਂਕਿ YouTube ਦਾ ਲਿੰਕ ਵੀ ਉਸ ਤੇ ਹੈਗਾ, Facebook ਦਾ ਵੀ ਹੈਗਾ ਸਾਡੀ ਵੈਬਸਾਈਟ tiwanaradio.com ਤੇ ਇਸ ਕਰਕੇ ਐਪਸ ਤੇ ਕੁਆਲਿਟੀ ਬਿਹਤਰ ਆਉਂਦੀ ਹੈ, ਤੁਸੀਂ ਉਸ ਤੇ ਵੀ ਸੁਣ ਸਕਦੇ ਹੋ। ਤੇ ਕਿਉਂਕਿ YouTube Facebook ਦਾ ਭਰੋਸਾ ਕੋਈ ਨਹੀਂ ਹੈ ਕਦੋਂ ਬੰਦ ਹੋ ਜੇ, ਟੂ ਬੀ ਵੈਰੀ ਫਰੈਂਕ, ਕਿਉਂਕਿ ਇਹ ਬਗਾਨਾ ਸੌਦਾ, ਮੁੱਲ ਦਾ ਸੰਦ। ਅਸੀਂ ਆਪਣਾ ਐਪਸ ਤੇ ਵੈਬਸਾਈਟ ਬਣਾਈ ਹੋਈ ਹੈ, ਜਾਂ tiwanaradio.com ਵੈਬਸਾਈਟ ਤੇ ਤੁਸੀਂ ਜਾਓਗੇ, ਉੱਥੇ ਤੁਹਾਨੂੰ ਸਾਡੇ ਸੰਪਰਕ ਨੰਬਰ ਮਿਲਣਗੇ,
ਜਿੱਥੇ ਤੁਸੀਂ WhatsApp ਜਾਂ ਹੋਰ ਮਾਧਿਅਮ ਅਸੀਂ ਬਣਾ ਰਹੇ ਹਾਂ ਜਿਨ੍ਹਾਂ ਦੇ ਰਾਹੀਂ ਅਸੀਂ ਤੁਹਾਨੂੰ ਲਿੰਕ ਭੇਜਾਂਗੇ, ਉੱਥੇ ਤੁਸੀਂ ਸਾਡੇ ਪ੍ਰੋਗਰਾਮ ਸੁਣ ਸਕਦੇ ਹੋ। ਸੋ WhatsApp ਗਰੁੱਪ ਹੈ ਆਪਣਾ 9876309655 ਨੰਬਰ ਤੇ ਬਣਾਇਆ ਹੋਇਆ, ਜਿਹੜਾ ਸਟੂਡੀਓ 'ਚ ਵੀ ਇਸੇ ਨੰਬਰ ਤੇ ਕਾਲ ਕਰ ਸਕਦੇ ਹੋ, ਤੇ ਮੇਰਾ ਸੰਪਰਕ ਨੰਬਰ ਵੀ ਇਹੀ ਹੈ 9876309655। ਸੋ ਇਸ ਨੰਬਰ ਤੇ WhatsApp ਗਰੁੱਪ ਦੇ ਵਿੱਚ ਸ਼ਾਮਲ ਹੋ ਜਾਓ। ਕੋਈ ਫਾਲਤੂ ਮੈਸੇਜ ਨਹੀਂ ਆਉਂਦੇ, ਸਿਰਫ ਪ੍ਰੋਗਰਾਮ ਉੱਥੇ ਤੁਹਾਨੂੰ ਭੇਜੇ ਜਾਂਦੇ ਨੇ। ਜੇ ਤੁਸੀਂ ਪ੍ਰੋਗਰਾਮ ਪਸੰਦ ਕਰਦੇ ਹੋ ਤਾਂ ਇਸ ਗਰੁੱਪ 'ਚ ਸ਼ਾਮਲ ਹੋ ਸਕਦੇ ਹੋ। ਤੇ ਬਾਕੀ ਕਾਲ ਟੂ ਲਿਸਨ ਨੰਬਰ ਹੈ ਆਪਣਾ ਅਮਰੀਕਾ ਦਾ 667 930 9260। ਉਸ ਨੰਬਰ ਦੇ ਉੱਤੇ ਡਾਇਲ ਕਰਕੇ ਵੀ ਪ੍ਰੋਗਰਾਮ ਸੁਣਿਆ ਜਾ ਸਕਦਾ। ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਭਾਰਤੀ ਸਮਾਂ ਸਵੇਰੇ 6 ਵਜੇ ਤੋਂ ਲੈ ਕੇ 8 ਵਜੇ ਤੱਕ, ਤੇ ਸ਼ਾਮ ਨੂੰ 6:30 ਵਜੇ ਤੋਂ ਲੈ ਕੇ 8:30 ਵਜੇ ਤੱਕ ਪਟਿਆਲਾ ਸਟੂਡੀਓ ਤੋਂ ਆਪਾਂ ਲਾਈਵ ਹੋਈਦਾ। ਤੇ ਰਾਜਨੀਤਿਕ ਚਰਚਾ ਦੇ ਵਾਸਤੇ ਆਪਣੇ ਨਾਲ 2 ਘੰਟੇ ਜੁੜੇ ਰਹਿੰਦੇ ਨੇ ਐਡਵੋਕੇਟ ਸੁਰਿੰਦਰ ਸਿੰਘ ਬਾਈ ਜੀ। ਬੜੀ ਨਿੱਠ ਕੇ ਜਿਹੜੀ ਹੈ ਰਿਪੋਰਟਿੰਗ ਕਰੀਦੀ ਹੈ, ਨਾ ਕਾਹੂ ਸੇ ਦੋਸਤੀ ਨਾ ਕਾਹੂ ਸੇ ਵੈਰ। ਤੇ ਇਸ ਕਰਕੇ ਜਾਂ ਫਿਰ ਸੁਰਿੰਦਰ ਸਿੰਘ ਹੋਰਾਂ ਦਾ ਵੀ ਜਿਹੜਾ ਫੇਸਬੁੱਕ ਪੇਜ ਹੈ ਉੱਥੇ ਵੀ ਪ੍ਰੋਗਰਾਮ ਅਸੀਂ ਅਪਲੋਡ ਕਰਦੇ ਹਾਂ, ਉਸ ਤੇ ਵੀ ਤੁਸੀਂ ਜੁੜ ਸਕਦੇ ਹੋ। ਇਹਨਾਂ ਨਾਲ ਵੀ ਸੰਪਰਕ, ਇਹਨਾਂ ਦੇ ਨੰਬਰ ਵੀ ਅਸੀਂ ਪਾ ਦਿਆਂਗੇ, ਉਹ ਨੰਬਰ ਤੇ ਵੀ ਤੁਸੀਂ ਜਿਹੜਾ ਹੈਗਾ ਗਰੁੱਪ ਦੇ ਵਿੱਚ ਸ਼ਾਮਲ ਹੋ ਸਕਦੇ ਹੋ, ਤਾਂ ਜੋ ਤੁਹਾਨੂੰ ਕੋਈ ਦਿੱਕਤ ਨਾ ਰਹੇ। ਕਿਉਂਕਿ ਜਿਸ ਤਰ੍ਹਾਂ ਦੇ ਸਰਕਾਰਾਂ ਦੀਆਂ ਸਖਤੀਆਂ ਹੋਈ ਜਾ ਰਹੀਆਂ ਨੇ, ਆਉਣ ਵਾਲੇ ਦਿਨਾਂ 'ਚ ਵੱਡੀ ਕੋਈ ਦਿੱਕਤ ਹੋ ਸਕਦੀ ਹੈ। ਆ ਮੇਰਾ YouTube ਪੇਜ ਦਾ ਵੀ ਪਤਾ ਨਹੀਂ, ਕੋਈ ਭਰੋਸਾ ਨਹੀਂ ਹੈ। ਤੇ ਇਸ ਕਰਕੇ ਪਹਿਲਾਂ ਸਾਨੂੰ ਸਤਰਕ ਕਰਦੇ ਹਾਂ ਕਿ ਸਾਡੇ ਨੰਬਰ ਭਾਵੇਂ ਸੁਰਿੰਦਰ ਜੀ ਦਾ ਜਾਂ ਮੇਰਾ ਜ਼ਰੂਰ ਨੋਟ ਰੱਖੋ, ਤਾਂ ਜੋ ਤੁਹਾਨੂੰ ਹੋਰ ਵੱਖ-ਵੱਖ ਮਾਧਿਅਮਾਂ ਦੇ ਰਾਹੀਂ ਪ੍ਰੋਗਰਾਮ ਦੀ ਲਿੰਕ ਵਗੈਰਾ ਮਿਲ ਜਾਣ ਜੇ ਪ੍ਰੋਗਰਾਮ ਪਸੰਦ ਕਰਦੇ ਹੋ।